ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਤੁਹਾਡੇ ਵਾਸਤੇ ਲੈ ਕੇ ਆਏ ਜੀ ਮੌਕ ਟੈਸਟ ਪੰਜਾਬ ਪੁਲਿਸ ਦਾ। ਠੀਕ ਹੈ, ਇਹਦੇ ਵਿੱਚ ਕੁੱਲ ਤੁਹਾਨੂੰ 100 MCQ ਮਿਲਣਗੇ। ਠੀਕ ਹੈ, ਸਾਰੇ ਬੱਚਿਆਂ ਦਾ ਲੈਵਲ ਚੈੱਕ ਕਰ ਲੈਣਾ। ਜਿਹੜੇ ਬੱਚਿਆਂ ਦੇ 60 ਪਲੱਸ ਨੰਬਰ ਆ ਗਏ ਵੈਰੀ 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 ਗੁੱਡ। ਠੀਕ ਹੈ, 60 ਪਲੱਸ ਨੰਬਰ ਹਰੇਕ ਬੱਚੇ ਦੇ ਆਉਣੇ ਚਾਹੀਦੇ ਹੈ। ਠੀਕ ਹੈ ਜੀ, ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤੁਹਾਡੇ ਅੱਗੇ ਬੇਨਤੀ ਹੈ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਅਤੇ ਆਪਣਾ ਟਾਰਗੇਟ ਆ ਭਾਈ ਅੱਗੇ ਵੀਡੀਓ ਦਾ ਕਿੰਨੇ ਵਿਊ ਦਾ ਰੱਖੀਏ? 30,000 ਵਿਊ ਦਾ ਰੱਖ ਲੈਂਦੇ। ਚਲੋ ਘੱਟੋ ਘੱਟ 30,000 ਵਿਊ ਇਹ ਵੀਡੀਓ 'ਤੇ ਆਪਣੇ ਆਉਣੇ ਚਾਹੀਦੇ ਆ। ਠੀਕ ਹੈ, ਘੱਟੋ ਘੱਟ। ਅਤੇ ਜੇ ਵਿਊ ਇੰਨੇ ਆ ਗਏ ਤਾਂ ਤੁਹਾਨੂੰ ਬਈ ਫਿਰ ਮੈਂ 2-3 ਮੌਕ ਟੈਸਟ ਹੋਰ ਪ੍ਰੋਵਾਈਡ ਕਰਵਾਊਂਗਾ। ਠੀਕ ਹੈ, ਜੇ ਨਾ ਆਏ ਫਿਰ ਨਹੀਂ ਮੈਂ ਕਰਾਉਂਦਾ। ਠੀਕ ਹੈ, ਚੌੜ ਕਰੀ ਜਾਂਦਾ, ਕਰਵਾ ਦੂੰਗਾ ਫਿਰ ਵੀ। ਚਲੋ, ਅਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਸਾਰੀਆਂ ਚੀਜ਼ਾਂ। ਠੀਕ ਹੈ, ਹੁਣ ਚੱਲਦੇ ਆਪਾਂ ਪਹਿਲੇ ਪ੍ਰਸ਼ਨ 'ਤੇ। ਕਹਿੰਦੇ ਪ੍ਰੈਸਟੀਗੀਅਸ AANS ਅਵਾਰਡ 2021 ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ? ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ। ਸਿਰਫ ਉਹੀ ਪ੍ਰਸ਼ਨ ਕੱਢ ਕੇ ਲਿਆਏ ਜਿਹੜੇ ਲੱਗਦਾ ਕਿ ਪੇਪਰ ਦੇ ਵਿੱਚ ਪੁੱਛਣ ਦੇ ਫੁੱਲ ਚਾਂਸ ਨੇ। ਠੀਕ ਹੈ, AANS ਠੀਕ ਹੈ, ਇਹ ਅਵਾਰਡ ਮਿਲਿਆ ਭਾਈ। ਠੀਕ ਹੈ ਜੀ, ਅਤੇ ਇਹ ਜਿਹੜਾ AAN ਅਵਾਰਡ ਹੈ ਕਿਹਨੂੰ ਮਿਲਿਆ? ਇਹਨਾਂ ਤਿੰਨਾਂ ਦੇ ਵਿੱਚੋਂ ਅਲੇਜਾਂਦਰੋ ਪਰੇਟੀ, ਨਮਿਤਾ ਗੋਖਲੇ, ਸ਼ੈਲਿੰਦਰ ਸਿੰਘ ਕਿ ਬਸੰਤ ਮਿਸ਼ਰਾ? ਦੱਸੋ ਜੀ ਇਹਨਾਂ ਦੇ ਵਿੱਚ ਕਿਹਨੂੰ ਮਿਲਿਆ ਇਹ ਭਾਈ ਮਿਲਿਆ ਆਪਣੇ ਡੀ ਨੰਬਰ ਆਪਸ਼ਨ ਨੂੰ। ਕਿਹਨੂੰ? ਬਸੰਤ ਮਿਸ਼ਰਾ। ਬਸੰਤ ਨਹੀਂ ਤੇ ਬਸੰਤ ਮਿਸ਼ਰਾ। ਬਸੰਤ ਮਿਸ਼ਰਾ ਨੂੰ ਆਪਾਂ ਨੂੰ ਭਾਈ ਇਹ ਅਵਾਰਡ ਮਿਲਿਆ ਕਿਹੜਾ? ਪ੍ਰੈਸਟੀਗੀਅਸ AANS ਅਵਾਰਡ 2021। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਦੂਸਰੇ ਨਾਵਾਂ ਬਾਰੇ ਵੀ ਆਪਾਂ ਚਰਚਾ ਕਰਦੇ ਹਾਂ। ਜਿਹੜੇ ਆਪਣੇ ਆਹ ਪਏ ਆ ਸ਼ੈਲਿੰਦਰ ਸਿੰਘ। ਠੀਕ ਹੈ ਜੀ, ਸ਼ੈਲਿੰਦਰ ਸਿੰਘ ਪਏ ਆ, ਇਹਨਾਂ ਨੂੰ ਵੀ ਇੱਕ ਅਵਾਰਡ ਮਿਲਿਆ। ਇਹਨੂੰ ਕਿਹੜਾ ਅਵਾਰਡ ਮਿਲਿਆ ਹੈਗਾ? ਇਹਨਾਂ ਨੂੰ ਮਿਲਿਆ ਹੈਗਾ ਗਲੋਬਲ ਅਵਾਰਡ ਇਨ ਦਾ ਟਰਟਲ ਕੰਸਰਵੇਸ਼ਨ। ਠੀਕ ਹੈ, ਟਰਟਲ ਹੁੰਦਾ ਕੱਛੂ ਕੁੰਮੀਆਂ ਵਾਸਤੇ ਇਹਨਾਂ ਨੇ ਇੱਕ ਅਭਿਆਨ ਚਲਾਇਆ ਸੀ। ਠੀਕ ਹੈ ਜੀ, ਅਤੇ ਉਹਦੇ ਵਾਸਤੇ ਇਹਨਾਂ ਨੂੰ ਮਿਲਿਆ ਹੈਗਾ। ਇਹ ਗੱਲ ਯਾਦ ਰੱਖਣੀ, ਕਿਹਨੂੰ ਮਿਲਿਆ ਹੈਗਾ? ਆਪਣੇ ਸ਼ੈਲਿੰਦਰ ਜੀ ਨੂੰ ਮਿਲਿਆ। ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਅਗਲੇ ਵਾਰ। ਇਸ ਤੋਂ ਬਾਅਦ ਠੀਕ ਹੈ ਜੀ, ਇਹ ਤਾਂ ਹੋ ਗਈ ਆਪਣੀ ਕੱਛੂ ਕੁੰਮੇ ਵਾਸਤੇ ਕਿਹਨੂੰ ਮਿਲਿਆ ਹੈਗਾ ਗਲੋਬਲ ਅਵਾਰਡ? ਸ਼ੈਲਿੰਦਰ ਸਿੰਘ ਨੂੰ 2021 ਦਾ। ਅਤੇ ਇਸ ਤੋਂ ਬਾਅਦ ਆਪਾਂ ਨਾਂ ਦੇਖਦੇ ਆਪਣਾ ਨਮਿਤਾ ਗੋਖਲੇ। ਨਮਿਤਾ ਗੋਖਲੇ ਨੂੰ ਕਿਹੜਾ ਅਵਾਰਡ ਮਿਲਿਆ? ਇਹਨਾਂ ਨੂੰ ਵੀ ਇੱਕ ਅਵਾਰਡ ਮਿਲਿਆ 7ਵਾਂ ਜਾਮਿਨ ਹਜ਼ਾਰਿਕਾ ਵੂਮੈਨ। ਠੀਕ ਹੈ, ਸਵਟਾਂਸ ਅਵਾਰਡ 2021। ਠੀਕ ਹੈ, ਇਹ ਆਈ ਨਹੀਂ ਸਮਝਣਾ ਕਿ ਇਕੱਲਾ ਮੈਂ ਉਹ ਹੀ ਬਣਾ ਕੇ ਦਿੱਤਾ ਟੈਸਟ, ਕਿ ਬਸ ਟੈਸਟ ਲਾ ਲਾ ਜਿਹਦੇ ਨੰਬਰ ਆ ਗਏ। ਇਹਨੂੰ ਫੇਰਨਾ ਚੰਗੀ ਤਰ੍ਹਾਂ, ਇਹ 'ਚ ਵੀ ਪ੍ਰਸ਼ਨ ਬਣ ਸਕਦੇ। ਬਹੁਤ ਇੰਪੋਰਟੈਂਟ ਪ੍ਰਸ਼ਨ ਕੱਢ ਕੇ ਲਿਆਂਦੇ ਇਹਦੇ 'ਚ ਮੈਂ। ਠੀਕ ਹੈ ਜੀ, ਅਤੇ ਆਹ ਟਾਈਟਲ ਵਾਸਤੇ ਕਿਹਨੂੰ ਮਿਲਿਆ? ਸ਼ੈਲਿੰਦਰ ਨੂੰ ਮਿਲਿਆ। ਦੂਸਰਾ ਮਿਲਿਆ ਆਪਣੇ ਇਹ ਨਮਿਤਾ ਨੂੰ। ਇਹ ਗੱਲ ਯਾਦ ਰੱਖਣੀ ਹੈ। ਓਕੇ, ਸਭ ਤੋਂ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਸੀ ਭਾਈ ਇਹ। ਹੁਣ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ। ਠੀਕ ਹੈ ਜੀ, ਇਸ ਤੋਂ ਬਾਅਦ ਅੱਗੇ ਸਕਾਈ ਟਰੈਕਸ ਜੀ ਟੌਪ 100 ਵਿੱਚ ਭਾਰਤ ਦੇ ਕਿੰਨੇ ਹਵਾਈ ਅੱਡੇ ਆਏ ਹਨ? ਇਹ ਸਕਾਈ ਟਰੈਕਸ ਨੇ ਇੱਕ ਰਿਪੋਰਟ ਕੱਢੀ ਹੈ। ਠੀਕ ਹੈ ਜੀ, ਟੌਪ 100 ਸਾਰੀ ਦੁਨੀਆ ਦੇ ਵਾਰਡ ਦੇ ਲੈਵਲ 'ਤੇ ਇਹਨਾਂ ਨੇ ਹਵਾਈ ਅੱਡੇ ਕੱਢੇ। ਉਹਨਾਂ ਦੇ ਵਿੱਚੋਂ ਭਾਰਤ ਦੇ ਕਿੰਨੇ ਹਵਾਈ ਅੱਡੇ ਆਏ ਉਹ ਲਿਸਟ ਦੇ ਵਿੱਚ? ਤਾਂ ਭਾਰਤ ਦੇ ਭਾਈ ਇਹਦੇ ਵਿੱਚ 4 ਹਵਾਈ ਅੱਡੇ ਆਏ ਆ। ਦੇਖੋ, ਇਹ ਮੌਕ ਟੈਸਟ ਹੈ। ਪਹਿਲਾਂ ਮੇਰੀ ਵੀਡੀਓ ਦੇਖਣੀ ਹੈ, ਪਹਿਲਾਂ ਪ੍ਰਸ਼ਨ ਸਮਝਣਾ। ਪ੍ਰਸ਼ਨ ਸਮਝ ਕੇ ਇਸ ਤੋਂ ਬਾਅਦ ਆਪਦੀ ਕਾਪੀ ਪੈਨ ਚੱਕ ਕੇ ਟਿਕ ਲਾ ਕੇ ਇਸ ਤੋਂ ਬਾਅਦ ਅੱਗੇ ਪ੍ਰਸ਼ਨ 'ਤੇ ਜਾਣਾਗਾ। ਠੀਕ ਹੈ, ਪਹਿਲਾਂ ਮੇਰਾ ਨਹੀਂ ਦੇਖਣਾ, ਮੇਰਾ ਪ੍ਰਸ਼ਨ ਬਾਅਦ 'ਚ ਦੇਖਣਾ ਕਰਵਾਇਆ ਹੋਇਆ। ਇਹ ਗੱਲ ਯਾਦ ਰੱਖਣੀ ਹੈ। 4 ਆ ਭਾਈ। ਇਸ ਤੋਂ ਬਾਅਦ ਬਿੰਨਵਾਲ ਦਾ ਮੁਸਲਿਮ ਵੂਮੈਨ ਰਾਈਟ ਡੇ ਸੈਲੀਬਰੇਟਡ। ਬਹੁਤ ਇੰਪੋਰਟੈਂਟ ਪ੍ਰਸ਼ਨ ਆ ਭਾਈ। ਕਹਿੰਦੇ ਬਿੰਨਵਾਲ ਦਾ ਮੁਸਲਿਮ ਵੂਮੈਨ ਰਾਈਟ ਡੇ ਸੈਲੀਬਰੇਟ ਕਿਸ ਦਿਨ ਮਨਾਇਆ ਜਾਂਦਾ ਹੈਗਾ? ਤਾਂ ਇਹ ਬਹੁਤ ਇੰਪੋਰਟੈਂਟ ਆ। ਇਹ ਮਨਾਇਆ ਜਾਂਦਾ ਭਾਈ ਆਪਣਾ 1 ਅਗਸਤ ਨੂੰ। ਠੀਕ ਹੈ, 1 ਅਗਸਤ ਨੂੰ ਇਹ ਆਪਣਾ ਦਿਵਸ ਮਨਾਇਆ ਜਾਂਦਾ ਹੈਗਾ। ਬਹੁਤ ਇੰਪੋਰਟੈਂਟ ਭਾਈ ਇਹ ਦਿਵਸ ਹੈਗਾ। ਠੀਕ ਹੈ, ਹੁਣ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ। ਆਹ ਪ੍ਰਸ਼ਨ ਪੁੱਛਣ ਦੇ 100% ਚਾਂਸ ਨੇ। ਬਰਡ ਬ੍ਰੈਸਟ ਫੀਡਿੰਗ ਵੀਕ ਇਜ਼ ਓਬਜ਼ਰਵ ਐਵਰੀ ਈਅਰ ਔਨ ਦਾ ਫਸਟ ਵੀਕ ਆਫ ਵਿਚ ਮੰਥ? ਦੇਖੋ ਭਾਈ, ਮੇਰੀ ਅੰਗਰੇਜ਼ੀ ਹੈਗੀ ਆ ਜੱਟਾਂ ਵਾਲੀ, ਸਿੱਧੀ ਪੰਜਾਬੀ ਕੰਮ ਹੈ ਮੇਰਾ ਅੰਗਰੇਜ਼ੀ। ਠੀਕ ਹੈ, ਅਤੇ ਵਿੱਚ ਮੈਨੇ ਗਲਤੀਆਂ ਨਾ ਕੱਢਿਆ ਕਰੋ ਕਿ ਸਰ ਤੁਸੀਂ ਅੰਗਰੇਜ਼ੀ ਐਂ ਬੋਲਦੇ ਹੋ। ਬਾਕੀ ਤੋਂ ਤਾਂ ਇੰਗਲਿਸ਼ ਕਹੀ ਹੁੰਦੀ ਹੈ, ਮੈਂ ਅੰਗਰੇਜ਼ੀ ਕਹਿਣਾ ਗਾ। ਠੀਕ ਹੈ, ਅਤੇ ਮੈਂ ਪਤਾ ਕੀ ਚੱਕਰ ਹੈ, ਅਸੀਂ ਪੜ੍ਹੇ ਨਾ ਸਰਕਾਰੀ ਸਕੂਲਾਂ 'ਚ। ਠੀਕ ਹੈ, ਅਤੇ ਸਰਕਾਰੀ ਸਕੂਲਾਂ ਵਾਲੇ ਇਹੋ ਜਿਹੇ ਹੁੰਦੇ ਆ, ਜਿੰਨਾ ਮਰਜ਼ੀ ਸਾਨੂੰ ਸਮਝਾ ਲਓ, ਜਿੰਨਾ ਕੁਛ ਮਰਜ਼ੀ ਕਰ ਲਓ, ਅਸੀਂ ਉਹੀ ਜਿਹੀ ਰਹਿਣਾ ਗਾ। ਠੀਕ ਹੈ, ਕਿਉਂਕਿ ਜਦੋਂ ਸਾਡਾ ਰਹਿਣ ਸਹਿਣ ਹੀ ਹੋ ਜਾ, ਹੁਣ ਪਿੰਡਾਂ ਵਾਲੇ ਅਸੀਂ ਹੈ ਨਾ, ਪਿੰਡਾਂ ਵਾਲੇ ਵਿੱਚ ਆਪਣੇ ਬਸ ਇਹੀ ਚੀਜ਼ ਚੱਕ ਲਓ, ਧਰ ਲਓ, ਆਹ ਕਰ ਲਾ ਯਾਰ, ਉਹ ਕਰ ਲਾ, ਇੱਥੇ ਠੀਕ ਆ ਨਾ।
ਇੱਥੇ ਮੱਗਰ ਅੱਗੇ ਮੱਕੜੀ ਵਰਗੇ ਸਾਰੇ ਸਾਡੇ ਕੋਲ ਤੁਰੇ ਫਿਰਦੇ ਇੱਥੇ ਇਹੋ ਜਿਹੇ ਨਾਮ ਵਾਲੇ ਬੰਦੇ ਆ। ਠੀਕ ਹੈ, ਤਾਂ ਕਰਕੇ ਮੇਰੀ ਅੰਗਰੇਜ਼ੀ ਦੀ ਬੜੀ ਸੀਰੀਅਸ ਨਾ ਲਿਆ ਕਰੋ। ਬਸ ਇੰਨੀ ਕਿ ਮੈਨੂੰ ਬੋਲਣੀ ਆਉਂਦੀ ਕਿ ਤੁਹਾਨੂੰ ਸਮਝ ਆ ਜਾਊਗੀ। ਅੰਗਰੇਜ਼ੀ ਤੁਹਾਨੂੰ ਪਤਾ ਹੀ ਹੈਗਾ, ਹੱਥ ਤੰਗ ਆਪਣਾ ਥੋੜ੍ਹਾ ਜਿਹਾ, ਬਾਹਲਾ ਨਹੀਂ ਹੈਗਾ, ਥੋੜ੍ਹਾ ਜਿਹਾ ਬੋਲਣ 'ਚ ਤੰਗ ਹੈਗਾ। ਠੀਕ ਹੈ, ਬਰੈਸਟ ਫੀਡਿੰਗ ਕੀ ਹੁੰਦੀ ਹੈ? ਬਰੈਸਟ ਫੀਡਿੰਗ ਹੁੰਦੀ ਹੈ ਕਿ ਔਰਤਾਂ ਦੇ ਜਿਹੜੇ ਮਤਲਬ ਛਾਤੀ ਦੇ ਵਿੱਚ ਦੁੱਧ ਦੀ ਗੱਲ ਕਹੀ ਗਈ ਹੈ। ਇਹਦੇ ਮਤਲਬ ਕਿ ਬੱਚਿਆਂ ਨੂੰ ਇਹ ਦੁੱਧ, ਮਾਂ ਦਾ ਦੁੱਧ ਸਭ ਤੋਂ ਜ਼ਿਆਦਾ ਲਾਹੇਵੰਦ ਹੁੰਦਾ ਗਾ। ਠੀਕ ਹੈ, ਉਹਦੇ ਵਾਸਤੇ ਇੱਕ ਵੀਕ ਮਨਾਇਆ ਜਾਂਦਾ ਗਾ, ਹਰ ਸਾਲ ਮਨਾਇਆ ਜਾਂਦਾ ਹੁੰਦਾ ਹੈ ਫਸਟ ਵੀਕ। ਇਹ ਕਿਹੜੇ ਮਹੀਨੇ ਦਾ ਪਹਿਲਾ ਵੀਕ ਹੈ ਜਿਹੜਾ ਹਰ ਸਾਲ ਬਰੈਸਟ ਫੀਡਿੰਗ ਦੇ ਤੌਰ 'ਤੇ ਮਨਾਇਆ ਜਾਂਦਾ? ਤਾਂ ਇਹ ਮਨਾਇਆ ਜਾਂਦਾ ਭਾਈ ਅਗਸਤ ਦਾ 1 ਤੋਂ ਲੈ ਕੇ 7 ਅਗਸਤ ਤੱਕ ਇਹ ਮਨਾਇਆ ਜਾਂਦਾ ਗਾ। ਠੀਕ ਹੈ, ਪਹਿਲਾ ਹਫ਼ਤਾ। ਆਹ ਥੀਮ ਜ਼ਰੂਰ ਦੇਖ ਲਿਓ ਇਹਦਾ। ਥੀਮ ਕੀ ਹੈ? ਪ੍ਰੋਟੈਕਟ ਬਰੈਸਟ ਫੀਡਿੰਗ ਇਹ ਸ਼ੇਅਰਡ ਰਿਸਪੋਂਸੀਬਿਲਿਟੀ, ਵੈਰੀ ਇੰਪੋਰਟੈਂਟ ਹੈ। ਇਸ ਤੋਂ ਬਾਅਦ ਆਪਰੇਸ਼ਨ ਆਉਂਦੀ ਫੁੱਲ ਚਾਂਸ ਨੇ ਭਾਈ। ਹੀਰੋਸ਼ੀਮਾ ਡੇ ਕਿਸ ਦਿਨ ਮਨਾਇਆ ਜਾਂਦਾ ਗਾ? ਹੀਰੋਸ਼ੀਮਾ ਸੀ ਇਹ ਜਾਪਾਨ ਦੇ ਵਿੱਚ ਹੈਗਾ, ਇੱਕ ਨਾਗਾਸਾਕੀ। ਇਹਨਾਂ ਦੋਨਾਂ 'ਤੇ ਪਰਮਾਣੂ ਬੰਬ ਸਿੱਟੇ ਗਏ ਸੀ। ਠੀਕ ਹੈ, ਸਭ ਤੋਂ ਪਹਿਲਾਂ ਸਿੱਟਿਆ ਗਿਆ ਸੀ ਲਿਟਲ ਬੋਏ, ਦੂਜਾ ਸਿੱਟਿਆ ਗਿਆ ਸੀ ਫੈਟ ਮੈਨ। ਠੀਕ ਹੈ, ਇਹ ਇਹ ਸਿੱਟਿਆ ਗਿਆ ਸੀ 9 ਅਗਸਤ ਨੂੰ, ਤਾਂ ਇਹ ਸਿੱਟਿਆ ਗਿਆ ਸੀ 6 ਅਗਸਤ ਨੂੰ। ਇਹ ਗੱਲ ਯਾਦ ਰੱਖਣੀ ਹੈ। ਇਹਦੇ ਵਿੱਚ ਜਰੇਰੀਅਮ ਦੀ ਵਰਤੋਂ ਕੀਤੀ ਗਈ ਸੀ, ਇਹਦੇ ਵਿੱਚ ਪਲੈਟੀਨੀਅਮ ਦੀ ਵਰਤੋਂ ਕੀਤੀ ਗਈ ਸੀ। ਇਹ ਵੀ ਗੱਲ ਪੁੱਛ ਸਕਦੇ ਆ, ਇਹ 'ਚ ਜਰੇਰੀਅਮ ਦੀ ਵਰਤੋਂ ਕੀਤੀ ਗਈ ਸੀ, 'ਚ ਪਲੈਟੀਨੀਅਮ ਦੀ ਵਰਤੋਂ ਕੀਤੀ ਗਈ ਸੀ। ਤਾਂ ਹੀਰੋਸ਼ੀਮਾ ਡੇ 6 ਅਗਸਤ ਨੂੰ, ਜਿੱਥੇ ਨਾਗਾਸਾਕੀ ਲਿਖ ਲੈਂਦੇ ਫਿਰ 9 ਅਗਸਤ ਆਉਣਾ ਸੀ। ਠੀਕ ਹੈ, 3 ਦਿਨਾਂ ਦਾ ਫਰਕ ਹੀ ਸੀ ਇਹਨਾਂ ਦਾ। ਇਸ ਤੋਂ ਬਾਅਦ ਅਗਲਾ, ਇਨ ਐਨ ਆਈਡਲ ਵਰਡ ਕਿਸ ਦੁਆਰਾ ਲਿਖੀ ਗਈ ਹੈ? ਬੁੱਕ ਲਿਖੀ ਗਈ ਹੈ ਭਾਈ ਇੱਕ। ਠੀਕ ਹੈ, ਇਨ ਐਨ ਆਈਡੀਅਲ ਵਰਡ, ਇਹ ਬੁੱਕ ਕਿਹਦੇ ਦੁਆਰਾ ਲਿਖੀ ਹੋਈ ਹੈ? ਅੰਮ੍ਰਿਤਾ ਸੇਨ ਦੁਆਰਾ ਤਾਂ ਲਿਖੀ ਨਹੀਂ ਗਈ ਇਹ, ਨਾ ਬਿਮਲ ਦੁਆਰਾ ਲਿਖੀ ਗਈ ਹੈ, ਨਾ ਇਹ ਲਿਖੀ ਗਈ ਹੈ ਕੁਨਾਲ ਬਾਸੂ ਦੁਆਰਾ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਇਹ ਬੁੱਕ ਕੁਨਾਲ ਬਾਸੂ ਦੁਆਰਾ ਲਿਖੀ ਗਈ ਹੈ। ਅਰੇ ਨੰਬਰ ਲਿਖੀ ਚੱਲੋ ਨਾਲ ਨਾਲ ਕਿੰਨੇ ਆਏ ਆ, ਬਾਹਲੇ ਲੱਗੇ ਪਏ ਸੀ ਜੀ, ਔਖੇ ਨਹੀਂ ਕਰਾਉਂਦੇ ਆ, ਹੁਣ ਔਖੀ ਹੈ। ਫਸਟ G20 ਕਲਚਰ ਮਿਨਿਸਟਰੀ ਦੀ ਮੀਟਿੰਗ ਕਿਸ ਦੁਆਰਾ ਹੋਸਟ ਕੀਤੀ ਗਈ ਪੁੱਤਰੋ? ਇੱਥੇ ਹੋਸਟ ਲਿਖਣਾ ਸੀ। ਜਿਹੜੀ ਫਸਟ G20 ਦੇ ਵਿੱਚ ਕਿੰਨੇ ਦੇਸ਼ ਹੈ? 20 ਦੇਸ਼ ਹੈ। ਇਹ ਕਲਚਰ ਮਿਨਿਸਟਰ ਦੀ ਮੀਟਿੰਗ ਹੋਈ ਸੀ ਸਾਰਿਆਂ ਦੀ, ਅਤੇ ਕਿਹੜੀ ਸਟੇਟ ਨੇ ਹੋਸਟ ਕੀਤਾ ਗਾ? ਭਾਰਤ ਨੇ, ਇਟਲੀ ਨੇ, ਅਮਰੀਕਾ ਕਿ ਜਾਪਾਨ ਨੇ? ਤਾਂ ਇਹਦਾ ਆਨਸਰ ਹੈਗਾ ਵੀ ਆਪਣਾ B ਨੰਬਰ ਆਪਸ਼ਨ ਬਿਲਕੁਲ ਸਹੀ ਹੈ। ਇਟਲੀ ਹੈ, ਜਿਹੜੀ ਇਟਲੀ ਸਟੇਟ ਆ, ਉਹਨੇ ਭਾਈ ਮੀਟਿੰਗ ਨੂੰ ਕੀ ਕੀਤਾ ਸੀ? ਅਟੈਂਡ ਕੀਤਾ ਗਾ। ਚੰਗੀ ਤਰ੍ਹਾਂ ਕਰ ਲਓ, ਇਹ ਨਹੀਂ ਪਤਾ ਪੇਪਰ ਦੇ ਵਿੱਚ ਇਹੀ ਮਿਲ ਜੇ ਤੁਹਾਨੂੰ। ਵਿਚ ਸਟੇਟ ਇਜ਼ ਦਾ ਹਾਈਐਸਟ ਪ੍ਰੋਡਿਊਸਰ ਆਫ ਕਾਰਡਾਮੋਮ? ਕਾਰਡਾਮੋਮ ਕੀ ਹੁੰਦੀ ਹੈ? ਦੱਸੋ ਕਿਹਨੂੰ ਕਹਿੰਦੇ ਹੁੰਦਾ ਕਾਰਡਾਮੋਮ? ਇਲਾਇਚੀ ਨੂੰ ਕਹਿੰਦੇ ਹੁੰਦੇ ਆ। ਠੀਕ ਹੈ, ਅਤੇ ਇਹ ਸਭ ਤੋਂ ਜ਼ਿਆਦਾ ਕਿਹੜੀ ਸਟੇਟ ਦੇ ਵਿੱਚ ਹੁੰਦੀ ਹੈਗੀ? ਸਭ ਤੋਂ ਵੱਧ ਇਹ ਕੇਰਲਾ ਦੇ ਵਿੱਚ ਹੁੰਦੀ ਹੈ। ਯਾਦ ਰੱਖਣੀ ਹੈ ਕਿਹੜੀ? ਕਾਰਡਾਮੋਮ। ਵੈਰੀ ਇੰਪੋਰਟੈਂਟ ਹੈ। ਇਹਨੂੰ ਦਾ ਮਸਾਲਿਆਂ ਦਾ ਰਾਜਾ ਵੀ ਕਿਹਾ ਜਾਂਦਾ ਇਹਨੂੰ। ਠੀਕ ਹੈ, ਅਤੇ ਮਸਾਲਿਆਂ ਦੀ ਰਾਣੀ ਕਿਹਨੂੰ ਕਿਹਾ ਜਾਂਦਾ ਗਾ? ਕਾਲੀ ਮਿਰਚ ਨਹੀਂ ਹੁੰਦੀ ਜਿਹੜੀ ਛੋਟੀ ਜਿਹੀ, ਉਹਨੂੰ ਕਿਹਾ ਜਾਂਦਾ। ਇਸ ਤੋਂ ਬਾਅਦ ਅੱਗੇ, ਦਾ ਥਰਡ ਲਾਰਜੈਸਟ ਸਟੇਟ ਆਫ ਇੰਡੀਆ, ਵੈਰੀ ਇੰਪੋਰਟੈਂਟ। ਕਹਿੰਦੇ ਆਪਣੀ ਦੇਖੋ ਪਹਿਲੀ ਸਟੇਟ ਤਾਂ ਸਾਰਿਆਂ ਨੂੰ ਪਤਾ ਕਿ ਸਭ ਤੋਂ ਵੱਡੀ ਸਟੇਟ ਕਿਹੜੀ ਹੈ? ਰਾਜਸਥਾਨ ਹੈ। ਠੀਕ ਹੈ, ਦੂਸਰੇ ਨੰਬਰ 'ਤੇ ਵੀ ਆਪਾਂ ਨੂੰ ਪਤਾ ਕਿ ਸਭ ਤੋਂ ਵੱਡੀ ਸਟੇਟ ਕਿਹੜੀ ਹੈ? ਆਪਾਂ ਨਾਲ ਦੇ ਨਾਲ ਕਹਿੰਦੇ ਨੇ ਮੱਧ ਪ੍ਰਦੇਸ਼ ਹੈ। ਇਹਨਾਂ ਨੇ ਹੁਣ ਪੁੱਛ ਲਈ ਤੀਸਰੇ ਨੰਬਰ 'ਤੇ ਸਭ ਤੋਂ ਵੱਡੀ ਸਟੇਟ ਕਿਹੜੀ ਹੈ? ਤਾਂ ਤੀਸਰੇ ਨੰਬਰ 'ਤੇ ਸਭ ਤੋਂ ਵੱਡੀ ਸਟੇਟ ਹੈਗੀ ਹੈ ਭਾਈ ਆਪਣੀ ਮਹਾਰਾਸ਼ਟਰ। ਜੇ ਕਈ ਵਾਰੀ ਪੁੱਛ ਲੈਣ ਕਿ ਚੌਥੇ ਨੰਬਰ 'ਤੇ ਸਭ ਤੋਂ ਵੱਡੀ ਸਟੇਟ ਕਿਹੜੀ ਹੈ? ਤਾਂ ਯੂਪੀ। ਆਹ 4 ਸਟੇਟਾਂ ਵੀ ਯਾਦ ਕਰ ਲਿਓ, ਅਤੇ ਇਹਦਾ ਆਨਸਰ ਹੈਗਾ C ਨੰਬਰ ਆਪਸ਼ਨ, ਥਰਡ ਪੁੱਛੀ ਇਹਨਾਂ ਨੇ। ਇਸ ਤੋਂ ਬਾਅਦ ਨੈਸ਼ਨਲ ਡਿਫੈਂਸ ਕਾਲਜ ਵਿੱਚ ਸਿਟੀ, ਜਿਹੜਾ ਆਪਣਾ ਨੈਸ਼ਨਲ ਡਿਫੈਂਸ ਕਾਲਜ ਹੈਗਾ, ਇਹ ਖੋਲ੍ਹਿਆ ਗਿਆ ਹੈਗਾ। ਇਹ ਕਿਹੜੀ ਸਿਟੀ ਦੇ ਵਿੱਚ ਖੋਲ੍ਹਿਆ ਗਿਆ ਹੈਗਾ? ਦੇਹਰਾਦੂਨ, ਲਖਨਊ, ਗਿਆ ਕਿ ਦਿੱਲੀ? ਤਾਂ ਇਹ ਖੋਲ੍ਹਿਆ ਗਿਆ ਭਾਈ ਆਪਣਾ D ਨੰਬਰ ਆਪਸ਼ਨ, ਦਿੱਲੀ ਦੇ ਵਿੱਚ ਖੋਲ੍ਹਿਆ ਗਿਆ ਹੈਗਾ। ਵੈਰੀ ਇੰਪੋਰਟੈਂਟ ਹੈ ਨੈਸ਼ਨਲ ਡਿਫੈਂਸ ਕਾਲਜ, ਫੁੱਲ ਚਾਂਸ ਦੇ ਪੇਪਰ 'ਚ ਆਉਂਦੇ ਨੇ। ਪ੍ਰੀਤ ਆਂਤਕ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈਗਾ? ਪ੍ਰੀਤ ਆਤੰਕ, ਜਿਹਨੂੰ ਆਪਾਂ ਆਤੰਕਵਾਦੀ ਕਹਿ ਦਿੰਦੇ, ਉਹ ਆਤੰਕ ਦੀ ਗੱਲ ਕਰ ਰਿਹਾ ਮੈਂ। ਇਹਦੇ ਨਾਮ ਨਾਲ ਕਿਸੇ ਸਟੇਟ ਨੂੰ ਜਾਣਿਆ ਜਾਂਦਾ? ਕਿਹੜੀ ਕੰਟਰੀ ਨੂੰ ਜਾਣਿਆ ਜਾਂਦਾ? ਤਾਂ ਇਹਦੇ ਨਾਲ ਜਾਣਿਆ ਜਾਂਦਾ ਵੀ ਜਾਪਾਨ ਨੂੰ। ਜਾਪਾਨ ਨੂੰ ਕਿਉਂ ਜਾਣਿਆ ਜਾਂਦਾ? ਪ੍ਰੀਤ ਆਤੰਕ ਕਿਉਂ ਕਿਹਾ ਜਾਂਦਾ ਗਾ? ਇਹਨੂੰ ਤਾਂ ਕਿਹਾ ਜਾਂਦਾ ਕਿਉਂਕਿ ਭਾਈ ਇੱਥੇ ਹਰ ਸਾਲ ਜਦੋਂ ਵੀ ਹੜ੍ਹ ਵੀ ਸਭ ਤੋਂ ਜ਼ਿਆਦਾ ਇੱਥੇ ਆਉਂਦੇ ਆ, ਫਲੱਡ ਕਹਿ ਦਿੰਦੇ ਜਿਹਨੂੰ ਆਪਾਂ, ਭੁਚਾਲ ਵੀ ਸਭ ਤੋਂ ਜ਼ਿਆਦਾ ਜਾਪਾਨ ਦੇ ਵਿੱਚ ਆਉਂਦੇ ਆ। ਇੰਨਾ ਕੁਛ ਹੋਣ ਦੇ ਬਾਵਜੂਦ ਵੀ ਜਾਪਾਨ ਤਰੱਕੀ ਦੇ ਵਿੱਚ ਆ, ਸਾਰੀਆਂ ਸਟੇਟਾਂ ਤੋਂ ਅੱਗੇ ਆ, ਸਾਰੀਆਂ ਕੰਟਰੀਆਂ ਤੋਂ ਅੱਗੇ ਚੱਲ ਰਿਹਾ ਜਿਹੜੇ ਟਾਈਮ ਦੇ ਵਿੱਚ। ਤਾਂ ਕਰਕੇ ਇਹਨੂੰ ਪ੍ਰੀਤ ਆਤੰਕ ਤਾਂ ਕਿਹਾ ਜਾਂਦਾ ਕਿਉਂਕਿ ਇੱਥੇ ਘਟਨਾਵਾਂ ਜਿਹੜੀਆਂ ਮਤਲਬ ਨੈਚੁਰਲ ਡਿਸਟਾਸਟਰ ਹੁੰਦੇ ਆ ਉਹ ਜ਼ਿਆਦਾ ਆਉਂਦੇ ਆ, ਨੈਚੁਰਲ ਘਟਨਾਵਾਂ ਜ਼ਿਆਦਾ ਹੁੰਦੀਆਂ ਇੱਥੇ। ਠੀਕ ਹੈ ਜੀ, ਇਸ ਤੋਂ ਬਾਅਦ ਚੱਲਦੇ ਆ ਅਗਲੇ 'ਤੇ। ਵਿੱਚ ਰੀਵਰ ਇਜ਼ ਨੋਨ ਐਜ਼ ਦਾ ਸਾਊਥ ਗੰਗਾ, ਦਕਸ਼ਣ ਗੰਗਾ।
ਦੱਖਣ ਗੰਗਾ ਇਹਨਾਂ ਦੇ ਵਿੱਚੋਂ ਕਿਹੜੀ ਨਦੀ ਨੂੰ ਕਿਹਾ ਜਾਂਦਾ ਗਾ? ਕਾਵੇਰੀ, ਜਮਨਾ, ਬ੍ਰਹਮਪੁੱਤਰਾ ਕਿ ਤਾਪਤੀ? ਤਾਂ ਬਈ ਜਿਹੜੀ ਕਾਵੇਰੀ ਨਦੀ ਹੈ ਉਹਨੂੰ ਕਿਹਾ ਜਾਂਦਾ ਗਾ ਸਾਊਥ ਗੰਗਾ, ਦਕਸ਼ਣ ਗੰਗਾ। ਹਾਈਐਸਟ ਪੀਕ ਆਫ ਸਾਊਥ ਇੰਡੀਆ, ਆ ਦੇਖੋ ਆਪਣੇ ਆ ਹੋ ਗਿਆ ਈਸਟ, ਆ ਹੋ ਗਿਆ ਵੈਸਟ, ਆ ਹੋ ਗਿਆ ਨਾਰਥ, ਆ ਹੋ ਗਿਆ ਸਾਊਥ। ਕਹਿੰਦੇ ਸਾਊਥ ਵਾਲੇ ਪਾਸੇ ਆਪਣੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਤਾਂ ਰੋਹਤਾਂਗ ਤਾਂ ਹੋ ਨਹੀਂ ਸਕਦੀ, ਤਾਂ ਇਹਦਾ ਆਨਸਰ ਆਊਗਾ ਭਾਈ ਆਪਣਾ ਐਨਾਮੁੜੀ। ਠੀਕ ਹੈ, ਏ ਨੰਬਰ ਆਪਸ਼ਨ ਹੈ। ਸਾਊਥ ਵਾਲੇ ਪਾਸੇ ਆਪਣੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਐਨਾਮੁੜੀ। ਜਿਨ੍ਹਾਂ ਨੇ ਏ ਨੰਬਰ ਆਪਸ਼ਨ ਲਾਇਆ ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈ। ਦਾ ਡੀਪਿਸਟ, ਡੀਪਿਸਟ ਮੈਨੇ ਹੁੰਦਾ ਡੂੰਘਾ। ਧਰਤੀ ਦਾ ਸਭ ਤੋਂ ਡੂੰਘਾ ਪਲੇਸ ਕਿਹੜਾ ਜਾਂ ਧਰਤੀ ਦੇ ਉੱਤੇ ਸਭ ਤੋਂ ਡੂੰਘੀ ਜਗ੍ਹਾ ਕਿਹੜੀ ਹੈ? ਬਲੈਕ, ਡੈਡ, ਰੇਵਨ, ਕੈਪਸੀਅਨ। ਸੀ ਮੈਨੇ ਹੁੰਦਾ ਸਾਗਰ। ਤਾਂ ਭਾਈ ਇਹ ਹੈਗੇ ਡੈਡ ਸਾਗਰ, ਮ੍ਰਿਤ ਸਾਗਰ ਕਹਿ ਦਿੰਦੇ ਜਿਹਨੂੰ ਆਪਾਂ ਹਿੰਦੀ ਦੇ ਵਿੱਚ, ਪੰਜਾਬੀ ਦੇ ਵਿੱਚ ਮੌਤ ਦਾ ਸਾਗਰ ਵੀ ਕਹਿ ਦਿੰਦੇ ਹਾਂ। ਠੀਕ ਹੈ, ਇਹਨੂੰ ਡੈਡ ਸਾਗਰ ਸਭ ਤੋਂ ਡੂੰਘਾ ਪਲੇਸ ਆ ਧਰਤੀ ਦੇ ਉੱਪਰ। ਕੌਨਕਾਨ ਇਜ਼ ਦਾ ਬੈਸਟ ਲੈਂਗੁਏਜ ਆਫ, ਇਹਨੂੰ ਕੌਨਕਾਨੀ ਵੀ ਕਹਿ ਦਿੰਦੇ ਆ। ਠੀਕ ਹੈ, ਇਹ ਕਿੱਥੋਂ ਦੀ ਲੋਕਲ ਲੈਂਗੁਏਜ ਹੈ? ਜਿਵੇਂ ਆਪਣੀ ਲੋਕਲ ਲੈਂਗੁਏਜ ਪੰਜਾਬੀ ਹੈ, ਉਵੇਂ ਜਿਵੇਂ ਜਿਹੜੀ ਕੌਨਕਾਨੀ ਹੈ ਇਹ ਕਿੱਥੋਂ ਦੀ ਲੋਕਲ ਲੈਂਗੁਏਜ ਹੈ? ਕੇਰਲਾ, ਗੋਆ, ਤੇਲੰਗਾਨਾ ਅਤੇ ਦਾਦਰ। ਤਾਂ ਇਹ ਹੈਗੀ ਗੋਆ ਦੀ ਭਾਈ, ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ ਜੀ, ਗੋਆ ਦੀ ਹੈ ਇਹ। ਅਤੇ ਇਹਦੇ ਵਾਸਤੇ ਇੱਕ ਇੰਸਟੀਟਿਊਟ ਵੀ ਇਸਟੈਬਲਿਸ਼ ਕੀਤਾ ਗਿਆ ਹੈਗਾ। ਇਹ ਇੰਸਟੀਟਿਊਟ ਖੋਲ੍ਹਿਆ ਗਿਆ ਹੈਗਾ, ਇਹ ਖੁੱਲ੍ਹਿਆ ਹੈਗਾ ਦਿੱਲੀ ਦੇ ਵਿੱਚ ਇਹਦਾ, ਇਹ ਗੱਲ ਵੀ ਯਾਦ ਰੱਖਣੀ ਹੈ। ਵਿਚ ਸਟੇਟ ਇਜ਼ ਦਾ ਹਾਈਐਸਟ ਪ੍ਰੋਡਿਊਸਰ ਆਫ ਸ਼ੂਗਰ ਕੇਨ, ਸ਼ੂਗਰ ਕੇਨ ਸਭ ਤੋਂ ਜ਼ਿਆਦਾ ਕਿੱਥੇ ਹੁੰਦਾ? ਗੰਨਾ, ਗੰਨਾ ਸਭ ਤੋਂ ਜ਼ਿਆਦਾ ਹੁੰਦਾ ਭਾਈ ਯੂਪੀ ਦੇ ਵਿੱਚ। ਇਹ ਗੱਲ ਯਾਦ ਰੱਖਿਆ, ਯੂਪੀ ਦੇ ਵਿੱਚ ਕਿੱਥੇ ਹੁੰਦਾ ਹੈਗਾ? ਲਖਨਊ ਦੇ ਵਿੱਚ ਵੀ। ਠੀਕ ਹੈ, ਹੁਣ ਇੱਕ ਗੁੜ ਉਤਸਵ ਮਨਾਇਆ ਗਿਆ ਸੀ, ਗੁੜ ਉਤਸਵ ਉਹ ਵੀ ਯੂਪੀ 'ਚ ਮਨਾਇਆ ਗਿਆ ਸੀ। ਕੀ ਵੀ ਪੁੱਛਣਾ ਗੁੜ ਉਤਸਵ ਕਿੱਥੋਂ ਦਾ ਉਹ ਹੈਗਾ ਤਿਉਹਾਰ ਹੈਗਾ। ਠੀਕ ਹੈ, ਇਸ ਤੋਂ ਬਾਅਦ ਅਗਲਾ ਕਹਿੰਦੇ ਸਾਡੇ ਪੂਰੇ ਵਾਤਾਵਰਨ ਵਿੱਚ ਉਹ ਕਿਹੜੀ ਗੈਸ ਹੈ ਜੋ ਕਿਸੇ ਨਾਲ ਰਿਐਕਸ਼ਨ ਨਹੀਂ ਕਰਦੀ? ਰਿਐਕਸ਼ਨ ਕੀ ਹੈ ਮਤਲਬ? ਨੋਨ ਐਕਟਿਵ ਗੈਸ। ਨੋਨ ਐਕਟਿਵ ਗੈਸ ਕਿਹੜੀ ਜਿਹੜੀ ਕਿਸੇ ਨਾਲ ਰਿਐਕਸ਼ਨ ਨਹੀਂ ਕਰਦੀ ਆਪਣੇ ਵਾਤਾਵਰਨ ਦੇ ਵਿੱਚ? ਸਭ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਵੀ ਉਹੀ ਹੈ। ਤਾਂ ਇਹ ਹੈਗੀ ਭਾਈ ਆਪਣੀ ਔਰਗਨ। ਠੀਕ ਹੈ, ਔਰਗਨ ਸਭ ਤੋਂ ਜ਼ਿਆਦਾ ਮਾਤਰਾ, ਵੈਸੇ ਨਿਆਣ ਵੀ ਹੈ ਜਿਹੜੀ ਇਹ ਵੀ ਨੋਨ ਐਕਟਿਵ ਹੈ, ਪਰ ਸਭ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਆਰਗਨ ਆ, ਤਾਂ ਕਰਕੇ ਆਪਾਂ ਆਰਗਨ ਦਾ ਨਾਂ ਲਿੱਤਾ ਹੈਗਾ। ਬਾਬਾ ਬੁੱਢਨ ਦੀਆਂ ਪਹਾੜੀਆਂ ਕਿਸ ਰਾਜ ਦੇ ਵਿੱਚ ਹਨ? ਬਾਬਾ ਬੁੱਢਨ ਦੀਆਂ ਪਹਾੜੀਆਂ ਕਿਸ ਰਾਜ ਦੇ ਵਿੱਚ ਹਨ? ਕੇਰਲਾ, ਕਰਨਾਟਕ, ਗੁਜਰਾਤ ਕਿ ਯੂਪੀ? ਤਾਂ ਇਹ ਭਾਈ ਹੈਗੀਆਂ ਆਪਣੀਆਂ ਬੀ ਨੰਬਰ ਆਪਸ਼ਨ, ਕਰਨਾਟਕ। ਜਿਹੜੇ ਬੱਚੇ ਨੇ ਕਰਨਾਟਕ ਆਨਸਰ ਲਾਇਆ ਉਹਨਾਂ ਦਾ ਜਮਾ ਸਹੀ ਹੈ। ਚਲੋ ਹੁਣ ਇੱਕ ਪ੍ਰਸ਼ਨ ਮੈਂ ਪੁੱਛਦਾ ਤੋਂ ਜਿਹੜੀਆਂ ਬਾਬਾ ਬੁੱਢਨ ਹੈ ਇਹਦੀਆਂ ਜਿਹੜੀਆਂ ਪਹਾੜੀਆਂ ਹੈਗੀਆਂ ਇੱਥੇ ਸਭ ਤੋਂ ਕਾਹਦੇ ਵਾਸਤੇ ਫੇਮਸ ਹੈ ਇਹ? ਤਾਂ ਭਾਈ ਇਹ ਫੇਮਸ ਹੈਗੀਆਂ ਚਾਹ ਵਾਸਤੇ। ਚਾਹ ਸਭ ਤੋਂ ਜ਼ਿਆਦਾ ਅਤੇ ਸਭ ਤੋਂ ਵਧੀਆ ਕੁਆਲਿਟੀ ਦੀ ਕਿੱਥੇ ਹੁੰਦੀ ਹੈ? ਬਾਬਾ ਬੁੱਢਨ ਪਹਾੜੀਆਂ 'ਤੇ ਹੁੰਦੀ ਹੈ। ਗੱਲ ਯਾਦ ਰੱਖਣੀ ਹੈ, ਬਹੁਤ ਇੰਪੋਰਟੈਂਟ ਹੈ। ਬੁੱਧ ਗ੍ਰਹਿ, ਬੁੱਧ ਗ੍ਰਹਿ ਨੂੰ ਆਪਾਂ ਮਰਕਰੀ ਕਹਿ ਦਿੰਦੇ ਹਾਂ। ਸੂਰਜ ਦਾ ਪੂਰਾ ਚੱਕਰ ਕਿੰਨੇ ਦਿਨਾਂ ਵਿੱਚ ਲਗਾ ਦਿੰਦਾ ਹੈ? 88, 225, 11, 341। ਤਾਂ ਇਹ ਲਗਾ ਦਿੰਦਾ ਭਾਈ 88 ਦਿਨਾਂ ਦੇ ਵਿੱਚ ਬੁੱਧ ਹੈ ਜਿਹੜਾ ਇਹ ਸੂਰਜ ਦਾ ਸਾਰਾ ਚੱਕਰ ਲਗਾ ਦਿੰਦਾ ਹੈ। ਇੱਕ ਗੱਲ ਤਾਂ ਇਹ ਹੈ। ਦੂਸਰਾ ਪ੍ਰਸ਼ਨ ਇਹ ਵੀ ਪੁੱਛ ਸਕਦੇ ਕਿ ਉਹ ਕਿਹੜਾ ਗ੍ਰਹਿ ਹੈਗਾ ਜਿਹੜਾ ਸਭ ਤੋਂ ਜਲਦੀ ਜਾਂ ਸਭ ਤੋਂ ਛੇਤੀ ਸੂਰਜ ਦਾ ਇੱਕ ਚੱਕਰ ਪੂਰਾ ਕਰਦਾ ਹੈਗਾ? ਤਾਂ ਇਹ ਵੀ ਭਾਈ ਬੁੱਧ ਗ੍ਰਹਿ ਹੀ ਹੈਗਾ। 2 ਆਨਸਰ ਬਣਦੇ ਇਹ ਤੋਂ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਵੈਰੀ ਵੈਰੀ ਇੰਪੋਰਟੈਂਟ ਆ। ਅਰਾਵਲੀ ਰੇਂਜ ਦੀ ਉਮਰ ਕਿੰਨੀ ਹੈ? ਪਹਿਲਾਂ ਤੁਹਾਨੂੰ ਇੱਕ ਗੱਲ ਦੱਸਦਾ, ਜਿਹੜੀ ਅਰਾਵਲੀ ਦੀਆਂ ਪਹਾੜੀਆਂ ਜਿਹੜੀਆਂ ਇਹ ਸਭ ਤੋਂ ਪੁਰਾਣੀਆਂ ਪਹਾੜੀਆਂ, ਇਹ ਗੱਲ ਯਾਦ ਰੱਖਣੀ ਹੈ। ਅਤੇ ਜੰਗ ਮਾਊਂਟੇਨ ਦੇ ਨਾਮ ਨਾਲ ਕਿਹਨੂੰ ਜਾਣਿਆ ਜਾਂਦਾ? ਹਿਮਾਲਾ ਦੀਆਂ ਪਹਾੜੀਆਂ ਨੂੰ। ਹਿਮਾਲਾ ਪਰਬਤ ਦੀਆਂ ਪਹਾੜੀਆਂ ਨੂੰ ਜੰਗ ਹਿਮਾਲਿਆ, ਅਤੇ ਅਰਾਵਲੀ ਸਭ ਤੋਂ ਪੁਰਾਣੀਆਂ ਪਹਾੜੀਆਂ ਹੈਗੀਆਂ। ਇਹ ਗੱਲ ਯਾਦ ਰੱਖਣੀ ਹੈ। ਅਤੇ ਇਹ ਕਹਿੰਦੀ ਜਿਹੜੀ ਅਰਾਵਲੀ ਰੇਂਜ ਹੈ ਆਪਣੀ, ਠੀਕ ਹੈ, ਇਹ ਕਿੰਨੇ ਸਾਲ ਪੁਰਾਣੀ ਹੈ? ਤਾਂ 450, 500, 270 ਕਿ 570। ਤਾਂ ਇਹਦਾ ਆਨਸਰ ਹੈਗਾ ਡੀ ਨੰਬਰ ਆਪਸ਼ਨ, 570 ਮਿਲੀਅਨ ਸਾਲ ਪੁਰਾਣੀਆਂ ਆਪਣੀਆਂ ਅਰਾਵਲੀ ਰੇਂਜਸ। ਸਾਡੇ ਪਾਚਨ ਤੰਤਰ ਦੇ ਵਿੱਚ ਕਿਹੜਾ ਉਹ ਤੱਤ ਹੈ ਜੋ ਬੈਕਟੀਰੀਆ ਨੂੰ ਮਾਰਦਾ ਹੈ? ਮੰਨ ਲਓ ਆਪਾਂ ਕੋਈ ਚੀਜ਼ ਖਾ ਲਈ, ਠੀਕ ਹੈ, ਉਹ ਆਪਾਂ ਨੂੰ ਕਈ ਵਾਰੀ ਅੰਦਰ ਕੀੜੀ ਕੋਈ ਚੀਜ਼ ਖਾਧੀ ਜਾਂਦੀ ਹੈ ਇਹ ਜਿਹੜੀ ਮਤਲਬ ਆਪਣੇ ਵਾਸਤੇ ਹਾਨੀਕਾਰਕ ਹੁੰਦੀ, ਆਪਾਂ ਗਲਤੀ ਨਾਲ ਖਾ ਲੈਂਦੇ ਹਾਂ। ਠੀਕ ਹੈ, ਤਾਂ ਜਿਹੜੀਆਂ ਉਹ ਚੀਜ਼ਾਂ ਹੁੰਦੀਆਂ ਅੰਦਰ ਜਾਂਦੀਆਂ ਆਪਣੇ, ਆਪਾਂ ਕੋਈ ਵੀ ਚੀਜ਼ ਖਾਂਦੇ ਜੇ ਕੀਟਾਣੂ ਵੀ ਹੁੰਦੇ ਨਾਲ ਮਾੜੇ ਮੋਟੇ। ਠੀਕ ਹੈ, ਕਈ ਵਾਰੀ ਆਪਾਂ ਹੱਥ ਧੋਣ ਜਿਵੇਂ ਚੀਜ਼ ਖਾ ਲੈਂਦੇ ਮਾੜੇ ਮੋਟੇ ਅੰਦਰ ਆਪਣੇ ਕੀਟਾਣੂ ਚਲੇ ਜਾਂਦੇ, ਹਾਨੀਕਾਰਕ ਹੁੰਦੇ ਆ। ਉਹ ਜਦੋਂ ਆਪਣੇ ਪੇਟ ਦੇ ਵਿੱਚ ਕਿਹੜੀ ਚੀਜ਼ ਜਿਹੜੀ ਉਹਨੂੰ ਮਾਰਦੀ ਹੈ, ਤਾਂ ਉਹ ਭਾਈ ਮਾਰਦੀ ਇਹਨੂੰ। ਦੇਖੋ ਪੈਪਸਿਨ ਤਾਂ ਆ ਨਹੀਂ ਸਕਦਾ, ਪੈਪਸਿਨ ਦਾ ਕੰਮ ਤਾਂ ਹੈਗਾ ਪ੍ਰੋਟੀਨ ਨੂੰ ਬਣਾਉਣਾ। ਰੈਨਿਨ ਆ ਨਹੀਂ ਸਕਦਾ, ਰੈਨਿਨ ਦਾ ਕੰਮ ਹੈਗਾ ਗਾ ਆਪਣੇ ਸਰੀਰ ਦੇ ਵਿੱਚ ਦੁੱਧ ਤੋਂ ਜਿਹੜੀਆਂ ਆਪਣੀਆਂ ਚੀਜ਼ਾਂ ਹੁੰਦੀਆਂ ਹੈਗੀਆਂ ਉਹਨਾਂ ਦਾ ਮਤਲਬ ਪਚਾਉਣਾ, ਉਹਨਾਂ ਨੂੰ ਦੁੱਧ ਨਾਲ ਰਿਲੇਟਡ ਜਿਵੇਂ ਲੱਸੀ, ਦੁੱਧ, ਦਹੀਂ, ਇਹ ਚੀਜ਼ਾਂ ਨੂੰ ਪਚਾਉਣ ਦਾ ਕੰਮ ਕਿਹੜਾ ਕਰਦਾ? ਰੈਨਿਨ। ਠੀਕ ਹੈ, ਮਾਂ ਦੇ ਵਿੱਚ ਦੁੱਧ ਬਣਾਉਣ ਦਾ ਕੰਮ ਵੀ ਰੈਨਿਨ ਨਹੀਂ ਕਰਦਾ ਗਾ। ਲੀਵਰ ਦਾ ਕੋਈ ਕੰਮ ਨਹੀਂ, ਲੀਵਰ ਦਾ ਕੰਮ ਤਾਂ ਹੈਗਾ ਖਾਣੇ ਨੂੰ ਪਚਾਉਣਾ।
ठीक है। तो ਇਹਦਾ ਆਨਸਰ ਆ ਗਿਆ ਹਾਈਡਰੋਕਲੋਰਿਕ ਐਸਿਡ ਜਿਹੜਾ ਆਪਣੇ ਸਰੀਰ ਦੇ ਵਿੱਚ ਤੇਜ਼ਾਬ ਹੁੰਦਾ ਗਾ ਉਹ ਹੈ ਜਿਹੜਾ ਭਾਈ ਉਹ ਬੈਕਟੀਰੀਆ ਨੂੰ ਮਾਰਦਾ। ਇਹਦਾ pH ਯਾਦ ਕਰ ਲਿਓ 1.5 ਤੋਂ 2.5 pH ਦੇ ਵਿੱਚ ਇਹਦਾ ਲੈਵਲ ਹੁੰਦਾ ਗਾ, ਇਹ ਗੱਲ ਯਾਦ ਰੱਖਣੀ ਹੈ। ਚਾਹ ਦੀ ਖੇਤੀ ਦੀ ਸਭ ਤੋਂ ਜ਼ਿਆਦਾਤਰ ਇਲਾਕੇ ਕਿਹੜੇ ਦੀ ਲੋੜ ਮਤਲਬ ਚਾਹ ਦੀ ਖੇਤੀ ਜ਼ਿਆਦਾਤਰ ਕਿਹੜੇ ਇਲਾਕੇ ਵਿੱਚ ਕੀਤੀ ਜਾਂਦੀ ਹੈ? ਕੂਲ ਏਰੀਆ ਦੇ ਵਿੱਚ ਨਹੀਂ ਕੀਤੀ ਜਾਂਦੀ ਬੱਚੋ, ਗਰਮ ਏਰੀਆ ਦੇ ਵਿੱਚ ਬਿਲਕੁਲ ਵੀ ਨਹੀਂ ਕੀਤੀ ਜਾਂਦੀ। ਹਿਊਮਿਡਿਟੀ ਪਲੇਸ ਨੋ, ਰੇਨੀ ਈਅਰ। ਤਾਂ ਡੀ ਨੰਬਰ ਆਪਸ਼ਨ ਆਨਸਰ ਇਹਦਾ, ਕਿਉਂਕਿ ਦੇਖੋ ਇਹ ਚਾਹ ਇੱਕ ਅਜਿਹੀ ਜਿਹੀ ਚੀਜ਼ ਹੈ ਜਿਹਨੂੰ 150 ਦੇ ਲਗਭਗ ਸੈਂਟੀਮੀਟਰ ਦੇ ਵਿੱਚ ਇਹਨੂੰ ਰੇਨ ਚਾਹੀਦੀ, ਮੀਂਹ ਚਾਹੀਦਾ ਹੁੰਦਾ। ਦੂਸਰੀ ਗੱਲ ਪਾਣੀ ਚਾਹੀਦਾ, ਪਰ ਇਹਦੀਆਂ ਪਾਣੀ ਦੇ ਜੜ੍ਹਾਂ ਦੇ ਵਿੱਚ ਨਹੀਂ ਖੜਾ ਹੋਣਾ ਚਾਹੀਦਾ। ਦੂਜੀ ਸ਼ਰਤ ਇਹਦੀ ਇਹ ਹੁੰਦੀ ਹੈ, ਠੀਕ ਹੈ। ਅਸਾਮ ਦੇ ਵਿੱਚ, ਅਸਾਮ ਬਹੁਤ ਮਸ਼ਹੂਰ ਹੈ ਚਾਹ ਵਾਸਤੇ, ਸਭ ਤੋਂ ਵੱਧ ਉਤਪਾਦਨ ਅਸਾਮ ਦੇ ਵਿੱਚ ਹੁੰਦਾ, ਠੀਕ ਹੈ। ਤਾਂ ਰੇਨੀ ਪਲੇਸ ਦੇ ਵਿੱਚ ਇਹ ਚਾਹ ਬੀਜੀ ਜਾਂਦੀ ਹੈ। ਇਹਨਾਂ ਵਿੱਚੋਂ ਕਿਹੜੀ ਸਟੇਟ ਹੈ ਜਿਸ ਵਿੱਚ ਪੰਚਾਇਤੀ ਰਾਜ ਬਿਲਕੁਲ ਵੀ ਨਹੀਂ ਹੈ? ਇੱਕ ਵੀ ਉਹਦੇ ਵਿੱਚ ਪੰਚਾਇਤੀ ਰਾਜ ਦੀ ਕੋਈ ਗੱਲ ਨਹੀਂ ਹੈਗੀ, ਨਾ ਹੀ ਉੱਥੇ ਕੋਈ ਪੰਚਾਇਤ ਹੈਗੀ ਹੈ। ਰਾਜਸਥਾਨ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਬਣੀ ਸੀ, ਤਾਂ ਆਨਸਰ ਆ ਨਹੀਂ ਸਕਦਾ। ਯੂਪੀ 'ਚ ਵੀ ਹੈਗੀ ਹੈ, ਮੱਧ ਪ੍ਰਦੇਸ਼ ਦੇ ਵਿੱਚ, ਤਾਂ ਮਿਜ਼ੋਰਮ ਇਹਦਾ ਆਨਸਰ ਆ ਭਾਈ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ, ਇੱਥੇ ਕੋਈ ਵੀ ਪੰਚਾਇਤੀ ਰਾਜ ਬਿਲਕੁਲ ਸਥਾਪਿਤ ਨਹੀਂ ਹੈਗਾ। ਜਿਹੜੇ ਬੱਚੇ ਨੇ ਡੀ ਨੰਬਰ ਆਪਸ਼ਨ ਲਾਇਆ ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈ। ਲੋਕ ਸਭਾ ਨੂੰ ਕੌਣ ਭੰਗ ਕਰ ਸਕਦਾ ਹੈ? ਬਹੁਤ ਵਾਰੀ ਕਰਵਾਤਾ। ਲੋਕ ਸਭਾ ਨੂੰ ਕੌਣ ਭੰਗ ਕਰ ਸਕਦਾ? ਉਪ ਰਾਸ਼ਟਰਪਤੀ, ਸਪੀਕਰ, ਰਾਸ਼ਟਰਪਤੀ ਕਿ ਪ੍ਰਧਾਨ ਮੰਤਰੀ? ਤਾਂ ਲੋਕ ਸਭਾ ਨੂੰ ਵੀ ਭੰਗ ਕਰ ਸਕਦਾ, ਇਹ ਹੱਕ ਸਿਰਫ ਰਾਸ਼ਟਰਪਤੀ ਕੋਲੇ ਹੈ, ਹੋਰ ਕਿਸੇ ਕੋਲੇ ਨਹੀਂ। ਤਾਂ ਸੀ ਨੰਬਰ ਆਪਸ਼ਨ ਜਿਹੜੇ ਬੱਚੇ ਨੇ ਆਨਸਰ ਲਾਇਆ ਉਹਨਾਂ ਦਾ ਬਿਲਕੁਲ ਸਹੀ ਹੈ। ਲੋਕ ਸਭਾ ਸਪੀਕਰ ਆਪਣਾ ਅਸਤੀਫਾ ਕਿਸ ਨੂੰ ਦਿੰਦਾ? ਜਿਹੜਾ ਲੋਕ ਸਭਾ ਦਾ ਸਪੀਕਰ ਹੁੰਦਾ ਗਾ ਇਹ ਆਪਣਾ ਅਸਤੀਫਾ ਕਿਸ ਨੂੰ ਦਿੰਦਾ? ਤੁਹਾਨੂੰ ਬਹੁਤ ਵਾਰੀ ਕਰਵਾਇਆ ਵਾ। ਦੇਖੋ ਜਿਵੇਂ ਪ੍ਰੈਜ਼ੀਡੈਂਟ ਹੈ, ਪ੍ਰੈਜ਼ੀਡੈਂਟ ਆਪਦਾ ਅਸਤੀਫਾ ਕਿਹਨੂੰ ਦੇਊਗਾ? ਡਿਪਟੀ ਪ੍ਰੈਜ਼ੀਡੈਂਟ, ਉਪ ਰਾਸ਼ਟਰਪਤੀ ਨੂੰ। ਅਤੇ ਉਪ ਰਾਸ਼ਟਰਪਤੀ ਆਪਣਾ ਅਸਤੀਫਾ ਕਿਹਨੂੰ ਦੇਊਗਾ? ਰਾਸ਼ਟਰਪਤੀ ਨੂੰ। ਉਵੇਂ ਜਿਵੇਂ ਸਪੀਕਰ ਆਪਣਾ ਅਸਤੀਫਾ ਕਿਸ ਨੂੰ ਦੇਊਗਾ? ਡਿਪਟੀ ਸਪੀਕਰ ਨੂੰ। ਡਿਪਟੀ ਸਪੀਕਰ ਆਪਦਾ ਅਸਤੀਫਾ ਕਿਹਨੂੰ ਦੇਊਗਾ? ਸਪੀਕਰ ਨੂੰ। ਤਾਂ ਇਹਨਾਂ ਨੇ ਪੁੱਛਿਆ ਕਿ ਲੋਕ ਸਭਾ ਸਪੀਕਰ ਆਪਣਾ ਅਸਤੀਫਾ ਕਿਸ ਨੂੰ ਦੇਊਗਾ? ਤਾਂ ਇਹ ਦੇਊਗਾ ਡਿਪਟੀ ਸਪੀਕਰ ਨੂੰ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਇਹਨਾਂ ਦੇ ਸਪੀਕਰ ਦੇ ਰੈਂਕ ਦੇ ਬਰਾਬਰ ਕਿਹੜਾ ਰੈਂਕ ਮੰਨਿਆ ਜਾਂਦਾ ਹੈ? ਸਪੀਕਰ ਦਾ ਜਿਹੜਾ ਰੈਂਕ ਹੁੰਦਾ ਉਹ ਕਿਸ ਦੇ ਬਰਾਬਰ ਹੈਗਾ? PM ਦੇ ਬਰਾਬਰ? ਇਹਦੇ ਬਰਾਬਰ ਤਾਂ ਹੈ ਨਹੀਂ, ਕਿਉਂਕਿ PM ਕੋਲ ਜਾ ਕੇ ਕੈਬਨਿਟ ਵੀ ਹੁੰਦੀ ਹੈ, ਤਾਂ ਸਪੀਕਰ ਕੋਲ ਕੋਈ ਕੈਬਨਿਟ ਹੈ ਨਹੀਂ। ਕੈਬਨਿਟ ਮਿਨਿਸਟਰਾਂ ਨਾਲ ਤਾਂ ਕੋਈ ਸੰਬੰਧ ਹੀ ਨਹੀਂ ਹੈਗਾ, ਠੀਕ ਹੈ। CGI ਕਿ ਪ੍ਰੈਜ਼ੀਡੈਂਟ ਦੇ ਬਰਾਬਰ ਹੈ ਨਹੀਂ, ਕਿਉਂਕਿ ਇਹ ਆਪਣੀ ਮਰਜ਼ੀ ਨਾਲ ਕੋਈ ਬਿੱਲ ਨਹੀਂ ਪਾਸ ਕਰ ਸਕਦਾ। ਤਾਂ ਰਹੇਗੀ ਆਪਸ਼ਨ CGA ਨੂੰ ਕਿਉਂ ਕਿਹਾ ਜਾਂਦਾ? CGA ਕੀ ਹੁੰਦਾ? ਚੀਫ ਜਸਟਿਸ ਆਫ ਇੰਡੀਆ ਦੇ ਰੈਂਕ ਦੇ ਬਰਾਬਰ ਹੈ, ਕਿਉਂਕਿ ਚੀਫ ਜਸਟਿਸ ਆਫ ਇੰਡੀਆ ਦਾ ਵੀ ਫੈਸਲਾ ਸੁਣਾਉਣਾ ਗਾ, ਅਤੇ ਜਿਹੜਾ ਇਹ ਸਪੀਕਰ ਹੈ ਇਹਦਾ ਕੰਮ ਵੀ ਫੈਸਲਾ ਸੁਣਾਉਣਾ ਗਾ। ਤਾਂ ਕਰਕੇ ਇਹਦਾ ਆਨਸਰ ਜਿਹੜਾ ਬਿਲਕੁਲ ਕਰੈਕਟ ਬਣਦਾ ਗਾ ਉਹ ਬਣਦਾ ਸੀ ਨੰਬਰ ਆਪਸ਼ਨ। ਸਪੀਕਰ ਦਾ ਰੈਂਕ CGI ਦੇ ਬਰਾਬਰ ਹੁੰਦਾ, ਚੀਫ ਜਸਟਿਸ ਆਫ ਇੰਡੀਆ ਦੇ ਬਰਾਬਰ ਹੁੰਦਾ ਗਾ। ਦਾ ਟੋਟਲ ਏਰੀਆ ਆਫ ਪੰਜਾਬ, ਮੈਂ ਤੁਹਾਨੂੰ ਦੱਸ ਕੇ ਗਿਆ ਸੀ ਵੈਸੇ 50,362 ਕਿਲੋਮੀਟਰ ਪਰ ਸਕੇਟ। ਜੇ ਤੁਹਾਨੂੰ ਇਹ ਚੀਜ਼ ਨਹੀਂ ਮਿਲਦੀ ਤਾਂ ਇਹਦੇ ਨੇੜੇ ਤੇੜੇ ਕੋਈ ਵੀ ਪ੍ਰਸ਼ਨ ਮਿਲਦਾ ਗਾ ਇਹਦੇ ਨੇੜੇ ਤੇੜੇ ਦੀ ਸੰਖਿਆ ਵਾਲਾ, ਤਾਂ ਉਹ ਤੁਸੀਂ ਲਾ ਦੇਣਾ, ਤਾਂ ਇਹਦਾ ਆਨਸਰ ਆ ਜੂਗਾ A ਨੰਬਰ ਆਪਸ਼ਨ। ਪੰਜਾਬ ਦਾ ਭਾਈ ਇੰਨਾ ਏਰੀਆ ਹੈਗਾ। ਪੰਜਾਬ ਦਾ ਸਟੇਟ ਪੰਛੀ ਦਾ ਕੀ ਨਾਮ ਹੈ? ਪੰਜਾਬ ਦਾ ਸਟੇਟ ਪੰਛੀ ਕਿਹੜਾ ਹੈਗਾ? ਗੋਸ਼ਕ, ਬਾਜ ਕਿ ਦੋਵੇਂ ਕਿ ਕੋਈ ਨਹੀਂ? ਦੇਖੋ ਦੋਵੇਂ ਆਨਸਰ ਆਊਗਾ ਇਹਦਾ, ਬਾਜ ਨੂੰ ਹੀ ਗੋਸ਼ਕ ਕਹਿ ਦਿੰਦੇ ਹੈਗੇ, ਠੀਕ ਹੈ। ਗੱਲ ਯਾਦ ਰੱਖੀ, ਜਿਹੜੇ ਬੱਚੇ C ਨੰਬਰ ਆਪਸ਼ਨ ਲਾਇਆ ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈਗਾ। ਸਿੰਘ ਸਭਾ ਲਹਿਰ ਕਦੋਂ ਬਣੀ ਸੀ? ਵੈਰੀ ਇੰਪੋਰਟੈਂਟ ਆ ਭਾਈ, ਇਹ ਪ੍ਰਸ਼ਨ ਪੁੱਛਣ ਦੇ ਫੁੱਲ ਪਾਉਣ ਚਾਂਸ ਨੇ ਪੇਪਰ ਦੇ ਵਿੱਚ। ਦੱਸੋ ਭਾਈ ਜਿਹੜੀ ਸਿੰਘ ਸਭਾ ਲਹਿਰ ਹੈਗੀ ਇਹ ਕਦੋਂ ਬਣੀ ਸੀ? 4 ਆਪਸ਼ਨ ਤੁਹਾਡੇ ਸਾਹਮਣੇ ਹੈਗੀਆਂ। ਇੱਕ ਤਾਂ ਹੈਗੀ 1800, ਇੱਕ 1839, ਇੱਕ 1879 ਅਤੇ ਇੱਕ 1899, ਠੀਕ ਹੈ। ਤਾਂ ਦੱਸੋ ਭਾਈ ਇਹਦਾ ਆਨਸਰ ਦਿਓ। ਤਾਂ ਭਾਈ ਇਹਦਾ ਆਨਸਰ ਹੈਗਾ ਗਾ ਆਪਣਾ C ਨੰਬਰ ਆਪਸ਼ਨ। C ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈਗਾ, ਠੀਕ ਹੈ ਜੀ। ਦੂਸਰੀ ਗੱਲ ਇਹ ਕਰਦੇ ਇਹਦਾ ਫਾਊਂਡਰ ਕੌਣ ਸੀ? ਸਿੰਘ ਸਭਾ ਦਾ ਫਾਊਂਡਰ ਕੌਣ ਸੀ? ਤਾਂ ਇਹਦਾ ਲੀਡ ਕੌਣ ਕਰਦਾ ਸੀ? ਇਹਨੂੰ ਕਰ ਰਿਹਾ ਸੀ ਲੀਡ ਭਾਈ ਠਾਕਰ ਸਿੰਘ ਸੰਧਾਵਾਲੀਆ, ਠੀਕ ਹੈ। ਇਹਦੇ ਨਾਲ ਇਹਦੇ ਕੌਣ ਸੀ? ਗਿਆਨੀ ਗਿਆਨ ਸਿੰਘ, ਠੀਕ ਹੈ। ਇਹ ਅੰਮ੍ਰਿਤਸਰ ਵਿਖੇ ਫਾਊਂਡ ਕੀਤੀ ਗਈ ਸੀ, ਇਹ ਗੱਲ ਵੀ ਯਾਦ ਰੱਖਣੀ ਹੈ ਤੁਸੀਂ, ਠੀਕ ਹੈ ਜੀ। ਇਹ ਭੁੱਲਣਾ ਨਹੀਂ ਹੈਗਾ, ਓਕੇ ਜੀ। ਇਸ ਤੋਂ ਬਾਅਦ ਚੱਲਦੇ ਹਾਂ ਆਪਾਂ ਅਗਲੇ ਸਵਾਲ 'ਤੇ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਵਿੱਚ ਉਰਦੂ ਅਤੇ ਅਰਬੀ ਕਿਸ ਤੋਂ ਸਿੱਖੀ ਸੀ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਰਦੂ ਅਤੇ ਅਰਬੀ ਕਿਸ ਤੋਂ ਸਿੱਖੀ ਸੀ? ਮੌਲਵੀ ਤੋਂ, ਤਿਆਗਮਲ ਤੋਂ, ਹਰੀ ਸਿੰਘ, ਰਣਜੀਤ ਸਿੰਘ ਮਰਾਲਾ ਤੋਂ। ਅਤੇ ਇਹਨਾਂ ਨੇ ਸਿੱਖੀ ਸੀ ਮੌਲਵੀ ਤੋਂ, ਠੀਕ ਹੈ। ਕੀ ਸਿੱਖੀ ਸੀ? ਉਰਦੂ ਅਤੇ ਅਰਬੀ। ਸਿੱਖਾਂ ਦਾ ਮੱਕਾ ਕਿਸ ਨੂੰ ਕਿਹਾ ਜਾਂਦਾ ਗਾ? ਜਿਵੇਂ ਮੁਸਲਮਾਨ ਕਹਿੰਦੇ ਨੇ ਮੱਕੇ ਜਾ ਅਰਜ ਗੁਜ਼ਾਰਾ ਹੈ, ਜੇ ਬਾਹਲਾ ਕੁਛ ਕਹਿੰਦੇ ਹੁੰਦੇ ਮੱਕਾ, ਕਿਉਂਕਿ ਸ਼ਾਹ ਮੁਹੰਮਦ ਦਾ ਜਨਮ ਉੱਥੇ ਹੋਇਆ ਸੀ ਮੱਕੇ ਵਿਖੇ। ਜਿਵੇਂ ਕਹਿੰਦੇ ਮੁਸਲਮਾਨ ਮੱਕੇ ਬਣੀ ਮੂੰਹ ਕਰਕੇ ਨਮਾਜ਼ ਪੜ੍ਹਦੇ ਆ,
ਤਾਂ ਉਵੇਂ ਜਿਵੇਂ ਸਿੱਖਾਂ ਦਾ ਮੱਕਾ ਕਿਹੜਾ ਗਾ, ਤਾਂ ਸਿੱਖਾਂ ਦਾ ਮੱਕਾ ਕਹਿੰਦੇ ਅਨੰਦਪੁਰ ਸਾਹਿਬ, ਰਾਮਦਾਸਪੁਰਾ ਸਰਹੰਦ ਕੇ ਗੋਬਿੰਦ ਵਾਲਾ, ਤਾਂ ਇਹਨੇ ਰੰਸ ਲਿਖਿਆ ਗਾ ਰਾਮਦਾਸਪੁਰਾ ਸਿੱਖਾਂ ਦਾ ਮੱਕਾ, ਜਿਹਨੂੰ ਆਪਾਂ ਅੰਮ੍ਰਿਤਸਰ ਦੇ ਨਾਂ ਨਾਲ ਵੀ ਜਾਣਦੇ ਹਾਂ। ਸਿੱਖਾਂ ਦੀ ਬਾਈਬਲ ਕਿਸ ਨੂੰ ਕਿਹਾ ਜਾਂਦਾ ਗਾ? ਬਾਈਬਲ ਜੇ ਜਸੂਮ ਸੀ ਆਪਣੇ, ਠੀਕ ਹੈ, ਧਰਮ ਦੇ ਲੋਕ ਆ, ਸਾਈ ਧਰਮ ਦੇ ਲੋਕ ਆ, ਉਹਨਾਂ ਦੇ ਜਿਹੜਾ ਧਾਰਮਿਕ ਗ੍ਰੰਥ ਨੂੰ ਬਾਈਬਲ ਕਿਹਾ ਜਾਂਦਾ ਗਾ, ਠੀਕ ਹੈ। ਉਵੇਂ ਜਿਵੇਂ ਕਹਿੰਦੇ ਸਿੱਖਾਂ ਦੀ ਬਾਈਬਲ ਕਿਸ ਨੂੰ ਕਿਹਾ ਜਾਂਦਾ? ਸਿੱਖਾਂ ਦੀ ਬਾਈਬਲ ਕਿਹਾ ਜਾਂਦਾ ਸੁਖਮਨੀ ਸਾਹਿਬ, ਆਦਿ ਗ੍ਰੰਥ, ਸ਼੍ਰੀ ਗੁਰੂ ਗ੍ਰੰਥ ਸਾਹਿਬ ਕਿ ਚੰਡੀ ਦੀ ਵਾਰ, ਤਾਂ ਇਹਦਾ ਆਨਸਰ ਹੈਗਾ ਗਾ ਆਦਿ ਗ੍ਰੰਥ, ਠੀਕ ਹੈ। ਫਰੰਟੀਅਰ ਗਾਂਧੀ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਗਾ? ਫਰੰਟੀਅਰ ਗਾਂਧੀ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ? ਅਬਦੁਲ ਗਫਾਰ, ਸਰੋਜਨੀ ਨਾਇਡੂ, ਰਵਿੰਦਰਨਾਥ ਕੇ ਅਲੀ ਬਾਬਾ, ਤਾਂ ਭਾਈ ਇਹ ਜਾਣਿਆ ਜਾਂਦਾ ਫਰੰਟੀਅਰ ਗਾਂਧੀ ਦੇ ਨਾਮ ਨਾਲ। ਏ ਨੰਬਰ ਆਪਸ਼ਨ ਅਬਦੁਲ ਗਫਾਰ ਖਾਨ। ਆਹ ਪ੍ਰਸ਼ਨ ਬਹੁਤ ਇੰਪੋਰਟੈਂਟ ਹੈ। ਭਾਰਤ ਦਾ ਵਿਸਮਿਕ ਕਿਸ ਨੂੰ ਕਿਹਾ ਜਾਂਦਾ ਗਾ? ਭਾਰਤ ਦਾ ਵਿਸਮਿਕ ਕਿਸ ਨੂੰ ਕਿਹਾ ਜਾਂਦਾ? ਇਹ ਕਿਹਾ ਜਾਂਦਾ ਗਾ ਸਰਦਾਰ ਵੱਲਭ ਭਾਈ ਪਟੇਲ ਨੂੰ, ਸਰਦਾਰ ਹਰੀ ਸਿੰਘ ਨੂੰ, ਲਾਲਾ ਲਾਜਪਤ ਤੇ ਕ੍ਰਿਸ਼ਨ ਗੋਖਲੇ ਨੂੰ। ਤਾਂ ਸਰਦਾਰ ਵੱਲਭ ਭਾਈ ਪਟੇਲ ਨੂੰ ਕੀ ਭਾਰਤ ਦਾ ਵਿਸਮਿਕ ਕਿਹਾ ਜਾਂਦਾ ਗਾ? ਇਹ ਗੱਲ ਹੋਰ ਅੱਧੇ ਬੱਚੇ ਗੱਲ ਕਹੀ ਜਾਂਦੇ ਜਿਹੜੀ ਤੁਸੀਂ ਇਹ ਕਰਵਾਈ ਜਾਂਦੇ ਹੋ ਜੀ, ਆਪਣਾ ਜਿਵੇਂ ਅੱਜ ਕਰਵਾਇਆ ਤੁਹਾਨੂੰ ਅਵਾਰਡ ਹੋ ਗਏ, ਤਾਂ ਹੋਰ ਵੀ ਕੀ ਚੀਜ਼ਾਂ ਕਰਵਾਈਆਂ ਤਾਂ ਸਿਲੇਬਸ ਦੇ ਵਿੱਚ ਹੈ ਨਹੀਂ। ਗੱਲ ਸੁਣ ਲਓ ਜੀ, ਸਾਰੇ ਬੱਚਿਆਂ ਨੂੰ ਇੱਕ ਮੈਂ ਗੱਲ ਦੱਸਣੀ ਚਾਹੁੰਦਾ ਗਾ, ਉਹਨਾਂ ਨੇ ਸਿਲੇਬਸ ਆਪ ਤੋਂ ਪੁੱਛ ਕੇ ਨਹੀਂ ਪਾਉਣਾ, ਠੀਕ ਹੈ। ਜਿਹੜਾ ਨੇ ਸਿਲੇਬਸ ਦਿੱਤਾ ਇੱਕ ਫਾਰਮੈਲਿਟੀ ਕਰਦੇ ਹੁੰਦੇ ਆ ਕਿ ਅਸੀਂ ਦੱਸਤਾ ਸਿਲੇਬਸ ਕਿਤੋਂ ਮਰਜ਼ੀ ਪਾ ਸਕਦੇ ਆ। ਇਹ ਗੱਲਾਂ ਦੇ ਵਿੱਚ ਭੁਲੇਖਾ ਛੱਡ ਦਿਓ, ਕੰਮ ਤੋਂ ਭੱਜਣਾ ਛੱਡ ਦਿਓ। ਜਿਹੜੇ ਬੱਚੇ ਇਹ ਗੱਲ ਪੁੱਛਦੇ ਨੇ ਕਿ ਇਹਦਾ ਸਿਲੇਬਸ ਦੇ ਵਿੱਚ ਹੈ ਨਹੀਂ, ਉਹ ਬੱਚੇ ਕੰਮ ਚੋਰ ਹੈ, ਠੀਕ ਹੈ। ਮੈਨੂੰ ਕੋਈ ਸ਼ਰਮ ਨਹੀਂ ਹੈਗੀ ਗੱਲ ਕਹਿਣ ਦੀ, ਮੈਂ ਸਿੱਧੀ ਗੱਲ ਕਹਿਣਾ ਚਾਹੁੰਦਾ, ਜਿਹੜੇ ਪੁੱਛਦੇ ਕਿ ਇਹਦਾ ਸਿਲੇਬਸ ਦੇ ਵਿੱਚ ਹੈ ਨਹੀਂ ਜੀ, ਉਹ ਕੰਮ ਚੋਰ ਹੈ। ਕੰਮ ਚੋਰ ਕਿਉਂ ਹੈ? ਕਿਉਂਕਿ ਉਹ ਆਪਣੇ ਆਪ ਨੂੰ ਕਸ਼ਟ ਨਹੀਂ ਦੇਣਾ ਚਾਹੁੰਦੇ। ਉਹ ਚਾਹੁੰਦੇ ਕਿ ਨੌਕਰੀ ਮਿਲ ਜੇ ਪਰ ਮਿਲੇ ਸੌਖੇ ਤਰੀਕੇ ਨਾਲ, ਠੀਕ ਹੈ। ਨੌਕਰੀ ਮਿਲ ਜੇ ਪਰ ਮਿਲੇ ਸੌਖੇ ਤਰੀਕੇ ਨਾਲ। ਜੇ ਸੌਖੇ ਤਰੀਕੇ ਨਾਲ ਨੌਕਰੀ ਮਿਲਣੀ ਹੁੰਦੀ ਨਾ, ਫਿਰ ਤਾਂ ਸਾਰੇ ਪੰਜਾਬ ਨੂੰ ਨੌਕਰੀਆਂ ਮਿਲ ਜਾਂਦੀਆਂ, ਫਿਰ ਆਪਾਂ ਨੂੰ ਇੱਥੇ ਮੇਰੇ ਕੋਲ ਪੜ੍ਹਨ ਦੀ ਲੋੜ ਨਹੀਂ ਸੀ ਤੁਹਾਨੂੰ, ਠੀਕ ਹੈ। ਤਾਂ ਜਿਹੜੀ ਚੀਜ਼ ਵੀ ਕਰਵਾਉਣਾ ਗਾ, ਮੈਂ ਆਪਦੇ ਐਕਸਪੀਰੀਅੰਸ ਦੇ ਹਿਸਾਬ 'ਤੇ ਕਰਵਾਉਣਾ। ਮੈਨੂੰ ਪਤਾ ਕਿ ਪੇਪਰ ਵਿੱਚ ਕੀ ਪੁੱਛਿਆ ਜਾਣਾ, ਕੀ ਨਹੀਂ ਪੁੱਛਿਆ ਜਾਣਾ। ਬਾਅਦ ਵਿੱਚ ਤੁਸੀਂ ਆ ਕੇ ਕਹਿ ਦੇਣਾ ਜੀ ਇਹ ਤਾਂ ਤੁਸੀਂ ਕਰਵਾਇਆ ਨਹੀਂ ਸੀ, ਇਹ ਤਾਂ ਪੇਪਰ ਜੀ ਬਾਹਰੋਂ ਆ ਗਿਆ ਜੀ, ਪੇਪਰ ਐਂ ਹੋ ਗਿਆ, ਅਤੇ ਫਿਰ ਕੀ ਕਰੋਗੇ? ਫਿਰ ਡਾਂਗ ਫਿਰੂਗੀ, ਠੀਕ ਹੈ। ਤਾਂ ਕਰਕੇ ਜਿਹੜੀ ਚੀਜ਼ ਕਹਿਣਾ ਕਿ ਕਰਾਉਣਾ ਗਾ ਚੰਗੀ ਤਰ੍ਹਾਂ ਕਰ ਲਿਆ ਕਰੋ ਉਹ, ਠੀਕ ਹੈ। ਅਤੇ ਇਹ ਨਾ ਦੇਖਿਆ ਕਰੋ ਕਿ ਆਹ ਸਿਲੇਬਸ ਦੇ ਵਿੱਚ ਹੈ ਨਹੀਂ, ਫਲਾਣਾ ਸਿਲੇਬਸ ਦੇ ਵਿੱਚ ਹੈ ਨਹੀਂ। ਆਪਣੀ ਜੋ ਸਰਕਾਰੀ ਆਊਟ ਆਫ ਸਿਲੇਬਸ ਚੱਲ ਰਹੀ ਹੈ ਅਤੇ ਆਪਾਂ ਕੀ ਚੀਜ਼ਾਂਗੇ, ਠੀਕ ਹੈ। ਅਤੇ ਚਲੋ ਅਗਲੇ ਪ੍ਰਸ਼ਨ 'ਤੇ। ਅੰਡੇਮਾਨ ਸੈਲੂਲਰ ਜੇਲ੍ਹ ਦੀਆਂ ਕੰਧਾਂ ਉੱਪਰ ਕਿਸ ਦੇ ਦੁਆਰਾ ਭਾਰਤ ਦਾ ਇਤਿਹਾਸ ਲਿਖਿਆ ਗਿਆ ਸੀ? ਇਹ ਬੰਦੇ ਨੇ ਭਾਰਤ ਜਿਹੜੇ ਅੰਡੇਮਾਨ ਨਿਕੋਬਾਰ 'ਤੇ ਇਹ ਜੇਲ੍ਹ ਹੈ, ਅੰਡੇਮਾਨ ਸੈਲੂਲਰ ਜੇਲ੍ਹ ਹੈ ਜਿਹੜੀ ਅੰਡੇਮਾਨ ਨਿਕੋਬਾਰ ਨੂੰ 10 ਡਿਗਰੀ ਚੰਨਲ ਅਲੱਗ ਕਰਦਾ ਦੀ ਰਾਜਧਾਨੀ ਕਿਹੜੀ ਹੈ? ਪੋਰਟ ਬਲੇਅਰ। ਅਤੇ ਇਹਦਾ ਵੀ ਕੀ ਹੈਗਾ? ਇਹਦਾ ਹੈਗਾ ਗਾ ਮਤਲਬ ਕਿਹੜਾ ਬੰਦਾ ਸੀ ਜਿਹਨੇ ਕੰਧਾਂ 'ਤੇ ਇਤਿਹਾਸ ਲਿਖਤਾ ਸੀ ਅੰਡੇਮਾਨ ਨਿਕੋਬਾਰ ਦੀਆਂ? ਅਤੇ ਇਹ ਲਿਖਤਾ ਸੀ ਭਾਈ ਆਪਣੇ ਵੀਰ ਸਾਵਰਕਰ ਨੇ। ਇਹ ਗੱਲ ਯਾਦ ਰੱਖਣੀ ਨਾ। 35 ਦੇ 35 ਆਪਣੇ GK ਕੰਪਲੀਟ ਹੋ ਚੁੱਕੀ ਹੈ। ਇਹ 'ਚ ਦੇਖ ਲਓ ਭਾਈ ਤੁਹਾਡੇ ਕਿੰਨੇ ਨੰਬਰ ਬਣ ਗਏ, ਠੀਕ ਹੈ। ਹੁਣ ਆਪਾਂ ਚੱਲਦੇ ਹਾਂ ਰੀਜ਼ਨਿੰਗ 'ਤੇ। ਦੇਖੋ A ਅਤੇ B ਜੀ ਦੀਆਂ ਭੈਣਾਂ ਹਨ। A ਅਤੇ B ਹੈ ਜਿਹੜੀਆਂ ਇਹ ਦੋਨੇ ਕਿਹਦੀਆਂ? ਜੀ ਦੀਆਂ ਭੈਣਾਂ ਹੈਗੀਆਂ, ਠੀਕ ਹੈ। ਇਹਨੂੰ ਬਣਾਉਣਾ ਸਿੱਖ ਲਓ ਪਹਿਲਾਂ। ਸਭ ਤੋਂ ਪਹਿਲਾਂ ਰਕਮ ਮਿੱਤਰੋ ਦੇਖੋ, ਜਿਵੇਂ ਆਪਾਂ ਨੂੰ ਪਤਾ ਕਿ ਜਿਹੜੀ ਜੀ ਹੈ A ਅਤੇ B ਜੀ ਦੀਆਂ ਭੈਣਾਂ ਹਨ, ਠੀਕ ਹੈ। A ਅਤੇ B ਹੈ ਜਿਹੜੀਆਂ ਉਹ ਜੀ ਦੀਆਂ ਭੈਣਾਂ ਹੈਗੀਆਂ। ਇਹ ਗੱਲ ਦੋਨੇ ਕਲੀਅਰ ਕਰਤੀ ਆਪਾਂ ਨੂੰ। ਕਹਿਣਾ ਮਤਲਬ ਕਿ ਦੋਨੇ ਇਹ ਕੁੜੀਆਂ ਹੈਗੀਆਂ। ਜੇ ਕੁੜੀਆਂ ਹੁੰਦੇ ਤਾਂ ਮੈਨਸ ਲਾ ਲਿਆ ਕਰੋ, ਠੀਕ ਹੈ। ਇਸ ਤੋਂ ਬਾਅਦ ਕੀ ਕਹਿੰਦੇ ਇਹ ਜਿਹੜਾ B ਹੈ ਉਹ H ਅਤੇ J ਦੀ ਬੇਟੀ ਹੈ। ਜਿਹੜੀ B ਹੈ ਆਹ B ਪਈ ਹੈ ਇਹ ਬੇਟੀ ਹੈ H ਅਤੇ J ਦੀ, ਠੀਕ ਹੈ। H ਅਤੇ J ਦੀ ਇਹ ਬੇਟੀ ਹੈ ਕੌਣ? B, ਠੀਕ ਹੈ। Q ਹੈ ਜਿਹੜਾ ਉਹ J ਦਾ ਸਹੁਰਾ ਹੈ। ਜਿਹੜਾ Q ਹੈਗਾ ਉਹ ਸਹੁਰਾ J ਦਾ, ਠੀਕ ਹੈ ਜੀ। R ਹੈ ਜਿਹੜਾ ਉਹ P ਦਾ ਪੁੱਤਰ ਹੈ। ਜਿਹੜਾ R ਹੈਗਾ ਉਹ P ਦਾ ਪੁੱਤਰ ਹੈ। P ਤਾਂ ਇੱਥੇ ਹੈ ਨਹੀਂ ਕਿਤੇ, ਇੱਕ ਮਿੰਟ, ਹਾਂਜੀ ਠੀਕ ਹੈ। ਇਸ ਤੋਂ ਬਾਅਦ ਜਿਹੜੀ H ਹੈ ਕਹਿੰਦੇ ਉਹ ਕਿਹਦੀ ਬੇਟੀ ਹੈ? P ਦੀ ਬੇਟੀ ਹੈ, ਓਕੇ। ਇੱਥੋਂ ਤੱਕ ਕਲੀਅਰ ਦੇਖੋ, ਦੁਬਾਰੇ ਦੇਖੋ, ਸਾਰੀਆਂ ਕੰਡੀਸ਼ਨ ਸੈਟਿਸਫਾਈ ਹੋ ਰਹੀਆਂ ਆਪਣੀਆਂ। A ਅਤੇ B ਕਿਹਦੀ? ਜੀ ਦੀਆਂ ਭੈਣਾਂ, ਇਹ ਲਿਖ ਲਈਆਂ ਜੀ ਦੀਆਂ ਭੈਣਾਂ A ਅਤੇ B, ਠੀਕ ਹੈ। ਜਿਹੜਾ B ਅਤੇ H ਹੈ ਉਹ J ਦੀ ਬੇਟੀ ਹੈ। ਜਿਹੜੀ B ਹੈ ਉਹ H ਅਤੇ J ਦੀ ਬੇਟੀ ਹੈ, ਠੀਕ ਹੈ ਜੀ, ਇਹ ਗੱਲ ਮੰਨ ਲਈ। ਜਿਹੜਾ J ਹੈ Q ਹੈ ਜਿਹੜਾ ਉਹ J ਦਾ ਸਹੁਰਾ ਹੈਗਾ, ਠੀਕ ਹੈ। ਜਿਹੜਾ R ਹੈ ਉਹ P ਦਾ ਪੁੱਤਰ ਹੈ,
ठीक है। ਜਿਹੜਾ ਆਰ ਹੈਗਾ ਉਹ ਪੁੱਤਰ ਹੈ ਪੀ ਦਾ। ਇੱਥੇ ਲਿਖ ਲਓ ਆਰ, ਜਿਹੜਾ ਆਰ ਹੈ ਉਹ ਪੀ ਦਾ ਪੁੱਤਰ ਹੈ। ਠੀਕ ਹੈ। ਕਹਿੰਦੇ ਦੱਸੋ ਕਿ ਜੀ ਅਤੇ ਆਰ ਦਾ ਕਿਸ ਨਾਲ ਸੰਬੰਧ ਹੈ ਅਤੇ ਜੀ ਅਤੇ ਆਰ ਦਾ, ਇਹਦਾ ਅਤੇ ਆਰ ਦਾ ਆਪਸ ਦੇ ਵਿੱਚ ਕੀ ਸੰਬੰਧ ਹੈਗਾ। ਦੇਖੋ ਹੁਣ ਆਪਾਂ ਇੱਥੇ ਗੱਲ ਫੜਨੀ ਹੈ ਸਾਰੀ, ਧਿਆਨ ਨਾਲ ਦੇਖੋ। ਪਹਿਲਾਂ ਤਾਂ ਆਪਦੇ ਸਵਾਲ ਕੱਢ ਕੇ ਦੇਖੋ। ਤੁਸੀਂ ਇੱਕ ਗੱਲ ਨੋਟ ਕਰੋ, ਆਹ ਦਾ ਸਹੁਰਾ ਹੋ ਗਿਆ ਇਹਦਾ, ਠੀਕ ਹੈ। ਆ ਇਹਦਾ ਸਹੁਰਾ ਹੋ ਗਿਆ ਅਤੇ ਆ ਇਹਦੀ ਘਰ ਵਾਲੀ ਹੋਊਗੀ ਫਿਰ। ਜਿਹਦਾ ਸਹੁਰਾ ਹੋ ਗਿਆ ਆ ਇਹਦੀ ਘਰ ਵਾਲੀ ਹੋਊਗੀ। ਠੀਕ ਹੈ। ਆ ਇਹਨਾਂ ਦਾ ਕੀ ਹੋ ਗਿਆ, ਪੁੱਤਰ ਹੋ ਗਿਆ। ਠੀਕ ਨਾ, ਹਾਂ ਇਹਦਾ ਸਹੁਰਾ ਹੈਗਾ, ਇਹ ਹੋ ਗਈ ਕੁੜੀ, ਮਾਂ ਹੋ ਇਹ ਇਹਦੀ ਘਰ ਵਾਲੀ ਹੋ ਗਈ। ਅਤੇ ਆਹ ਦੋਨੇ ਭਰਾ ਹੋ ਗਏ ਆਰ ਅਤੇ ਐਚ। ਅਤੇ ਜੀ ਕੀ ਹੋ ਗਿਆ, ਜੀ ਦਾ ਭਤੀਜਾ ਲੱਗਿਆ ਕਿਉਂਕਿ ਇਹਦੀ ਕੁੜੀ ਦਾ ਗਾਹਾਂ ਮੁੰਡਾ ਹੈਗਾ। ਠੀਕ ਹੈ। ਭੈਣ ਭਰਾ ਤਿੰਨੀ ਭੈਣ ਭਰਾ ਹੈਗੇ। ਠੀਕ ਹੈ। ਤਿੰਨੀ ਭੈਣ ਭਰਾ, ਇਹ ਭਤੀਜਾ ਲੱਗਿਆ, ਇਹ ਚਾਚਾ ਭਤੀਜਾ ਹੋ ਗਏ। ਪਰ ਇੱਥੇ ਜੀ ਦਾ ਇਹਨਾਂ ਨੇ ਜੈਂਡਰ ਨਹੀਂ ਕਲੀਅਰ ਕਰਿਆ, ਨਾ ਤਾਂ ਨੇ ਇਹ ਦੱਸਿਆ ਕਿ ਜੀ ਹੈ, ਬੰਦਾ ਹੈ ਕਿ ਕੁੜੀ ਹੈ। ਠੀਕ ਹੈ। ਇਹ ਗੱਲ ਕਲੀਅਰ ਨਹੀਂ ਕੀਤੀ, ਤਾਂ ਕਰਕੇ ਇਹਦਾ ਆਨਸਰ ਹੋਊਗਾ ਇੱਧਰ ਨੇਪਿਓਰਨਾਈਜ਼, ਨਾ ਤਾਂ ਭਤੀਜਾ ਅਤੇ ਨਾ ਹੀ ਭਤੀਜੀ, ਜਾਂ ਤਾਂ ਭਤੀਜਾ ਜਾਂ ਭਤੀਜੀ। ਠੀਕ ਹੈ। ਇਹ ਮਤਲਬ ਹੈਗੀ ਗੱਲ ਦਾ। ਠੀਕ ਹੈ। ਜੇ ਸਵਾਲ ਸਮਝ ਨਾ ਆਇਆ ਤਾਂ ਮੈਨੂੰ ਦੱਸ ਦਿਓ, ਮੈਂ ਦੁਬਾਰਾ ਸਮਝਾ ਦੂੰ। ਦੁਬਾਰਾ ਇੱਕ ਵਾਰੀ ਦੇਖ ਲਓ। ਜੀ ਦੀਆਂ ਦੋ ਭੈਣਾਂ ਏ ਅਤੇ ਬੀ, ਜਿਹੜੀ ਬੀ ਹੈ ਉਹ ਪੁੱਤਰੀ ਹੈ ਐਚ ਅਤੇ ਪੀ ਦੀ, ਅਤੇ ਠੀਕ ਹੈ ਐਚ ਅਤੇ ਪੀ ਦੀ, ਬੀ ਐਚ ਅਤੇ ਜੇ ਦੀ ਬੇਟੀ ਹੈ, ਐਚ ਅਤੇ ਜੇ ਦੀ। ਜੇ ਦਾ ਸਹੁਰਾ ਕੌਣ ਹੈ, ਕਿਊ ਹੈਗਾ। ਅਤੇ ਐਚ ਦਾ, ਜਿਹੜੀ ਐਚ ਹੈ ਉਹ ਪੀ ਦੀ ਬੇਟੀ ਹੈ। ਠੀਕ ਹੈ। ਜਿਹੜੀ ਐਚ ਹੈ ਉਹ ਪੀ ਦੀ ਬੇਟੀ ਹੈ, ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ। ਪੀ ਦੀ ਬੇਟੀ ਹੈ ਜਿਹੜੀ ਐਚ ਹੈਗੀ। ਹਾਂ ਆਹ ਸਹੁਰਾ ਹੋ ਗਿਆ, ਆਹ ਬੇਟੀ, ਆਹ ਕੁੜੀ ਆ, ਮਤਲਬ ਐਚ ਕੁੜੀ ਹੈ। ਅਤੇ ਜਿਹੜਾ ਦੂਸਰਾ ਹੈਗਾ ਜੇ ਦਾ ਘਰ ਵਾਲਾ ਹੈਗਾ, ਅਤੇ ਆਹ ਇਹਦਾ ਮਤਲਬ ਇਹਦਾ ਦਿਓਰ ਲਾ ਲਓ ਅਤੇ ਇਹਦਾ ਭਰਾ ਲਾ ਲਓ ਜਿਹੜਾ ਨਾਲ ਪੀ ਹੈਗਾ। ਠੀਕ ਹੈ। ਆਹ ਲੱਗੇ ਭਤੀਜੇ ਭਾਈ ਇਹਦੇ, ਇਹ ਐਂ ਨਹੀਂ ਪਤਾ ਭਤੀਜਾ ਕੁੜੀ ਹੈ ਤਾਂ ਮੁੰਡਾ, ਇਹ ਜੈਂਡਰ ਨਹੀਂ ਕਲੀਅਰ ਹੈਗਾ। ਤਾਂ ਇਹਦਾ ਆਨਸਰ ਆ ਜਾਊਗਾ ਸੀ ਨੰਬਰ ਆਪਸ਼ਨ। ਇਸ ਤੋਂ ਬਾਅਦ ਅਗਲਾ ਆਪਰੇਸ਼ਨ, ਕਹਿੰਦੇ ਆਹ ਚੀਜ਼, ਆਹ ਸਾਈਨ ਦਾ ਮਤਲਬ ਤਾਂ ਹੈਗਾ ਘਟਾਉਣਾ, ਆਹ ਸਾਈਨ ਦਾ ਮਤਲਬ ਹੈਗਾ ਜੋੜਨਾ, ਆਹ ਸਾਈਨ ਦਾ ਮਤਲਬ ਹੈਗਾ ਗੁਣਾ ਕਰਨਾ, ਅਤੇ ਆਹ ਡਾਲਰ ਦਾ ਮਤਲਬ ਹੈਗਾ ਗਾ ਭਾਗ ਕਰਨਾ। ਤਾਂ ਤੁਸੀਂ ਇਹੀ ਦੱਸਣਾ, ਕਹਿੰਦੇ ਇਕੁਏਸ਼ਨ ਹੱਲ ਕਰਨੀ ਹੈ। ਸਭ ਤੋਂ ਪਹਿਲਾਂ 48 ਲਿਖ ਲਿਆ। ਠੀਕ ਹੈ। 48 ਤੋਂ ਬਾਅਦ ਲਿਖ ਲਿਆ, ਇਹਦਾ ਮਤਲਬ ਹੈਗਾ ਗਾ ਇੱਧਰ ਪਲੱਸ ਹੈ, ਪਲੱਸ 39। ਇਸ ਤੋਂ ਬਾਅਦ ਡਾਲਰ ਦਾ ਮਤਲਬ ਹੈਗਾ ਗਾ ਭਾਗ 3 ਮਾਈਨਸ 7 ਗੁਣਾ 5। ਠੀਕ ਹੈ। ਇਹ ਚੀਜ਼ ਹੈ। ਆਪਾਂ ਇਹਨੂੰ ਸਭ ਤੋਂ ਪਹਿਲਾਂ ਆਪਾਂ ਬੋਰਡ ਮਾਰਦੇ ਅਨੁਸਾਰ ਸਭ ਤੋਂ ਪਹਿਲਾਂ ਭਾਗ ਹੱਲ ਕਰਦੇ ਹੁੰਦੇ ਹਾਂ। 48 ਪਲੱਸ 13 ਮਾਈਨਸ 7 ਗੁਣਾ 5। ਇਸ ਤੋਂ ਬਾਅਦ 48 ਪਲੱਸ 13, 7 5 ਆ 35। ਠੀਕ ਹੈ। 48 ਅਤੇ 13 ਨੂੰ ਆਪਾਂ ਆਪਸ ਦੇ ਵਿੱਚ ਜੋ ਜੋੜਾਂਗੇ ਇਹ ਬਣ ਜੂਗਾ 61। ਤਾਂ 61 ਦੇ ਵਿੱਚ ਜਦੋਂ ਆਪਾਂ 35 ਕਢਾ ਤੇ ਮਗਰ ਕਿੰਨਾ ਬਚ ਜੂਗਾ ਭਾਈ, ਇਹ ਬਚ ਜੂਗਾ ਆਪਣੇ ਕੋਲ 26। ਤਾਂ 26 ਭਾਈ ਇਹਦਾ ਬਿਲਕੁਲ ਸਹੀ ਆਨਸਰ, ਜਿਹੜੇ ਬੱਚਾ 26 ਆਨਸਰ ਆਉਂਦਾ ਉਹਦਾ ਬਿਲਕੁਲ ਸਹੀ ਹੈ। ਇਸ ਤੋਂ ਬਾਅਦ ਤੁਹਾਡਾ ਫੇਵਰੇਟ ਆਪਰੇਸ਼ਨ ਆ ਗਿਆ ਭਾਈ ਸਾਰਿਆਂ ਦਾ, ਸਮ ਐਪਲ ਆਰ ਪੀਅਰਸ। ਕੀ ਕਹਿੰਦੇ, ਸਮ ਐਪਲ ਆ ਜਿਹੜੇ ਉਹ ਪੀਅਰਸ ਨੇ, ਇੰਨਾ ਇੰਨਾ ਹਿੱਸਾ। ਓਕੇ ਜੀ, ਮੰਨ ਲੈਂਦੇ ਹਾਂ। ਸਮ ਪੀਅਰ ਗਾਵਾ, ਸਮ ਪੀਅਰ ਜਿਹੜੇ ਉਹ ਕੀ ਹੈ ਭਾਈ, ਗਾਵਾ ਹੈ। ਓਕੇ ਜੀ, ਇਹ ਗੱਲ ਵੀ ਮੰਨ ਲਈ। ਇਸ ਤੋਂ ਬਾਅਦ ਆਲ ਗਾਵਾ ਆਰ ਮੈਂਗੋ, ਜਿਹੜੇ ਸਾਰੇ ਗਾਵਾ ਗੇ ਉਹ ਕੀ ਹੈ, ਮੈਂਗੋ ਹੈ। ਦੇਖੋ ਬਣ ਗਿਆ ਸੈਟਿਸ਼ ਭਾਈ। ਬਸ ਹੁਣ ਕੁਛ ਨਹੀਂ ਕਰਨਾ, ਜਿਵੇਂ ਲਿਖਿਆ ਵਾ ਉਵੇਂ ਕਰ ਲਓ। ਜਿਹਦੇ ਨਾਲ ਆਲ ਲਿਖਿਆ ਹੁੰਦਾ ਉਹ ਚੀਜ਼ ਵਿੱਚ ਤਾਰਨੀ, ਤੁਹਾਨੂੰ ਦੱਸਿਆ ਵਾ। ਦੇਖੋ ਸਭ ਤੋਂ ਪਹਿਲੀ ਕੰਡੀਸ਼ਨ ਕਹਿੰਦੇ ਸਮ ਮੈਂਗੋ ਆਰ ਪੀਅਰਸ, ਕਹਿੰਦੇ ਥੋੜ੍ਹੇ ਜਿਹੜੇ ਮੈਂਗੋ ਹੈਗੇ ਉਹ ਪੀਅਰਸ ਹੈਗੇ ਆ, ਹੈਗੇ ਆ ਭਾਈ, ਸਹੀ ਗੱਲ ਹੈ। ਥੋੜ੍ਹੇ ਜਿਹੜੇ ਮੈਂਗੋ ਉਹ ਪੀਅਰਸ ਕਿਉਂਕਿ ਟੱਚ ਹੋ ਰਹੇ ਨੇ ਨਾਲ। ਜਦੋਂ ਗਾਵਾ ਵਿੱਚ ਆਦਾ ਤਾਂ ਆਟੋਮੈਟਿਕ ਹੀ ਆ ਜਾਊਗਾ ਵਿੱਚ। ਠੀਕ ਹੈ। ਕਹਿੰਦੇ ਸਮ ਐਪਲ ਆਰ ਮੈਂਗੋ ਹੋ ਗਿਆ, ਸਮ ਐਪਲ ਅਤੇ ਮੈਂਗੋ ਹੈਗੇ ਆ, ਐਪਲ ਕਿੱਥੇ ਪਿਆ, ਮੈਂਗੋ ਕਿੱਥੇ ਪਿਆ। ਠੀਕ ਹੈ। ਇਹ ਨਹੀਂ ਹੋ ਸਕਦਾ। ਇਹਨੇ ਜਦੋਂ ਦੱਸੋ ਕਹਿੰਦੇ ਕਿਹੜੀ ਕੰਡੀਸ਼ਨ ਫੋਲੋ ਕਰਦੀ ਹੈ, ਪਹਿਲੀ ਫੋਲੋ ਕਰਦੀ ਹੈ, ਦੂਜੀ ਫੋਲੋ ਕਰਦੀ ਹੈ, ਦੋਵੇਂ ਫੋਲੋ ਕਰਦੀਆਂ, ਤਾਂ ਓਨਲੀ 1 ਫੋਲੋ ਕਰਦੀ ਹੈ। ਤਾਂ ਬਈ ਇਹ ਸਿਰਫ ਇਹ ਆਨਸਰ ਆ ਥੱਲੇ ਪਿਆਗਾ, ਓਨਲੀ ਫਸਟ ਫੋਲੋ ਕਰਦੀ ਹੈ, ਬਾਕੀ ਦੂਜੀ ਗਲਤ ਹੈ। ਠੀਕ ਹੈ। ਤਾਂ ਇਹ ਸਵਾਲ ਜਿਹੜੇ ਬੱਚਿਆਂ ਦਾ ਏ ਨੰਬਰ ਆਪਸ਼ਨ ਆ ਰਿਹਾ ਹੈਗਾ ਕਿ 1 ਫੋਲੋ ਕਰਦੀ ਹੈ, ਉਹਨਾਂ ਦਾ ਸਵਾਲ ਬਿਲਕੁਲ ਸਹੀ ਹੈ। ਇਸ ਤੋਂ ਬਾਅਦ ਕਹਿੰਦਾ ਜਿਸ ਤਰ੍ਹਾਂ ਕੈਟ ਨੂੰ 8 ਲਿਖਿਆ ਜਾਂਦਾ, ਡੀਫ ਨੂੰ 4 ਲਿਖਿਆ ਜਾਂਦਾ, ਅਤੇ ਐਫ ਈ ਡੀ ਨੂੰ ਕੀ ਲਿਖਿਆ ਜਾਊਗਾ। ਸਭ ਤੋਂ ਪਹਿਲਾਂ ਕੈਟ ਨੂੰ ਲਿਖ ਲਈਏ। ਕੈਟ ਨੂੰ ਕੀ ਲਿਖਿਆ ਜਾਂਦਾ, ਕੈਟ ਸੀ ਕਿੰਨੇ 'ਤੇ ਆ ਗਿਆ, 3 'ਤੇ, ਆ ਗਿਆ 1 'ਤੇ, ਟੀ ਕਿੰਨੇ 'ਤੇ ਆ ਜਾਂਦਾ ਹੁੰਦਾ ਆਪਣਾ, ਟੀ ਕਿੰਨੇ 'ਤੇ ਦੋਸਤੋ, ਟੀ 20 'ਤੇ ਹੈ। ਠੀਕ ਹੈ। ਜੁੜ ਗਏ 20 ਅਤੇ 21, 21 ਅਤੇ 3 24। ਓਕੇ।
इस तो बाद ਡੀਫ ਡੀ ਆ ਗਿਆ ਕਿੰਨੇ ਤੇ 4 ਤੇ ਆ ਗਿਆ 5 ਤੇ ਆ ਗਿਆ 1 ਤੇ ਐਫ ਹੈਗਾ 6 ਤੇ। ਇਹ ਜੋੜੇ ਤੋਂ ਕਿੰਨੇ ਬਣ ਗਏ 6 ਤੇ 1 7 7 ਤੇ 4 11 16। ठीक है तो हुण पता करना एफ ई डी का आपां। ठीक है एफ ई डी का पता करना तो एफ किन्ने ते आ जूगी ए बी सी डी डी तो है 4 ते ए बी सी डी ई 5 ते है। ठीक है एफ 6 ते है। ठीक है ए बन 10 15। ठीक है हुण इत्थे 24 बन रहा तो 16 बन रहा तो 15 बन रहा तो ये कहते इत्थे 8 बनाउणा गा इत्थे 4 बनाउणा गा तो इन्हूं 8 बनाउण वास्ते आपां 3 ते वंड दिंदे आ 8 बन क्योंकि आपदे कोल ही मन्नियां हुंदियां ये चीज़ां तो जो आपां इत्थे भी 3 ते वंडदे आ किन्ना आ जाऊगा 16 तो इन्हूं आपां 4 ते वंड दिंदे फिर इन्हूं 3 ते वंडता सी 8 ते 24 आ गए इन्हूं 4 ते वंड दिंदे तो इत्थे किन्ना आ जाऊगा चौंक चौंकी 16 ये 4 लियाता। हुण रह गया फीड की गल फीड किन्ना रहा 15 तो 15 3 ते वंड दो हुण तो इत्थे आ जाऊगा 5। ठीक है तो अगली जी संख्या होंगी उन्होंने 4 ते वंड दिंदे ये सीधी चल पी 3 4 3 4 ये सीधी चल पी तो यह आंसर जूगा 5 नंबर ऑप्शन। ठीक है ए नंबर ऑप्शन आंसर है जो बच्चे ने ए नंबर ऑप्शन लाया उन्होंने आंसर बिल्कुल सही है। इस तो बाद अगला प्रश्न अगले प्रश्न के कहते आरजू एन नूल की लिखता क्यू एक्स यू लिखता तो मैं जिम्मे टैन नूं की लिखांगे। ठीक है तो ये आपस में क्रॉस मल्टीप्लाई हो रहे हैं। देखो जो आप ये किन्ने अगे आ रहा है तो तुसीं गल नोट की किन्ने अगे आ रहा है। देखो पी क्यू आर एस टी यू। ठीक है आर एस टी उमें जिमें इधरों चलो एम एन ओ पी दो छड्ड के इधर ला रहे हैं दो इधरों छड्ड रहे हैं दो इधरों छड्ड रहे हैं तो इस तरह ना चलूगा। ठीक है ये नोट होगा ये होगा जू ये होगा क्योंकि जू बी ठीक है उस तरह नाल दो दो चीज़ों छड्ड के ये चीज़ां बन गईयां उमें जिवें आपां जे तुहानूं ये चीज़ की समझ नहीं आउंदी तो आपां एक तरीका होर कर लैंदे आं। देखो किवें करांगे आपां देखो दोबारा आप खुला लिख के देखते हैं। देखो सब तो पहले आप इधरों इनू इन्हें तोड़ते हैं ए बी सी आर ते वग जाते हैं। ठीक है पी क्यू आर एस टी जू दो छड्ड के एस टी जू लाता। ठीक है इस तो बाद एम एन ओ पी दो छड्ड के इधर लाता। ठीक है तो दो ही छड्ड के इधर जाऊगा। हुण आप इधरों चक लो टी नूं दो छड्ड के किहड़ा होऊगा एस टी जू बी। ठीक है जू बी डबल जू इत्थे आ जाऊगा डबल जू। इस तो बाद एन एम एन ओ पी इत्थे आ जाऊगा क्यू तो डबल जू किहदे मूहरे आ रहे ने आ पिया क्यू इत्थे डी आ जू विचाले डबल जू ए बी सी नूं छड्ड के डी ला देंगे आप। ठीक है क्यू डी डबल जू आ गया तो यह आंसर 40 मेरा भाई जो बच्चे सी नंबर आंसर है उन्होंने बिल्कुल सही है। इस तो बाद आ आंसर दसना भाई कि किहड़े बच्चे का सही आता कहते फीमेल मदर डॉक्टर कहते इन्होंने विचों किहड़ा चक्कर है जो तीजे चीज़ों दस रहा है। ये कहते फीमेल मदर डॉक्टर ये सारे एक दूजे साझे है। ठीक है कि तिन्ना आपस में संपर्क है गल इन्हों का जां कहना इन्होंने दोनों संपर्क है आ डायग्राम दसोगी कि आ डायग्राम दसोगी तो भाई जे मैं ला के आता तो मेरा आंसर ला के आता 4 नंबर ऑप्शन। क्योंकि देखो जिहड़ियां फीमेल होणगियां ठीक है उही मदर बननगियां कदे बंदा माँ बनदा देखिया तुसीं। ठीक है कदे बंदे नूं देखिया कि बंदे नूं माँ बनदा देखिया तो जिहड़ी फीमेल होणगियां उही मदर बननगियां। दूसरी गल रही कि डॉक्टर आपां ये तां लिखिया कि क्योंकि बहुत विच औरतां भी बहुत सारियां डॉक्टर हुंदियां गईयां। ठीक है विच जिहड़ियां मावां ही औरतां बनदियां औरतें ही कहाँ जाके मावां बनदियां। ठीक है तो ये भाई 4 नंबर ऑप्शन है तो बिल्कुल सही मंगिया जाऊगा ये। ठीक है
ਇਸ ਤੋਂ ਬਾਅਦ ਐਨੀਮਲ, ਲਵਾਇਨ ਅਤੇ ਐਲੀਫੈਂਟ। ਐਨੀਮਲ, ਲਵਾਇਨ ਅਤੇ ਆਹ ਦੇਖੋ ਆ ਪਿਆ ਐਨੀਮਲ, ਐਲੀਫੈਂਟ, ਲਵਾਇਨ, ਇਹਨਾਂ ਤਿੰਨਾਂ ਨੂੰ ਕਿਹੜੀ ਜਿਹੜੀ ਉਹ ਹੈਗੀ ਡਿਨੋਟ ਕਰ ਰਹੀ ਹੈ, ਮਤਲਬ ਕਿਹੜੀ ਚੀਜ਼ ਇਹਨਾਂ ਵਿੱਚ ਦੱਸ ਰਹੀ ਕਿ ਕਿਹੜਾ ਚੱਕਰ ਇਹਦੇ ਪਾਸੇ ਸਹੀ ਮੰਨਿਆ ਜਾਊਗਾ। ਤਾਂ ਭਾਈ ਜੇ ਮੈਂ ਲਾ ਕੇ ਆਊਂਗਾ, ਮੈਂ ਲਾ ਕੇ ਆਊਂਗਾ ਏ ਨੰਬਰ ਆਪਸ਼ਨ, ਕਿਉਂਕਿ ਦੇਖੋ ਐਨੀਮਲ ਆ ਜਿਹੜੇ ਉਹ ਤਾਂ ਇੱਕ ਦੋਨਾਂ ਦਾ ਵਰਗ ਆ ਗਿਆ, ਸਮੂਹ ਆ ਗਿਆ, ਜਿਵੇਂ ਬੰਦੇ ਹੋ ਗਏ, ਬੰਦਿਆਂ ਦੇ ਵਿੱਚ ਬੁੜੀਆਂ ਵੀ ਹੋ ਗਈਆਂ ਅਤੇ ਬੰਦੇ ਹੋ ਗਏ, ਬੱਚੇ ਹੋ ਗਏ, ਹੈ ਤਾਂ ਸਾਰੇ ਮਨੁੱਖੀ। ਉਵੇਂ ਜਿਵੇਂ ਆਹ ਤਾਂ ਸਾਰੇ ਐਨੀਮਲ ਹੀ ਹੋ ਗਏ ਅਤੇ ਇਹ ਅਲੱਗ ਅਲੱਗ ਪ੍ਰਜਾਤੀਆਂ ਹੋ ਗਈਆਂ। ਲਵਾਇਨ ਵੀ ਇੱਕ ਜਾਨਵਰ ਹੈ ਅਤੇ ਐਲੀਫੈਂਟ ਵੀ ਇੱਕ ਜਾਨਵਰ ਹੈ, ਠੀਕ ਹੈ। ਤਾਂ ਏ ਨੰਬਰ ਆਪਸ਼ਨ ਆਊਗਾ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਅਗਲਾ ਪ੍ਰਸ਼ਨ, ਸੀਰੀਜ਼ ਭਾਈ ਹੱਲ ਕਰਨੀ ਹੈ ਸਾਰੇ ਬੱਚਿਆਂ ਨੇ। ਦੇਖੋ ਇਹਨੂੰ ਕਿਵੇਂ ਹੱਲ ਕਰਾਂਗੇ, 8 20 48 108 232 482। ਕੁਛ ਨਹੀਂ ਕਰਨਾ, 8 ਦੂਣੀ 16, 16 ਦੇ ਵਿੱਚ 2 ਜੋੜ ਦਿਓ, ਕਿੰਨਾ ਹੋ ਗਿਆ, ਜੇ 4 ਜੋੜ ਗਏ ਹਾਂ 4 ਜੋੜ ਦਿਓ ਇੱਥੇ। ਇਸ ਤੋਂ ਬਾਅਦ ਅੱਗੇ ਹੋ ਗਿਆ 20 ਦੂਣੀ, ਇੱਥੇ ਆਪਾਂ 8 ਜੋੜਤੇ, ਠੀਕ ਹੈ। 4 4 ਦਾ ਫਰਕ ਪੈ ਰਿਹਾ, ਗੁਣਾ ਨਹੀਂ ਕਰਨੀ, ਜੋੜਨੇ ਆ, ਠੀਕ ਹੈ। ਇਸ ਤੋਂ ਬਾਅਦ ਆਪਾਂ ਜਦੋਂ ਆਪਾਂ 48 ਨੂੰ ਕਰਾਂਗੇ ਗੁਣਾ 2 ਨਾਲ, ਤਾਂ 48 ਗੁਣਾ 2 96, ਅਤੇ 96 ਦੇ ਵਿੱਚ ਆਪਾਂ ਨੂੰ ਕਿੰਨੇ ਜੋੜਨੇ ਪੈਣਗੇ, ਇੱਥੇ ਹੁਣ ਆਪਾਂ ਨੂੰ ਜੋੜਨੇ ਪੈਣਗੇ 12। ਤਾਂ ਜਦੋਂ 12 ਜੋੜਾਂਗੇ ਗੁਣਾ 2 ਪਲੱਸ 12 ਤਾਂ 108 ਹੋ ਜਾਊਗਾ। ਇਸ ਤਰ੍ਹਾਂ ਇੱਥੇ ਚੱਲਦਾ ਰਹੂਗਾ, ਇਸ ਤਰ੍ਹਾਂ ਇੱਥੇ ਚੱਲਦਾ ਰਹੂਗਾ। ਆਪਾਂ ਜਾਣਾ ਐਂਡ ਵਾਲੇ ਤੋਂ ਬਾਅਦ, ਠੀਕ ਹੈ। ਐਂਡ ਵਾਲੇ ਤੋਂ ਬਾਅਦ ਜਾਣਾ ਆਪਾਂ ਕਿ ਦੁਬਾਰਾ ਕੀ ਆਊਗਾ, ਇਹ ਤੋਂ ਬਾਅਦ 232 ਨੂੰ ਜਦੋਂ ਆਪਾਂ 2 ਨਾਲ ਗੁਣਾ ਕਰਾਂਗੇ ਨਾ, ਇੱਥੇ 108 ਨੂੰ ਕਰਕੇ ਦੇਖੀਏ, 108 ਗੁਣਾ 2 ਇਹ ਬਣ 216, 216 ਦੇ ਵਿੱਚ 16 ਜੋੜੇ 32 ਬਣ ਜਾਣਗੇ ਇੱਥੇ, ਠੀਕ ਹੈ। ਉਵੇਂ ਜਿਵੇਂ 482 ਗੁਣਾ 2 ਇੱਥੇ ਆਪਾਂ ਜੋੜਾਂਗੇ 24, ਠੀਕ ਹੈ। 82 ਗੁਣਾ 2 ਇਹਦੇ ਜੋ 24 ਜੋੜਿਆ ਤਾਂ ਇੱਥੇ ਆ ਜਾਊਗਾ 988। ਤਾਂ ਭਾਈ ਇਹਦਾ ਆਨਸਰ 988 ਹੋਊਗਾ। ਜੇ ਆਪਸ਼ਨਾਂ ਦੇ ਵਿੱਚ 988 ਕਿਤੇ ਨਹੀਂ ਲਿਖਿਆ ਹੋਇਆ ਤਾਂ 988 ਵੀ ਇਹਦਾ ਆਨਸਰ ਬਿਲਕੁਲ ਸਹੀ ਆਊਗਾ, ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ ਜੀ। 988 ਵੀ ਆਨਸਰ ਬਿਲਕੁਲ ਸਹੀ ਹੈ। ਇੱਥੇ 12 ਜੋੜੀ ਜਾਣੇ, ਫਿਰ 16, ਫਿਰ 20, ਇਹ ਸੀਰੀਜ਼ ਚੱਲ ਪਈ, ਠੀਕ ਹੈ। ਇਸ ਤੋਂ ਬਾਅਦ ਅਗਲੇ ਕੋਲ ਆਪਣੇ ਕੋਲ ਆ ਗਿਆ ਆਪਰੇਸ਼ਨ। ਸਾਰੇ ਬੱਚਿਆਂ ਨੇ ਆਪਰੇਸ਼ਨ ਜ਼ਰੂਰ ਲਾਉਣਾ ਗਾ। ਦੇਖੋ ਇਹ ਆਪਰੇਸ਼ਨ ਦੇ ਵਿੱਚ ਕੀ ਖਾਸੀਅਤ ਹੈ, ਇਹ ਆਪਣਾ ਰੈਂਕਿੰਗ ਦਾ ਸਵਾਲ ਹੈਗਾ, ਧਿਆਨ ਨਾਲ ਦੇਖਣਾ ਸਾਰੇ ਬੱਚਿਆਂ ਨੇ। 27 ਵਿਦਿਆਰਥੀਆਂ ਦੀ ਇੱਕ ਕਲਾਸ ਦੇ ਵਿੱਚ ਏ ਸਥਾਨ, ਏ ਦਾ ਸਥਾਨ 27 ਕਲਾਸ, ਟੋਟਲ ਬੱਚੇ ਕਿੰਨੇ ਆ 27। ਏ ਦਾ ਨੀਚੇ ਦਾ ਸਥਾਨ, ਇੱਧਰੋਂ ਸਥਾਨ ਆ ਜਿਹੜਾ ਏ ਦਾ ਕਿੰਨਾ ਗਾ, ਚੌਥਾ, ਠੀਕ ਹੈ। ਮੰਨਦੇ ਹਾਂ ਗੱਲ ਵੀ ਚੌਥਾ ਸਥਾਨ ਹੈਗਾ। ਜਦੋਂ ਕਿ ਸੀ ਦਾ ਸਥਾਨ ਉੱਪਰ ਤੋਂ, ਸੀ ਦਾ ਸਥਾਨ ਉੱਪਰ ਤੋਂ ਕਿੰਨਾ ਗਾ 10ਵਾਂ ਗਾ, ਠੀਕ ਹੈ ਭਾਈ। ਬੀ ਨੂੰ ਇਹਨਾਂ ਦੇ ਵਿਚਾਲੇ ਮੱਧ ਦੇ ਵਿੱਚ ਰੱਖਤਾ, ਬੀ ਨੂੰ ਰੱਖਤਾ ਇਹਨਾਂ ਦੇ ਵਿਚਾਲੇ, ਕਹਿੰਦੇ ਉੱਪਰ ਤੋਂ ਬੀ ਦਾ ਸਥਾਨ ਕਹਾਂਗਾ, ਇਹੀ ਗੱਲ ਕਹਿ ਰਹੀ ਹੈ। ਸੀ ਦਾ 10ਵਾਂ ਹੈ, ਇਹਦਾ ਏ ਦਾ ਥੱਲੇ ਚੌਥਾ ਸਥਾਨ ਹੈ। ਹੁਣ ਆਪਾਂ ਡਿਫਰੈਂਸ ਕੱਢ ਲਈਏ। ਪਹਿਲੇ ਦੇਖੋ 10 ਤੇ 4 14 ਬਣ ਗਏ, ਇਹ ਓਵਰਲੈਪ ਵਾਲਾ ਕਿਸ ਬਣ ਰਿਹਾ ਕਿ ਨਹੀਂ ਬਣ ਰਿਹਾ ਓਵਰਲੈਪ ਵਾਲਾ। ਤਾਂ ਆਪਾਂ ਫਾਰਮੂਲਾ ਲਾਵਾਂਗੇ ਕਿਹੜਾ, ਲੈਫਟ ਪਲੱਸ ਰਾਈਟ ਮਾਈਨਸ ਐਨ, ਠੀਕ ਹੈ। ਲੈਫਟ ਪਲੱਸ ਰਾਈਟ ਮਾਈਨਸ ਐਨ। ਟੋਟਲ ਕਿੰਨੇ ਬੱਚੇ ਆ 27, ਇੱਕ ਪਾਸੋਂ 10, ਇੱਕ ਪਾਸੋਂ 4 ਮਾਈਨਸ ਐਨ, ਇਹ ਹੋ ਗਏ 14। ਜੋ 27 ਦੇ ਵਿੱਚੋਂ 14 ਕੱਢੇ, ਮਗਰ ਕਿੰਨੇ ਬਚ ਗਏ 13। ਤਾਂ ਇਹਨਾਂ ਦੇ ਵਿਚਾਲੇ ਕਿੰਨੇ ਬੱਚੇ ਆ 13 ਬੱਚੇ। ਇੱਥੇ ਡਾਇਗਰਾਮ ਬਣਾ ਲੈਂਦੇ ਆ। ਜਿਹੜਾ ਬੀ ਹੈ, ਬੀ ਦੇ ਆਸੇ ਪਾਸੇ ਕਿੰਨੇ ਬੱਚੇ ਆ, 10ਵਾਂ ਰੈਂਕ ਇੱਥੇ ਹੈ, ਚੌਥਾ ਰੈਂਕ ਇੱਥੇ, ਇਹ ਇੰਨੇ ਥਾਵਾਂ ਦੇ ਕਿੰਨੇ ਬੱਚੇ ਹੋ ਗਏ 13 ਬੱਚੇ ਹੋ ਗਏ। 6 ਬੱਚੇ ਇੱਥੇ ਹੋ ਗਏ, 6 ਬੱਚੇ ਇੱਥੇ ਹੋ ਗਏ। ਤਾਂ ਇਹਨਾਂ ਨੇ ਪੁੱਛਿਆ ਹੈਗਾ ਵਿਚਕਾਰ ਕਿੰਨੇ ਬੱਚੇ ਹੋ ਗਏ, ਤਾਂ 13 ਬੱਚੇ ਹੋ ਗਏ ਏ ਅਤੇ ਸੀ ਦੇ ਵਿਚਕਾਰ, ਠੀਕ ਹੈ। ਹੁਣ ਇਹਨੇ ਪੁੱਛਿਆ ਕਿ ਉੱਪਰ ਤੋਂ ਬੀ ਦਾ ਸਥਾਨ ਕਿੰਨਾ, 10 ਤਾਂ ਉੱਪਰ ਪਏ ਹੈ, 6 ਆ ਪਏ ਹੈ, ਅਤੇ ਇੱਕ ਇਹ ਆਪ ਹੋ ਗਿਆ। ਤਾਂ ਭਾਈ ਉੱਪਰ ਤੋਂ ਰੈਂਕ ਕਿੰਨਾ ਗਾ 17ਵਾਂ ਰੈਂਕ ਹੈ। ਇਹ ਗੱਲ ਯਾਦ ਰੱਖਣੀ ਹੈ। ਏ ਨੰਬਰ ਆਪਸ਼ਨ ਜਿਹੜੇ ਬੱਚੇ ਦਾ ਆਨਸਰ ਹੈ ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈ। ਇਸ ਤੋਂ ਬਾਅਦ ਅਗਲਾ ਸਵਾਲ ਕਹਿੰਦੇ ਏ ਦਾ ਮਤਲਬ ਦਾ ਜੋੜ ਹੈ, ਬੀ ਦਾ ਮਤਲਬ ਘਟਾਓ ਹੈ, ਸੀ ਦਾ ਮਤਲਬ ਭਾਗ ਹੈ, ਡੀ ਦਾ ਮਤਲਬ ਗੁਣਾ ਹੈ। ਤਾਂ ਦੱਸੋ 40 ਪਲੱਸ 48 ਭਾਗ 16 ਗੁਣਾ 13 ਮਾਈਨਸ 25।
ठीक है, यही चीज़ बन रही है, एक बार देख लो। मैथों कई बार मैथ के कोई मिसटेक हो जाए ना, आपदा ला लिया करो, मैनू थले ज्ञान ना बनन लग जा करो संग ते, ठीक है। मैनू बाद में पता लग जाता होंगे कई बार जोड़ घटाओ के हूँ एड्डी लंबी क्लास लाने वास्ते माड़ा मोटा बिच किते ना किते गलती हो ही जाती हैगी, ठीक है। ए का मतलब जोड़ है 48 तो सी का मतलब भाग है, तो 16 के डी का मतलब की है गुणा, तो ए का मतलब की हैगा बी का मतलब घटाओ होगी, ठीक है। ਹੁਣ ਆਪਾਂ ਨੂੰ हल करना गा, ਇਹਨੂੰ हल करा 16 ਤੀ ਆ 48 40 + 3 ਇਹਦੇ ਬਾਅਦ ਗੁਣਾ हल कर देना ਬੋਰਡ ਮਾਸ ਦੇ ਅਨੁਸਾਰ 25, ਇਹਨੂੰ ਜੋੜ ਦੋ ਆਪਾਂ 40 × 70 79, 79 ਦੇ ਵਿੱਚੋਂ 25 ਘਟਾਏ ਤਾਂ 54, ਆ ਪਿਆ ਡੀ ਨੰਬਰ ਆਪਸ਼ਨ ਆਪਣਾ ਆਨਸਰ ਆ ਜਾਊਗਾ ਬਿਲਕੁਲ ਸਹੀ, ਠੀਕ ਹੈ। ਬਿਲਕੁਲ ਜੋੜ ਘਟਾਓ ਭਾਈ ਇਹ ਤਾਂ। ਇਹਨਾਂ ਦੇ ਵਿੱਚ ਦੱਸੋ ਇੱਥੇ ਮਿਸਿੰਗ ਨੰਬਰ ਤੇ ਕਿਹੜਾ ਹੋਊਗਾ, ਦੱਸੋ ਕਿਹੜਾ ਹੋਊਗਾ ਮਿਸਿੰਗ ਨੰਬਰ ਤੇ। ਤਾਂ ਇਹ ਸਵਾਲ ਪਹਿਲਾਂ ਆਪ ਕੱਢ ਕੇ ਦੇਖਣਾ, ਫਿਰ ਮੇਰੇ ਦੇਖੋ ਇੱਥੇ ਲਿਖਿਆ ਹੋਇਆ 4, 4 ਦੇ ਵਿੱਚ 2 ਜੋੜ ਕੇ ਕਿੰਨਾ ਬਣ ਗਿਆ, 4 ਦੇ ਵਿੱਚ 2 ਜੋੜ ਕੇ 6 ਬਣ ਗਏ, 6 ਦੇ ਵਿੱਚ 2 ਜੋੜ ਕੇ 8 ਬਣ ਗਏ, ਠੀਕ ਹੈ। ਪਹਿਲਾਂ ਇਹਦੇ ਵਿੱਚ ਜੋੜਤੇ ਫਿਰ ਇਹਦੇ 'ਚ ਜੋੜਤੇ, ਉਵੇਂ ਜਿਵੇਂ ਇੱਥੇ ਕੀਤਾ, ਪਹਿਲਾਂ 6 ਦੇ ਵਿੱਚ 3 ਜੋੜਤੇ, ਮੁੜ ਕੇ ਉਹੀ 3 ਇੱਥੇ ਜੋੜਤੇ, ਠੀਕ ਹੈ। ਇਹ ਸਿੱਧੀ ਚੱਲੀ ਜਾਂਦੀ ਆ, ਜਿੰਨੇ ਇੱਥੇ ਤਾਹਾਂ ਜੁੜ ਰਹੇ ਆ ਉਨੀ ਗਾਹਾਂ ਜੁੜ ਰਹੇ ਨੇ, ਠੀਕ ਹੈ। ਇੱਥੇ ਕਿੰਨੇ ਦਾ ਫਰਕ ਪੈ ਰਿਹਾ 5 ਦਾ, कहना मतलब कि इत्थे कितना होगा, इत्थे होगा 10, 10 के पहले 5 जोड़ते फिर 5 जोड़ते, तो इत्थे भाई की आ जाऊगा 10 आ जाऊगा। देखो पहले 4 के 2 जोड़े 6 बन गए, मतलब 6 के 2 जोड़ते, उन्हें पहले 6 के 3 जोड़ के 9 बन गए, तो उही इत्थे जोड़ते 3 इधर जोड़ते, उमें जिवें 10 के जे आप 5 जोड़ेंगे फिर ही 15 बन गए, 15 में 5 जोड़ के 20 बनाते, तो इत्थे भाई आऊगी अपनी ए नंबर ऑप्शन, ठीक है। हुण चलते आपां अगले ते, ये आ गया डायरैक्शन का सवाल। देखो मेरा मूँह पूर्व वाल है, मेरा मूँह मान लो आ पूर्व होंदा अपना, आ होंदा पश्चिम, आ होंदा उत्तर, आ होंदा अपना दक्षिण हिस्सा, ठीक है। मान लो मेरा मूँह कित्थे पूर्व वाल है, इधरों मेरा मूँह आ साइड ते, ठीक है। मैं दक्षिण दिशा वाल शुरू किया, मैं चल समझ लो मैं इधर ही मुड़ गया, मूँह जिधर मर्जी हो, मैं दक्षिण दिशा वाल मुड़ गया। तो बाद पहला मेरा मूँह इधर सी, दक्षिण दिशा वाल मुड़ गया, ठीक है। 10 मीटर चलने तो बाद इतों मैं 10 मीटर चल गया, 10 मीटर चलने तो बाद मैं किहड़े पासे मुड़ गया, सज्जे पासे मुड़ गया। सज्जा पासा मेरा किहड़ा गा इधरला, तो इधर भी मैं कितना चल पाया 10 किलोमीटर चल पाया। इस तो बाद मैं खब्बे मुड़िया, हुण मेरा मूँह इधर आ गया, तो हुण मेरा खब्बा पासा किहड़ा होऊगा आह, इधर भी मैं 10 किलोमीटर चलिया। कहने ये दसो कि मैं शुरू वाले बिंदु तो किस दिशा वाल हाँ, मैं कित्थे फिरदा, मैं इन्ने एरिए 'च फिरे हैगा, हुण इन्ने एरिए 'च फिरे। ये एरिया किहड़ा गा साउथ प्लस वैसट, साउथ दे वैसट कित्थे पई ऑप्शन, साउथ वैसट आंसर आऊगा इहदा, आ पई है डी नंबर ऑप्शन, ठीक है। तो साउथ वैसट का बिल्कुल सही आंसर है। हुण आपां चलदे हां अगले प्रश्न ते। अरेंज करना प्रश्न बहुत सौखा गा, ਇਹ सवाल पेपर च आ जाते होंगे है। देखो अमित है जिहड़ा समीर तो वड्डा गा, जिहड़ा अमित हैगा इत्थे लिख लो अमित, जिहड़ी चीज़ वड्डी हुंदी उहदे वाल मूँह खोल दो, इहदा आ साइन बना लिया करो, ठीक है। जिहड़ा अमित है वह समीर तो वड्डा है, क्योंकि मैं मूँह खोलता, जिधर पासे मूँह खोलता होंदा वो चीज़ वड्डी होंदी, जिधर पासे मूँह बंद होंदा वो चीज़ छोटी होंदी, ठीक है। इस तो बाद मेहर है जिहड़ा अमित तो छोटा छोटी है, इस तो बाद जिहड़ी मेहर हैगी अमित तो यह छोटी है, कहना मतलब अमित वड्डा है, पर कवि तो यह वड्डी है, कवि किसी बंदे का नाम है वो तो यह वड्डी है, ठीक है। दूजी भी सैटिस्फाई होगी, पहली भी। तीजी जिहड़ा कवि हैगा, ठीक है, वो समीर तो छोटा है, जिहड़ा कवि है वो समीर तो छोटा है, तो समीर का मूँह खोल दो हुण कि समीर वड्डा हो गया नालों, ओके। तीसरी भी सैटिस्फाई करती। चौथी समीर है जिहड़ा वो मेहर तो छोटा है, जिहड़ा समीर है वो मेहर तो छोटा, कहना मतलब मेहर वड्डा तो, ओके। चौथी भी सैटिस्फाई होगी। पंजवीं गंगा सब तो वड्डी है, गंगा का तो मामला निबड़ गया, गंगा की सब तो वड्डी है, ठीक है, गंगा सब तो वड्डी है। हुण कहते दोस्तों इन्हां विच सब तो छोटा किहड़ा गा, सब तो छोटा हुण आपां लाउण लग जाने, सब तो वड्डी तो हैगी गंगा, ठीक है। इस तो बाद दूजे नंबर सब तो वड्डा हैगा अंमृत, ठीक है। अंमृत तो वड्डी कौन है, मेहर,
ठीक है। मेहर ਵੱਡੀ है कवि तो, कवि तो ਵੱਡਾ कौन है समीर। तो मेहर तो बाद ਕਿਹੜਾ आ जाऊगा अपना, मेहर तो बाद आ जाऊगा एक मिनट, ठीक है जी। इस तो बाद आप देखना, हाँ मेहर आ पे मेहर, मेहर की तो ਵੱਡਾ ਹੈਗਾ समीर तो, मेहर समीर तो ਵੱਡਾ ਹੈਗਾ, ਇਹ ਗੱਲ ਯਾਦ ਰੱਖਣੀ ਹੈ। ਤੇ ਇੱਥੇ ਆ ਜਾਊਗਾ ਹੁਣ ਸਮੀਰ, ਠੀਕ ਹੈ। ਮੇਹਰ ਵੱਡਾ ਹੈਗਾ, ਇੱਕ ਮਿੰਟ, ਜਿਹੜਾ ਮੇਹਰ ਹੈਗਾ ਉਹ ਵੱਡਾ ਹੈਗਾ ਸਮੀਰ ਤੋਂ, ਠੀਕ ਹੈ। ਤੇ ਸਮੀਰ ਕਿਤੋਂ ਵੱਡਾ ਹੈਗਾ ਕਵੀ ਤੋਂ, ਠੀਕ ਹੈ। ਆ ਦੇਖੋ ਬਣ ਗਈ ਨਾ ਸਿਚੁਏਸ਼ਨ ਸਾਰੀ। ਤੇ ਇਹਦੇ 'ਚ ਕੀ ਪੁੱਛਿਆ ਇਹਨਾਂ 'ਚ ਸਭ ਤੋਂ ਛੋਟਾ ਜਿਹੜਾ ਸਭ ਤੋਂ ਛੋਟਾ ਕਵੀ ਹੈ ਭਾਈ, ਠੀਕ ਹੈ। ਸਭ ਤੋਂ ਛੋਟਾ ਕੌਣ ਹੈ, ਕਵੀ ਹੈ। ਇਹ ਦੇਖ ਲਓ ਕਰਕੇ ਆਪਰੇਸ਼ਨ, ਠੀਕ ਹੈ। ਜਿੱਦਾਂ ਜਿਹੜੀ ਚੀਜ਼ ਵੱਡੀ ਹੁੰਦੀ ਉਹਦੇ ਵੱਲ ਮੂੰਹ ਖੋਲ੍ਹ ਦਿਆ ਕਰੋ, ਜਿਹੜੀ ਚੀਜ਼ ਛੋਟੀ ਉਹਦੇ ਮਤਲਬ ਵੱਲ ਮੂੰਹ ਬੰਦ ਕਰ ਦਿਆ ਕਰੋ। ਹੁਣ ਚੱਲਦੇ ਆਪਾਂ ਅਗਲੇ ਆਪਰੇਸ਼ਨ 'ਤੇ। ਕਿ ਜਿਸ ਤਰ੍ਹਾਂ ਐਸਟਰੋਨੋਮੀ ਨੂੰ ਸਾਟ ਪੋਨੀਅਮ ਲਿਖਿਆ ਗਿਆ, ਉਸੇ ਤਰ੍ਹਾਂ FEN ਗ੍ਰੀਕ ਨੂੰ ਕਿਵੇਂ ਲਿਖਿਆ ਜਾਊਗਾ। ਇਹਦਾ ਪੁੱਤਰ ਥੋੜ੍ਹਾ ਸੈਂਸ ਆਫ ਹਿਊਮਰ ਕੰਮ ਕਰਨਾ। ਇੱਥੇ ਦੇਖੋ ਕੋਈ ਬਾਹਲਾ ਔਖਾ ਸਵਾਲ ਨਹੀਂ ਹੈਗਾ, ਦੋਨੇ ਚੀਜ਼ਾਂ ਨੂੰ ਕੰਪੇਅਰ ਕਰ ਦਿਓ। ਜਿਹੜੀ ਇਹਦੀ ਏ ਆ ਉਹ ਇੱਧਰ, ਜਿਹੜੀ ਇੱਧਰ ਪਹਿਲਾ ਸ਼ਬਦ ਉਹ ਤਾਂ ਦੂਜੇ ਨੰਬਰ 'ਤੇ ਲਾਤਾ। ਕਹਿੰਦਾ ਵੀ ਜਿਹੜਾ ਇੱਧਰ ਪਹਿਲਾ ਸ਼ਬਦ ਹੈਗਾ ਉਹ ਆਪਾਂ ਲਾ ਦੇਣਾ ਦੂਜੇ ਨੰਬਰ 'ਤੇ। ਦੂਜੇ ਨੰਬਰ 'ਚ ਐਪ ਕਿਹਦੇ ਮੂਹਰੇ ਆ ਰਹੀ ਹੈ, ਇਹਦੇ ਮੂਹਰੇ ਆ ਰਹੀ ਹੈ, ਤਾਂ ਇਹ ਆਪਸ਼ਨ ਤਾਂ ਕੱਟੀ ਗਈ, ਠੀਕ ਹੈ। ਇਸ ਤੋਂ ਬਾਅਦ ਜਿਹੜਾ ਨਾ ਦੂਸਰਾ ਅੱਖਰ ਉਹ ਪਹਿਲੇ ਨੰਬਰ 'ਤੇ ਆ ਰਿਹਾ ਹੈਗਾ, ਤਾਂ ਇਹ ਈ ਆ ਜੂਗੀ ਮੂਹਰੇ, ਠੀਕ ਹੈ। EF ਤਿੰਨਾਂ 'ਚ ਹੀ ਆ ਰਿਹਾ ਹੈਗਾ, ਠੀਕ ਹੈ। ਇਸ ਤੋਂ ਬਾਅਦ ਯੂ ਵੀ ਤਿੰਨਾਂ 'ਚ ਹੀ ਆ ਰਿਹਾ ਹੈਗਾ, ਅਤੇ N ਵੀ ਤਿੰਨਾਂ 'ਚ ਹੀ ਆ ਰਿਹਾ ਹੈਗਾ। ਹੁਣ ਕੰਪੀਟੀਸ਼ਨ ਪਊਗਾ ਇੱਥੇ ਜਾ ਕੇ, ਹੁਣ ਪਊਗਾ ਚੌਥੇ 4 ਅੱਖਰ ਦਾ ਕਵਰ ਕਰ ਲਿਆ ਆਪਾਂ। ਹੁਣ ਪੰਜਵੇਂ 'ਤੇ ਜਿਹੜਾ ਆਹ ਉਹ ਆ ਪੰਜਵਾਂ ਅੱਖਰ ਇਹਨਾਂ ਦਾ, ਉਹ ਪਿਛਲੇ ਪਾਸੋਂ ਕਿਵੇਂ ਨਾ ਇੱਧਰ ਪਿਛਲੇ ਪਾਸਿਓਂ ਉਹ 1 2 3 4 ਪਿਛਲੇ ਪਾਸੋਂ ਚੌਥੇ ਨੰਬਰ 'ਤੇ ਹੈ। ਜਿਹਨਾਂ ਦਾ ਪੰਜਵਾਂ ਅੱਖਰ ਹੈ 1 2 3 4 5, ਇਹ ਪਿਛਲੇ ਪਾਸੋਂ ਚੌਥੇ ਨੰਬਰ 'ਤੇ ਪਤਾ 1 2 4, ਪਿਛਲੇ ਪਾਸੋਂ ਚੌਥੇ ਨੰਬਰ 'ਤੇ ਆ ਰਿਹਾ ਜੀ। ਜੀ ਤਾਂ ਇਹਨਾਂ ਦੇ ਵਿੱਚ ਪਾਏ ਨਹੀਂ ਜੀ, ਤਾਂ ਫਿਰ ਇਹਦੇ ਵੀ ਪੁੱਤਰੋਂ ਮਿਸਟੇਕ ਰਹੇਗੀ ਇੱਕ, ਹੈ ਨਾ। ਜੀ ਨਹੀਂ ਪਾਈ ਹੈਗੀ, ਇਹ ਜੇ ਜੀ ਦੀ ਮਿਸਟੇਕ ਰਹਿੰਦੀ। ਚਲੋ ਇਹ ਚੀਜ਼ ਛੱਡੋ, ਆਪਾਂ ਇਹ 'ਚ ਦੂਸਰੇ ਤਰੀਕੇ ਨਾਲ ਕੱਢ ਕੇ ਦੇਖ ਲੈਂਦੇ ਹਾਂ, ਪਿੱਛੋਂ ਚੱਕ ਲੈਂਦੇ ਆਪਾਂ। ਜਿਵੇਂ ਇੱਥੇ ਲਿਖਿਆ ਹੋਇਆ ਨੋਮੀ, ਇੱਥੇ ਨਾ 4 ਅੱਖਰਾਂ 'ਚ ਲਿਖਿਆ ਹੋਇਆ ਹੈਗਾ ON/M, ਕਹਿਣਾ ਮਤਲਬ ਕਿ ਇਹਨਾਂ ਨੇ ਇਹ ਦੋਨਾਂ ਨੂੰ ਉਲਟ ਕਰਤਾ, NO ਨੂੰ ਉਲਟ ਕਰਤਾ ਅਤੇ MY ਨੂੰ ਉਲਟ ਕਰਤਾ। ਜਿਵੇਂ ਆਪਾਂ ਇਹਨੂੰ ਉਲਟ ਕਰ ਦਿੰਦੇ ਹਾਂ, ਇੱਥੇ ER ਲਿਖ ਦਿੰਦੇ ਹਾਂ ਅਤੇ KE ਲਿਖ ਦਿੰਦੇ ਹਾਂ, ਠੀਕ ਹੈ। ER ਅਤੇ KE ਕਿਹਦੇ ਪਿੱਛੇ ਬਣ ਰਿਹਾ ਹੈਗਾ, D ਆਪਸ਼ਨ ਵਿਚਾਲੇ ਬਣ ਰਿਹਾ, ਤਾਂ ਇੱਥੋਂ ਵੀ ਇਹ ਸਹੀ ਹੋ ਜਾਊਗਾ ਆਨਸਰ, ਠੀਕ ਹੈ ਬੱਚੋ। ਇੱਥੋਂ ਵੀ ਇਹ ਸਹੀ ਹੋ ਜਾਊਗਾ, D ਨੰਬਰ ਆਪਸ਼ਨ ਇਹਦਾ ਆਨਸਰ ਆ ਜਾਊਗਾ, ਠੀਕ ਹੈ। ਇਹ ਗੱਲ ਵੀ ਯਾਦ ਰੱਖਣੀ ਹੈ। ਕਈ ਵਾਰੀ ਪਿਛਲੇ ਅੱਖਰ ਤੋਂ ਮਿਲਾ ਕੇ ਚੱਕ ਲੈਣ ਦੇ ਵਿੱਚ ਕੋਈ ਹੋਰ ਫੰਡਾ ਲੱਗਦਾ ਹੁੰਦਾ ਹੈਗਾ। ਇਸ ਤੋਂ ਬਾਅਦ ਅਗਲਾ ਆਪਰੇਸ਼ਨ PSV ਤੋਂ ਬਾਅਦ UZE ਲਾਇਆ ਹੋਇਆ ਇਹਨਾਂ ਨੇ। ਇਹ ਦੱਸੋ ਕਿਵੇਂ ਲਾਇਆ ਹੋਇਆ ਹੈਗਾ। ਦੇਖੋ ਜੀ ਇਹ ਸਵਾਲ ਤੁਸੀਂ ਆਪਦੇ ਆਪ ਕੱਢ ਲਿਓ, ਠੀਕ ਹੈ ਮਤਲਬ, ਕਿਉਂਕਿ ਇਹਦੇ 'ਚ ਕੈਲਕੂਲੇਸ਼ਨ ਬੜੀ ਲੰਬੀ ਵਗ ਜੂਗੀ, ਮੈਨੂੰ ਇਕੱਲੀ ABC ਤਾਰਨੀ ਪਊਗੀ। ਇਹ ਸਵਾਲ ਤੁਸੀਂ ਆਪਦੇ ਆਪ ਕੱਢਣਾ ਹੈਗਾ, ਠੀਕ ਹੈ। PSC ਵਾਲਾ ਜੇ ਨਾ ਆਇਆ ਤਾਂ ਮੈਨੂੰ ਦੱਸ ਦਿਓ, ਪਜਾਮਾ ਲੈ ਕੇ ਮੈਂ ਆਪਦੇ ਆਪ ਕੱਢ ਦੂੰਗਾ, ਅਤੇ ਇਹ ਜ਼ਰੂਰ ਕੱਢ ਲਿਓ ਤੁਸੀਂ ਆਪਦੇ ਆਪ। B ਨੰਬਰ ਆਪਸ਼ਨ ਬਣਦਾ ਇਹਦਾ ਆਨਸਰ। ਇਸ ਤੋਂ ਬਾਅਦ ਅਗਲਾ ਕਰਵਾ, ਜਿਵੇਂ ਪਾਉਂਡ ਨੂੰ ਆਪਾਂ ਜੈਨ ਕਹਿ ਦਿੰਦੇ। ਪਾਉਂਡ ਕੀ ਹੈ, ਕਰੰਸੀ ਹੈ। ਜੈਨ ਵੀ ਇੱਕ ਕਰੰਸੀ ਹੈ। ਤਾਂ ਪੋਲੋ ਕੀ ਹੈ, ਪੋਲੋ ਜਿਹੜੀ ਖੇਡ ਹੁੰਦੀ ਹੈ, ਇਹ ਇੱਕ ਗੇਮ ਹੈ। ਇਹ ਕਾਹਦੇ ਨਾਲ ਸੰਬੰਧਿਤ ਹੈਗੀ, ਰਾਈਡ ਨਾਲ ਸੰਬੰਧਿਤ। ਰਾਈਡ ਮੈਨੇ ਘੋੜ ਸਵਾਰੀ, ਠੀਕ ਹੈ। ਤਾਂ ਇਹਦਾ ਆਨਸਰ ਆ ਜਾਊਗਾ ਆਪਣਾ ਰਾਈਡ, C ਨੰਬਰ ਆਪਸ਼ਨ। ਇਸ ਤੋਂ ਬਾਅਦ ਅਗਲਾ ਕਹਿੰਦੇ ACFG ਨੂੰ ਆਪਾਂ EGJN ਲਿਖਤਾ ਹੈਗਾ। ਉਹ ਜਿਵੇਂ ਇਹਨੂੰ ਕਿਵੇਂ ਲਿਖਾਂਗੇ, ਕਹਿੰਦੇ ਦੇਖੋ ABC ਕਿੰਨੇ ਅੱਖਰਾਂ ਦਾ ਫਰਕ ਪਿਆ ਹੈਗਾ, A ਤੋਂ ਬਾਅਦ BCDE, 3 ਅੱਖਰ ਛੱਡ ਕੇ ਚੌਥਾ ਅੱਖਰ ਚੱਕ ਲਵਾਂਗੇ, ਜਿਵੇਂ GHIJKLM, ਤਾਂ M ਕਿਹਦੇ ਮੂਹਰੇ ਆ ਰਹੀ ਹੈ, ਇਹਦੇ ਮੂਹਰੇ ਆ ਰਹੀ ਹੈ, ਤਾਂ ਐਂ ਕਰਕੇ ਚੱਕ ਲਿਓ, ਠੀਕ ਹੈ। ਡਿਫਰੈਂਸ ਕੱਢ ਕੇ ਅੱਖਰਾਂ ਦਾ A ਨੰਬਰ ਆਪਸ਼ਨ ਆਨਸਰ ਆ ਜਾਊਗਾ ਇਹਦਾ। ਇਸ ਤੋਂ ਬਾਅਦ ਅਗਲਾ ਕਹਿੰਦੇ 243 ਨੂੰ 819 ਅਤੇ 163 ਨੂੰ ਕੀ ਲਿਖਿਆ ਜਾਊਗਾ, ਠੀਕ ਹੈ। ਤਾਂ ਇਹ ਕੀ ਬਣ ਗੂ ਆਪਰੇਸ਼ਨ, ਕਿਹੜੀ ਇਹ ਬਣ ਰਹੀ ਹੈ, ਕਹਿੰਦੇ 243 ਨੂੰ ਜੇ ਆਪਾਂ 1819 ਲਿਖਣਾ ਗਾ, ਅਤੇ 2 ਅਤੇ 4 6 7 8 9 9 ਬਣ ਗਿਆ, ਠੀਕ ਹੈ। ਅਤੇ ਜਦੋਂ 8 1 9 ਨੂੰ ਜੋੜਾਂਗੇ 9 ਅਤੇ 10 18 ਬਣ ਗਿਆ, ਤਾਂ 2 ਨਾਲ ਗੁਣਾ ਹੋ ਕੇ 18 ਬਣ ਰਿਹਾ ਹੈਗਾ, ਠੀਕ ਹੈ। ਉਹ ਜਿਵੇਂ ਆਪਾਂ 163 ਦਾ ਕੱਢ ਲੈਂਦੇ ਹਾਂ, ਇਹ ਬਣ ਜੂ 10, ਠੀਕ ਹੈ। ਤਾਂ ਇਹਨੂੰ 2 ਨਾਲ ਜਦੋਂ ਆਪਾਂ ਗੁਣਾ ਕਰਾਂਗੇ ਇੱਥੇ ਬਣ ਜੂ 20, ਤਾਂ 20 ਕਿਹਦਾ ਬਣ ਰਿਹਾ ਹੈਗਾ, 20 ਕਿਹਦਾ ਜੋੜ ਬਣ ਰਿਹਾ ਹੈਗਾ, ਦੇਖੋ 20 ਜੋੜ ਬਣਾਉਣਾ ਆਪਾਂ।
ਦੇਖੋ ਇਹਦਾ ਬਣਦਾ ਸੀ ਜਦੋਂ ਇਹਨਾਂ ਨੂੰ ਜੋੜਿਆ ਆਪਾਂ 4 3 7 8 9 9 ਨੂੰ ਜੋੜਿਆ, ਜਦੋਂ ਇੱਧਰ ਜੋੜਿਆ 9 10 18 ਬਣਦੇ ਕਿਹੜਾ 9 ਦੀ 2 ਨਾਲ ਗੁਣਾ ਕਰੇ 18 ਜੋੜ ਬਣ ਰਿਹਾ ਸੀ ਇਹਦਾ। ਉਹ ਜਦੋਂ ਆਪਾਂ ਜਦੋਂ 163 ਨੂੰ ਜੋੜਿਆ 163 ਦਾ ਬਣ ਰਿਹਾ ਸੀ ਜੋੜ 10, ਜਦੋਂ 10 ਨੂੰ 2 ਨਾਲ ਕਰਾਂਗੇ 20। ਹੁਣ ਦੇਖਦੇ 20 ਕਿਹਦਾ ਬਣ ਰਿਹਾ ਇਹਨਾਂ ਦੇ ਵਿੱਚੋਂ ਜੋੜ, ਤਾਂ 20 ਬਣ ਰਿਹਾ ਹੈਗਾ 7 ਦੇ 5 7 ਦੇ 8 ਤੇ 8 16 15 15 ਇਹ ਨੰਬਰ ਆਪਸ਼ਨ ਦੀ ਬਣ ਰਿਹਾ 20 ਜੋੜ, ਤਾਂ ਇਹ ਨੰਬਰ ਆਪਸ਼ਨ ਜਿਹੜਾ ਆਨਸਰ ਆ ਜਾਊਗਾ। ਅਗਲਾ ਵੀ ਕਿਸੇ ਦਾ ਕੰਪੇਅਰ ਨੂੰ ਕਹਿੰਦੇ ਆਏ ਕੋਡ ਦੇ ਵਿੱਚ ਲਿਖਿਆ ਗਿਆ, ਕਨੈਕਟ ਨੂੰ ਆਏ ਲਿਖਿਆ ਗਿਆ, ਤਾਂ ਕੰਪੈਕਟ ਨੂੰ ਕਿਵੇਂ ਲਿਖਿਆ ਜਾਊਗਾ। ਤਾਂ ਸੀ ਦਾ ਕੋਡ ਕਿੰਨਾ ਗਾ 3, ਓ ਦਾ ਕੋਡ ਕਿੰਨਾ ਲਾਇਆ ਵਾ ਇਹਨਾਂ ਨੇ 4, ਐਮ ਦਾ ਕੋਡ ਕਿੰਨਾ ਲਾਇਆ ਵਾ 7, ਠੀਕ ਹੈ। ਅਤੇ ਪੀ ਦਾ ਕੋਡ ਕਿੰਨਾ ਲਾਇਆ ਵਾ ਇਹਨਾਂ ਨੇ 9, ਅਤੇ ਏ ਦਾ ਕੋਡ ਕਿੰਨਾ ਲਾਇਆ ਵਾ 1, ਅਤੇ ਸੀ ਦਾ ਕੋਡ ਕਿੰਨਾ ਲਾਇਆ ਹੋਇਆ ਇਹਨਾਂ ਨੇ, ਸੀ ਦਾ ਕੋਡ ਲਾਇਆ ਹੋਇਆ 3, ਅਤੇ ਟੀ ਦਾ ਕੋਡ ਕਿੰਨਾ ਲਾਇਆ ਹੋਇਆ 2। 34 79 132 34 79 ਇਹ ਨੰਬਰ ਆਪਸ਼ਨ ਦਾ ਆਨਸਰ ਆ ਜਾਊਗਾ ਭਾਈ, ਠੀਕ ਹੈ। ਉਹੀ ਚੀਜ਼ ਅੱਖਰ ਕੰਪੇਅਰ ਕਰਕੇ ਲਾਏ ਹੋਏ ਆ। ਇਸ ਤੋਂ ਬਾਅਦ ਅੱਗੇ ਕੀ ਆਊਗਾ, ਐਫ ਤੋਂ ਬਾਅਦ IMPT। ਦੇਖੋ ਬੱਚੇ ਡਿਫਰੈਂਸ ਕੱਢਿਆ ਵਾ, ਹੋਰ ਕੁਛ ਨਹੀਂ ਕੱਢਿਆ ਵਾ। ਜਿਵੇਂ ਦੇਖੋ EF GHI JKLM NOP QRST। ਇੱਕ ਥਾਂ 'ਤੇ 2 ਦਾ ਫਰਕ ਪੈ ਰਿਹਾ, ਇੱਕ ਪਾਸੇ 3 ਦਾ ਫਰਕ ਪੈ ਰਿਹਾ ਹੈਗਾ, ਠੀਕ ਹੈ। ਚਲੋ ਕੱਢ ਹੀ ਦਿੰਦੇ ਹਾਂ। F GHI, ਠੀਕ ਹੈ। ਇਸ ਤੋਂ ਬਾਅਦ JKLM, ਇੱਥੇ 3 ਦਾ ਫਰਕ ਪੈ ਗਿਆ, ਇੱਥੇ 2 ਦਾ ਫਰਕ ਪਾਇਆ ਸੀ। ਹੁਣ NOP ਪਤਾ, ਠੀਕ ਹੈ। QRST ਟੀ ਦਾ ਪਤਾ, ਠੀਕ ਹੈ। ਇੱਥੇ 2 ਦਾ ਫਰਕ ਪੈ ਗਿਆ ਸੀ, ਇੱਥੇ 3 ਦਾ ਫਰਕ ਪੈ ਗਿਆ। ਹੁਣ ਇਹ ਤੋਂ ਬਾਅਦ 2 ਦਾ ਫਿਰ ਪਾਵਾਂਗੇ TUBW, ਤਾਂ ਇਹ ਨੰਬਰ ਆਪਸ਼ਨ ਦਾ ਆਨਸਰ ਆ ਜਾਊਗਾ ਬਿਲਕੁਲ ਸਹੀ, ਠੀਕ ਹੈ। ਇਸ ਤੋਂ ਬਾਅਦ ਚੱਲਦੇ ਆਪਾਂ ਮੈਥ ਦੇ ਸਵਾਲ 'ਤੇ। ਮੈਥ ਦਾ ਸਵਾਲ ਬਹੁਤ ਇੰਪੋਰਟੈਂਟ ਹੈ, ਸਾਰੇ ਬੱਚਿਆਂ ਨੇ ਇਹ ਸਵਾਲ ਜ਼ਰੂਰ ਕੱਢਣਾ ਗਾ, ਦੇਖਣਾ ਧਿਆਨ ਨਾਲ, ਠੀਕ ਹੈ। ਪਹਿਲਾਂ ਤੁਸੀਂ ਆਪਦੇ ਆਪ ਕੱਢ ਕੇ ਦੇਖਿਓ। ਇਹ ਕਹਿੰਦੇ 1 ਦੀ 3 ਨਾਲ, 2 ਦੀ 3 ਨਾਲ, ਇਸ ਤਰ੍ਹਾਂ 3 ਦੀ 3 ਨਾਲ, ਐਂ ਕਰ ਕਰਕੇ ਜਦੋਂ ਆਪਾਂ ਜੋੜ ਕਰੀ ਜਾਂਦੇ ਹਾਂ ਤਾਂ ਕਹਿੰਦਾ ਸਾਰਿਆਂ ਦਾ ਜੋੜ ਜਿਹੜਾ ਬਣਦਾ ਗਾ ਉਹ 3025 ਬਣਦਾ ਗਾ। ਇਹ ਕਹਿਣਾ ਚਾਹੁੰਦੇ ਆ ਕਿ ਇਹਦਾ ਸਾਰਿਆਂ ਦਾ ਜੋੜ ਭਾਈ ਬਣਦਾ ਜਿਹੜਾ ਉਹ 3025 ਬਣਦਾ ਗਾ। ਚਲੋ ਇਹ ਗੱਲ ਆਪਾਂ ਮੰਨ ਲਈ ਕਿ ਵੀ 3025 ਬਣਦਾ ਹੋਊਗਾ। ਹੁਣ ਆਪਾਂ ਗੱਲ 'ਤੇ ਜਾਣਾ ਗਾ ਸਿਰੇ ਤੱਕ, ਠੀਕ ਹੈ। ਦੇਖੋ ਇੰਨੀ ਗੱਲ ਤਾਂ ਆਪਾਂ ਨੂੰ ਕਲੀਅਰ ਪਤਾ ਲੱਗ ਗਈ 3025 ਬਣਦਾ। ਇਸ ਤੋਂ ਬਾਅਦ ਕਹਿੰਦੇ ਅਗਲੀ ਸੀਰੀਜ਼ ਬਣਾਉਣੀ ਆ। ਹੁਣ ਆਪਾਂ 2 3 4 5 ਕਹਿੰਦੇ ਜੇ ਆਪਾਂ 2 3 ਤੋਂ ਜਾ ਕੇ 4 5 ਤੱਕ ਜੋੜ ਕੇ ਫਿਰ ਕਿੰਨਾ ਬਣੂਗਾ, ਫਿਰ ਦੱਸਣਾ ਕਿੰਨਾ ਬਣੂਗਾ। ਤੁਸੀਂ ਦੇਖੋ ਆਪਾਂ ਚੀਜ਼ਾਂ ਕਾਮਨ ਕੱਢ ਲੈਂਦੇ ਹਾਂ, ਠੀਕ ਹੈ। ਆਪਾਂ ਚੀਜ਼ਾਂ ਕੀ ਕਰਦੇ ਹਾਂ, ਕਾਮਨ ਕੱਢ ਲੈਂਦੇ ਹਾਂ। ਕਾਮਨ ਕਿਵੇਂ ਕੱਢਾਂਗੇ ਆਪਾਂ, ਕਾਮਨ ਦਾ ਫਾਰਮੂਲਾ ਹੁੰਦਾ ਗਾ ਇੱਕ ਆਹ ਜੀ, ਤੁਸੀਂ ਸੇਮ ਟੂ ਸੇਮ ਲਿਖ ਲਈ। ਇਸ ਤੋਂ ਬਾਅਦ ਤੁਹਾਨੂੰ ਇੱਕ ਪਤਾ ਕਿ ਸਾਰਿਆਂ ਦਾ ਕੀ ਹੋ ਰਿਹਾ ਹੈਗਾ, ਕਿਊਬ ਹੋ ਰਿਹਾ ਹੈਗਾ, ਸਾਰਿਆਂ ਕਿਊਬ ਹੋ ਰਿਹਾ ਹੈ। ਜੇ ਆਪਾਂ ਸਭ ਤੋਂ ਛੋਟੀ ਸੰਖਿਆ ਚੱਕਾਂਗੇ ਅਤੇ ਇਹ ਤੁਸੀਂ ਇਹ ਕਰ ਦਾਂਗੇ, ਜਦੋਂ ਇਹ ਸਵਾਲ ਮਿਲ ਜੇ ਤੁਸੀਂ ਇੱਕ ਚੀਜ਼ ਆਹ ਤੁਸੀਂ ਤਾਰ ਹੀ ਲੈਣੀ ਹੈ ਸੇਮ ਟੂ ਸੇਮ, ਠੀਕ ਹੈ। ਉਸ ਤੋਂ ਬਾਅਦ ਜਿਹੜੀ ਅਗਲੀ ਸੰਖਿਆ ਹੁੰਦੀ ਉਹਦੀ ਪਹਿਲੀ ਚੀਜ਼ ਜਿਹੜੀ ਆ ਗਈ, ਤੁਮੇ 2 ਦੀ 3 ਆ ਗਏ, ਇਹਨੂੰ ਜਦੋਂ ਆਪਸ ਵਿੱਚ ਕਰੀ ਇਹ ਬਣ ਗਿਆ 8। ਤਾਂ 2/3 ਆ ਜਿਹੜਾ ਕਾਮਨ ਆ ਸਾਰਿਆਂ ਦੇ ਵਿੱਚ, ਸਾਰਿਆਂ ਵਿੱਚ ਕਾਮਨ ਆਊਗਾ 2/3। ਤਾਂ ਜਿਹੜਾ ਇਹ 8 ਆ ਗਿਆ, 8 ਨੂੰ ਤੁਸੀਂ 3025 ਨਾਲ ਗੁਣਾ ਕਰ ਦਿਓ, ਤਾਂ ਆਪਣਾ ਆਨਸਰ ਆ ਜਾਊਗਾ 24200। ਤਾਂ ਇਹ ਨੰਬਰ ਜਿਹਦੇ ਬੱਚੇ ਨੇ ਡੀ ਨੰਬਰ ਆਪਸ਼ਨ ਲਾਇਆ ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈ। ਇਹ ਰੱਟਾ ਲਾ ਲਓ ਬਸ ਇਹ ਸਵਾਲ ਦੇਖਦਾ। ਜੇ ਇੱਥੇ 2 ਹੁੰਦਾ ਇਹਦੇ ਸਾਥ 2 ਸਕੁਅਰ ਆਈ ਜਾਂਦਾ ਹੁੰਦਾ, ਫਿਰ ਤੁਸੀਂ 3025 ਦੀ 4 ਨਾਲ ਗੁਣਾ ਕਰਨੀ ਸੀ, ਠੀਕ ਹੈ। ਇਹ ਇੱਕ ਬਸ ਟ੍ਰਿਕ ਹੀ ਹੈ, ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲਓ ਬਸ। ਇਹ ਸਵਾਲ ਤਾਂ ਲਿਖਣ ਨੂੰ ਨਹੀਂ, ਯਾਦ ਕਰਨ ਨੂੰ ਕਿਹਾ ਮੈਂ ਤੁਹਾਨੂੰ, ਠੀਕ ਹੈ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਕਹਿੰਦੇ ਇੱਕ ਸੰਖਿਆ ਪ੍ਰਣਾਲੀ ਵਿੱਚ 145 28 ਨੂੰ ਕਿਸੇ ਸੰਖਿਆ ਦੇ ਵਿਭਾਜਿਤ ਕਰਨ ਨਾਲ, ਠੀਕ ਹੈ, ਕਰਨ ਨਾਲ ਸ਼੍ਰੇਸ਼ ਨੂੰ ਭਾਗਫਲ 83 ਅਤੇ ਬਾਕੀ 3 ਬਚਦੇ ਆ। ਕਹਿੰਦੇ 145 ਨੂੰ ਆਪਾਂ ਕਿਹੜੀ ਸੰਖਿਆ ਦੇ ਵੰਡੀਏ ਕਿ ਭਾਗਫਲ ਤਾਂ ਆਪਣੇ ਕੋਲ 33 ਆਵੇ, ਠੀਕ ਹੈ। ਭਾਗਫਲ ਦਾ 33 ਆਵੇ ਅਤੇ ਬਾਕੀ ਆਪਣੇ ਕੋਲ 3 ਬਚਣ। ਤਾਂ ਇਹਦਾ ਸਭ ਤੋਂ ਸੌਖਾ ਤਰੀਕਾ ਇੱਕ ਹੀ ਹੈ, ਆਪਸ਼ਨਾਂ ਚੱਕ ਲਓ। ਕੀ ਚੱਕ ਲਓ, ਆਪਸ਼ਨਾਂ ਚੱਕ ਲਓ। ਸਭ ਤੋਂ ਪਹਿਲਾਂ ਤੁਸੀਂ ਕੀ ਕਰੋ, ਆਪਾਂ ਆਹ ਵੈਲੂ ਦੇ ਬਰਾਬਰ ਲੈ ਕੇ ਆਉਣੀ ਹੈ ਵੈਲੂ, ਠੀਕ ਹੈ। ਤੁਸੀਂ ਕੀ ਕਰੋ, ਜਿਹੜਾ ਆਪਣਾ 165 ਚੱਕ ਲਓ ਪਹਿਲਾਂ, 165 ਦੀ 83 ਨਾਲ ਕਰੋ ਗੁਣਾ। ਜਦੋਂ ਆਪਾਂ 165 ਦੀ 83 ਨਾਲ ਗੁਣਾ ਕਰਦੇ ਹਾਂ, ਠੀਕ ਹੈ, ਤਾਂ ਆਪਣੇ ਕੋਲ ਆਉਂਦਾ ਗਾ 13695। ਤਾਂ ਇਹਦੇ ਵਿੱਚ ਜਦੋਂ ਆਪਾਂ 3 ਬਾਕੀ ਵਾਲੇ ਜੋੜਾਂਗੇ ਤਾਂ ਇਹ ਰਕਮ ਇਹਦੇ ਨੇੜੇ ਤੇੜੇ ਬਣ ਰਹੀ ਹੈ, ਨਹੀਂ ਬਣ ਰਹੀ, ਤਾਂ ਇਹ ਆਪਸ਼ਨ ਨਹੀਂ ਆ ਸਕਦਾ ਆਨਸਰ।
ਹੁਣ ਆਪਾਂ ਚੱਕਦੇ ਹਾਂ ਸੈਕਿੰਡ ਆਪਸ਼ਨ 185। ਜਦੋਂ 185 ਦੇ ਆਪਾਂ 83 ਨਾਲ ਗੁਣਾ ਕੀਤੀ ਤਾਂ ਇਹ ਬਣ ਜੂਗਾ 15355। ਆਪਾਂ ਬਣਾਉਣੀ ਹੈ ਕਿ 14528, ਤਾਂ ਇਹ ਵੀ ਨਹੀਂ ਆ ਸਕਦਾ। ਨਾ ਤਾਂ 165 ਆਵੇ ਨਾ 185 ਆਵੇ। 195 ਤਾਂ ਆ ਹੀ ਨਹੀਂ ਸਕਦਾ ਕਿਉਂਕਿ ਜਦੋਂ 185 ਉੱਤੋਂ ਟੱਪੀ ਜਾਂਦਾ ਤਾਂ ਕੱਟ ਮਗਰ ਆਪਸ਼ਨ ਬਚ ਗਈ 175। ਤਾਂ ਜਦੋਂ ਆਪਾਂ 175 ਦੀ ਗੁਣਾ ਕਰਾਂਗੇ 83 ਨਾਲ ਤਾਂ ਇਹ ਆ ਜੂਗਾ ਆਪਣੇ ਕੋਲੇ 14525। ਇਹਦੇ ਵਿੱਚ ਜਿਹੜੇ ਤਿੰਨ ਬਾਕੀ ਬਚੇ ਆ ਉਹ ਤਿੰਨ ਐਡ ਕਰ ਲਾਂਗੇ ਤਾਂ 14528। ਤਾਂ ਡੀ ਨੰਬਰ ਆਪਸ਼ਨ ਇਹਦਾ ਆਨਸਰ ਆ ਜੂਗਾ ਭਾਈ। ਠੀਕ ਹੈ, ਜਮਾਂ ਸੌਖੇ ਤਰੀਕੇ ਨਾਲ ਕਰਵਾਇਆ ਹੋਇਆ, ਭਾਗ ਗੁਣੇ ਕਰਨੀ ਸੀ ਬਸ ਆਪਾਂ ਇਕੱਲੀ। ਸਿੰਪਲੀਫਿਕੇਸ਼ਨ ਦਾ ਸਵਾਲ ਆ ਗਿਆ ਭਾਈ। ਇੱਕ ਸਵਾਲ ਕੱਢੂੰਗਾ, ਬਾਕੀ ਸਾਰੇ ਸਵਾਲ ਤੁਸੀਂ ਆਪ ਕੱਢਣੇ ਆ। ਠੀਕ ਹੈ, 3-4 ਸਵਾਲ ਦਿੱਤੇ ਮੇਰੇ 'ਚ ਮੈਂ। ਦੇਖੋ ਸਭ ਤੋਂ ਪਹਿਲਾਂ ਕਰੋ ਇਹਨੂੰ 4 ਦੂਣੀ 8 ਤੇ 1 9/2। ਇਸ ਤੋਂ ਬਾਅਦ 9 ਦੂਣੀ 18, 18 ਦੇ ਵਿੱਚ 8 ਜੋੜੇ 26। 1 ਗੁਣਾ 1 ਭਾਗ 26/9। ਠੀਕ ਹੈ, ਇਸ ਤੋਂ ਬਾਅਦ ਮਾਈਨਸ 3 ਤੀਆ 39, 39 ਦੇ ਕੇ 40/13। ਹੁਣ ਜਦੋਂ ਆਪਾਂ ਇਹਨੂੰ ਇੱਧਰ ਹੱਲ ਕਰਾਂਗੇ 9/2, ਤਾਂ ਜਦੋਂ ਆਹ ਰੱਖ ਉਹਨੂੰ ਉਲਟਾਵਾਂਗੇ ਆਪਾਂ 9 ਉੱਪਰ ਆ ਜਾਊਗਾ 26 ਥੱਲੇ ਵਗ ਜੂਗਾ, ਮਾਈਨਸ 40/13। ਆਹ ਚੀਜ਼ ਰਹੇਗੀ ਆਪਣੇ ਕੋਲ। ਠੀਕ ਹੈ, ਫਿਰ ਸਭ ਤੋਂ ਪਹਿਲਾਂ ਆਪਾਂ ਗੁਣਾ ਹੱਲ ਕਰਦੇ ਹਾਂ, ਇਸ ਤੋਂ ਬਾਅਦ ਜੋੜ ਇੱਥੇ ਜੋੜ ਹੈ। ਪਲੱਸ 1 ਗੁਣਾ 9/26 ਮਾਈਨਸ 40/13। ਆਹ ਚੀਜ਼ ਬਣ ਗਈ ਆਪਣੇ ਕੋਲ। ਠੀਕ ਹੈ, ਹੁਣ ਆਪਾਂ ਲਿਖ ਲਓ 9/2 ਪਲੱਸ 9/26 ਮਾਈਨਸ 40/13। ਇਹ ਕੱਟੇ ਜਾਣਗੇ, ਇਹ ਕੱਟੇ ਨਹੀਂ ਜਾਂਦੇ ਸੱਚ, ਹੈ ਨਾ। ਹੁਣ ਆਪਾਂ ਇਹਨਾਂ ਦੋਨਾਂ ਦਾ ਜੋੜ ਕਰ ਦਈਏ ਪਹਿਲਾਂ। ਇਹਨਾਂ ਦੋਨਾਂ ਦਾ ਜੋੜ ਕਰਕੇ ਬਾਅਦ ਵਿੱਚ ਆਪਾਂ ਇਹ 'ਚੋਂ 13 ਮਾਈਨਸ ਕਰ ਦਾਂਗੇ। ਠੀਕ ਹੈ, ਇਹ ਤਰੀਕਾ ਵਰਤਣਾ ਹੁਣ ਆਪਾਂ। ਤਾਂ ਜਦੋਂ ਆਪਾਂ ਇਹਨਾਂ ਲਘੁੱਤਮ ਲਾਵਾਂਗੇ 26 ਤੇ 2 ਦਾ ਲਘੁੱਤਮ ਲਾਵਾਂਗੇ ਆਪਾਂ, 2 ਤੇ ਜਾਊਗਾ 13, 1 ਤੇ 2 26, 26 ਲਘੁੱਤਮ ਆ ਜਾਊਗਾ। 26 ਨੂੰ ਜਦੋਂ ਆਪਾਂ 2 ਤੇ ਵੰਡਿਆ ਤਾਂ ਇਹ ਆ ਜਾਊਗਾ 13। ਠੀਕ ਹੈ, ਇਸ ਤੋਂ ਬਾਅਦ 13 ਗੁਣਾ ਜਦੋਂ ਆਪਾਂ 9 ਕਰਾਂਗੇ ਤਾਂ ਆਪਣੇ ਕੋਲ ਆ ਜਾਊਗਾ ਉੱਪਰ 117 ਪਲੱਸ ਇੱਧਰ ਬਣ ਜੂਗਾ 9। ਤਾਂ 117 ਦੇ ਵਿੱਚ ਜਦੋਂ ਆਪਾਂ ਪਲੱਸ 9 ਜੋੜੇ ਤਾਂ ਇਹ ਬਣ ਗਿਆ ਆਪਣੇ ਕੋਲ 126/26। ਤਾਂ 126/26 ਮਾਈਨਸ 40/13। ਆਹ ਚੀਜ਼ ਆ ਗਈ ਦੁਬਾਰਾ ਆਪਣੇ ਕੋਲ। ਠੀਕ ਹੈ, ਹੁਣ ਆਪਾਂ ਇਹਨਾਂ ਨੂੰ ਹੱਲ ਕਰਨਾ ਗਾ। ਜਦੋਂ ਇਹਨਾਂ ਨੂੰ ਹੱਲ ਕਰਾਂਗੇ LCM ਤੁਹਾਨੂੰ ਪਤਾ ਹੀ ਹੈ ਕਿ LCM ਕਿੰਨਾ ਆ ਜਾਊਗਾ ਐਤਕੀ। ਜੋ 13 ਨੂੰ ਆਪਾਂ 26 ਤੇ ਵੰਡਾਂਗੇ, 13 ਨੂੰ 13 ਤੇ 2 26, 26 ਆ ਜਾਊਗਾ LCM। ਤਾਂ 26 1 ਨਾਲ ਕੱਟਿਆ ਗਿਆ, 126 ਵੱਜ ਗਿਆ। 13 2 26 2 ਤਾਂ ਆ ਗਿਆ 80। ਤਾਂ ਜਦੋਂ 80 ਦੇ ਵਿੱਚੋਂ ਆ ਘਟਾਏ ਆਪਾਂ, ਇਹ ਬਣ ਜੂਗਾ 46/26। ਠੀਕ ਹੈ, ਤਾਂ ਜੋ 46/26 ਨੂੰ ਆਪਾਂ ਇਹਦੇ ਉਹ ਕਰਾਂਗੇ ਤਾਂ 1 26 26 0 2 20 ਆ ਜਾਊਗਾ। ਠੀਕ ਹੈ, 20 ਉੱਪਰ 1 ਇੱਧਰ 26 10/13। 10/13 ਕਿੱਥੇ ਪਿਆ? 1 ਸਹੀ 10/13 ਆ ਪਿਆ ਬਈ। ਈ ਨੰਬਰ ਆਪਸ਼ਨ ਇਹਦਾ ਆਨਸਰ ਆ ਜਾਊਗਾ। ਠੀਕ ਹੈ, ਆਹ ਸਵਾਲ ਤੁਸੀਂ ਆਪਦੇ ਆਪ ਕਰਨੇ ਆ ਸਾਰੇ ਬੱਚਿਆਂ ਨੇ। ਇਹ ਐਕਸਟਰਾ ਵੈਸੇ ਨੋਰਮਲ ਦਿੱਤੇ ਹੋਏ ਆ। ਠੀਕ ਹੈ, ਇਹ ਤੁਸੀਂ ਆਪਦੇ ਆਪ ਕੱਢ ਕੇ ਦੇਖ ਲਿਓ। ਜੇ ਨਾ ਆਏ ਤਾਂ ਕੱਲ੍ਹ ਨੂੰ ਕਰਵਾ ਦੂੰਗਾ। ਇਸ ਤੋਂ ਬਾਅਦ ਆ ਗਿਆ ਆਪਾਂ 59ਵੇਂ ਸਵਾਲ 'ਤੇ। ਇਸ ਤੋਂ ਬਾਅਦ ਉਹ ਪਿੰਨ ਦੱਸੋ ਜਿਸ ਦਾ 1/27 ਦੇ ਅਨੁਪਾਤ, ਉਹ ਪਿੰਨ ਦੱਸੋਗੇ ਨਾ ਜਿਸ ਦਾ 1/27 ਦੇ ਸਾਥ ਅਨੁਪਾਤ 3/11 ਅਤੇ 5/9 ਦੇ ਅਨੁਪਾਤ ਦੇ ਬਰਾਬਰ ਹੈ। ਕਹਿੰਦੇ ਇਹਦੇ ਨਾਲ ਦਾ ਅਨੁਪਾਤ ਦੱਸੋ 1/27 ਦੇ ਦਾ। ਇੱਕ ਤਾਂ ਹੋ ਗਿਆ 1 x ਹੋ ਗਈ, ਇੱਕ ਹੋ ਗਿਆ 1/27। ਕਹਿੰਦਾ ਇਹਦਾ x ਵਾਲਾ ਅਨੁਪਾਤ ਪਤਾ ਕਰੋ ਜਿਹੜਾ ਆਹ ਚੀਜ਼ ਦੇ ਬਰਾਬਰ ਹੋਵੇ। ਆਹ ਚੀਜ਼ ਕਹਿੰਦੀ ਇਹਨਾਂ ਨੇ। ਠੀਕ ਹੈ, ਹੁਣ ਆਪਾਂ ਇਹ ਚੀਜ਼ ਹੱਲ ਕਰਨੀ ਹੈ ਬਈ। ਇਹ ਚੀਜ਼ ਨੂੰ ਕਿਵੇਂ ਹੱਲ ਕਰਾਂਗੇ ਹੁਣ ਆਪਾਂ? ਤਾਂ ਤੁਹਾਨੂੰ ਇੱਕ ਚੀਜ਼ ਬਹੁਤ ਕਰਵਾਈਆਂ ਹੋਈਆਂ ਚੀਜ਼ਾਂ ਵੈਸੇ ਨੋਰਮਲ ਚੀਜ਼ਾਂ ਹੈਗੀਆਂ। ਠੀਕ ਹੈ, ਤੁਹਾਨੂੰ ਕੋਈ ਇਹਦੇ 'ਚ ਦੋ ਰਾਏ ਨਹੀਂ ਹੋਣੀ ਚਾਹੀਦੀ ਕਿ ਭਾਈ ਤੁਹਾਨੂੰ ਇਹ ਆਉਂਦਾ ਨਹੀਂ, ਕਿਉਂਕਿ ਬਹੁਤ ਸੌਖੇ ਤਰੀਕੇ ਨਾਲ ਕਰਵਾਏ ਹੋਏ ਆ ਸਾਰੀਆਂ ਚੀਜ਼ਾਂ ਇਹ। ਤਾਂ ਇਹ ਸਵਾਲਾਂ ਦੇ ਵਿੱਚ ਆਪਾਂ ਕਿਵੇਂ ਕਰਦੇ ਹੁੰਦੇ ਹਾਂ, ਦੇਖੋ ਐਕਸ ਤੋਂ ਉਵੇਂ ਤਾਰ ਲਓ। ਇਹ ਦੇਖੋ ਅਨੁਪਾਤ ਨੂੰ ਆਪਾਂ 5 ਜਦੋਂ ਆਪਣੇ ਕੋਲ ਅਨੁਪਾਤ ਹੁੰਦਾ 5/9 ਹੁੰਦੇ ਨੂੰ ਆਪਾਂ 5/9 ਵੀ ਲਿਖ ਸਕਦੇ ਹੁੰਦੇ ਨਾ, ਇਹ ਵੀ ਲਿਖ ਸਕਦੇ ਹੁੰਦੇ ਆ। ਇੱਕ ਹੀ ਚੀਜ਼ ਹੈ ਨਾ, ਉਹ ਜਿਵੇਂ ਆਪਾਂ ਲਿਖ ਲੈਂਦੇ ਹਾਂ x/1/27। ਉਹ ਜਿਵੇਂ ਇੱਧਰ 3/11/5/9 ਆਹ ਚੀਜ਼ ਤਾਰ ਲੈਂਦੇ ਆਪਾਂ। ਠੀਕ ਹੈ, ਇਹ ਚੀਜ਼ ਤਾਰ ਲਈ। ਹੁਣ ਕੀ ਕਰਨਾ? ਜਿਹੜੀ ਥੱਲੇ ਵਾਲੀ ਦੀ ਗੁਣਾ ਹੁੰਦੀ ਹੈ ਉਹ ਤਾਹਲੇ ਨਾਲ ਕਰ ਦੇਦੀ ਹੁੰਦੀ ਹੈ। ਠੀਕ ਹੈ, ਇਹਦੀ ਗੁਣਾ ਇਹਦੇ ਨਾਲ ਕਰ ਦੇਦੀ ਹੁੰਦੀ ਹੈ। ਇਹ ਤੁਹਾਨੂੰ ਪਤਾ ਨਹੀਂ ਇਹ ਚੀਜ਼ਾਂ ਦਾ, ਤਾਂ ਆਪਾਂ ਬਹੁਤ ਵਾਰੀ ਕਰਾਂਗੇ। ਤਾਂ ਜਦੋਂ ਇਹ ਚੀਜ਼ ਕਰਾਂਗੇ ਇਹਦੀ ਗੁਣਾ ਆਪਾਂ ਕਰ ਦਾਂਗੇ ਇਹਦੇ ਨਾਲ, ਇਹ ਤਾਂ ਬਣ ਜੂਗਾ ਇੱਧਰ ਬਣ ਜੂਗਾ 27x। ਠੀਕ ਹੈ,
इधर बन जूगा 9 27 11/55 आ चीज़ बन जू अपने को इस तरह आ सामने सामने वाले आपस के कट्टे जाएंगे तो एक्स की वैल्यू कितनी आ जूगी एक्स बराबर आ जूगा 55 के जो आप वैल्यू कटांगे तो 1/55 आ जूगा तो ये नंबर ऑप्शन है मेरे को सही आंसर है बस ये ना कर दो ये ना कर दो ठीक है क्योंकि जो अपन उल्ट ले उपर लेके जावे देखो जो आप एक तरीका होर दसदा जे आप एक्स बटा 1/27 लिख लिया सी इधर 3/11 लिखता सी तो 5/9 जो आप आ रकम उपर लेके जावे जो मान ला आप उपर लेके जाने रकम 3/11 उपर लेके तो ये रकम उल्टूगी ऑटोमैटिकली उल्टूगी तो भी यह बन जूगा 27/55 जो आप उपर लेके जावे भी 27x/1 27/55 इन्हें आ कटिया गया तो ये क्रॉस मल्टीप्लाई करा 55x बराबर 1 तो एक्स की वैल्यू कढ़ने वास्ते 1/55 तो भी यह आंसर आ जूगा ठीक है तो यह आंसर ए नंबर ऑप्शन है। इस तो बाद कहते दो संख्यावां का जोड़फल कोई दो संख्यावां पुत्रो एक्स होगी मान लो एक बाई मान लो इन्होंने दोनों का जोड़ कितना है 40 है ओके कहते इन्हों का अंतर भी इन्हों का अंतर 4 है तो दोवें संख्यावां का अनुपात पता करो बस कुछ नहीं करना थले आ रकम ला दो प्लस आ माइनस आ प्लस प्लस वाले माइनस ना कट्टे जाएंगे आ प्लस प्लस वाले जुड़ जाएंगे 2/, आ माइनस इतने माइनस हो जाएंगे 36 जो कट्टे गए 22 की वैल्यू कितनी आ गई 22 की वैल्यू आ गई 18 22 की वैल्यू 18 आ गई हुण आपां पता करनी एक्स की वैल्यू आप दोनों के चाहे तो तुसीं वैल्यू ये पुट कर दो चाहे थले पुट कर दो चलो आप ताली पुट कर देंगे एक्स की वैल्यू आपको पता नहीं कितनी है 22 की वैल्यू आप 18 कट लीए तो प्लस 40 तो जो एक्स की वैल्यू कटांगे 40 के 18 घटा देंगे तो इधर कितना आ जूगा अपने को 22 आ जूगा ठीक है तो एक्स की वैल्यू कितनी है 22 है तो 22 की वैल्यू कितनी है 18 हैगी देखो दोनों के डिफरेंस कितना हो गया 4 का जोड़ कितना बनता दोनों का 40 दोनों कंडीशन सैटिस्फाई हो गई तो बस हूँ इन्होंने अनुपात पता करना है अनुपात 22 क्योंकि अनुपात वो पता करना होंगे जिसों तक रकम हेठ तक कट्टी जाती हो तो ये रकम कट्टी जाती है ये जाऊ 11 तो आ जाऊ 9 से तो अनुपात कि आ जूगा 11/9 आ जूगा ठीक है बी नंबर ऑप्शन आंसर बिल्कुल सही है। इस तो बाद अगले प्रश्न से कहते 1 रुपया 50 पैसे तो 5 पैसों के सिक्कों का अनुपात इन्ना गा एक तो है 1 रुपये एक पाया भाई झोले के 50 पैसे एक झोले च पाया 5 पैसे तिनों की रेशो कितनी है 5 पैसों के 7 हिस्से है 50 पैसों के 5 हिस्से 1 रुपये के 3 हिस्से है ओके जी मान लेना ने गल हुण आपां इहनूं ऐ करिए आपां सारिਆਂ ਨੂੰ रुपये कन्वर्ट कर लईए इन्हों पैसों सारिਆਂ ਨੂੰ ठीक है सारे आप पैसों कन्वर्ट कर लिए क्योंकि जो छोटी छोटी रकम के कन्वर्ट करांगे फिर ही अपना सवाल निकलूगा नहीं अपना सवाल नहीं निकलना ठीक है तो वो किवें कन्वर्ट करांगे 1 रुपये च कितने पैसे होंगे 100 पैसे 3 रुपये कितने पैसे होंगे 300 पैसे ठीक है ये गल आ गई इत्थे आपां नूं पता गा 1 हिस्से के कितने पैसे आ 50 पैसे 5 हिस्सों कितने पैसे होणगे 250 पैसे इत्थे आपां नूं पता कि 1 हिस्से कितने पैसे आ 5 पैसे आ 7 हिस्सों कितने पैसे होणगे 35 पैसे तो सारे कहते जी जेकर कुल रकम कि बराबर है 1170 रुपये के बराबर है ओके जी जो आप इन्होंने सारे जोड़ लिया पैसों को ठीक है सारे पैसे जो आप जोड़ांगे इन्हों की वैल्यू कितनी बन जूगी देखो पुत्रों कितनी वैल्यू बनूगी इन्हों की इनू कट्टे भी जाएंगे सच हाँ 0 0 मैंने कट्टे जाएंगे ये जाऊगा 7 ते आ जाऊगा 50 ते आ जाऊगा 30 ते ये कट्टे गए सारे 5 के पहाड़े ते ठीक है ये सारे कट्टे गए 5 के पहाड़े ते 30 50 7 इत्थे लिख लैंदे आपां 30 50 नहीं 60 60 50 7 ये तो कट्टे गए सी किहड़े किहड़े 300 250 ते 35 5 के पहाड़े कट्टे गए सी आ चीज़ आ गई तिन्नां दा जोड़ किहदे बराबर आ गए किन्ने हिस्से हो गए तिन्नां कोले एक 117 हिस्से 117 हिस्से किहदे बराबर है 1170 रुपये के बराबर है 117 पैसे ये 1170 की रुपये है जो आप पैसों बदलांगे इनू तो ये विचाले जो पॉइंट आ कट्टिया जाऊगा तो 1170 बराबर है 117 के तो ये आ जूगा भाई 10 दे तो 1 हिस्से की वैल्यू कितनी है 10 है 1 हिस्से की वैल्यू 10 है हुण पता लग गया ना आपां नूं इन्हें की पूछा कहते हर रुपये के सिक्के रुपये वाले संख्या नहीं दसनी आप जो रुपये वाले सिक्के वो संख्या कितनी हैगी तो 1 हिस्से की वैल्यू कितनी है 1 हिस्से की वैल्यू कितनी है भाई
10 ਪੈਸੇ। ਤੇ 6 ਹਿੱਸਿਆਂ ਦੀ ਵੈਲੂ ਕਿੰਨੀ ਹੋਊਗੀ? 600 ਪੈਸੇ। 6 ਹਿੱਸਿਆਂ ਦੀ ਵੈਲੂ ਕਿੰਨੀ ਹੋਊਗੀ? 600 ਪੈਸੇ। ਇੱਥੋਂ ਤੱਕ ਕਰ ਲਿਆ ਆਪਾਂ। ਤੇ 6 ਪੈਸੇ ਕਿਹਦੇ ਬਰਾਬਰ ਹੈ? 6 ਰੁਪਈਆਂ ਦੇ ਬਰਾਬਰ ਹੈ। ਤੇ ਇਹਦਾ ਆਂਸਰ 6 ਰੁਪਈਆਂ ਦੇ ਬਰਾਬਰ ਆ ਜੂਗੀ। ਜਿਹੜੇ ਰੁਪਏ ਵਾਲੇ ਸਿੱਕਿਆਂ ਦੀ ਸੰਖਿਆ ਕਿੰਨੀ ਹੈ? 6 ਹੈਗੀ। ਠੀਕ ਹੈ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਬਹੁਤ ਇੰਪੋਰਟੈਂਟ ਪ੍ਰਸ਼ਨ ਆ ਭਾਈ ਇਹ। ਕਹਿੰਦੇ ਇੱਕ ਚੋਣਾਂ ਦੇ ਵਿੱਚ 2 ਉਮੀਦਵਾਰ ਖੜੇ ਹੋਏ ਹਨ ਅਤੇ ਇਹਨਾਂ ਦੀਆਂ 68% ਵੋਟਾਂ ਜਾਲੀ ਘੋਸ਼ਿਤ ਕਰਤੀਆਂ। ਕੋਈ 2 ਬੰਦੇ ਖੜੇ ਹੋ ਗਏ ਵੋਟਾਂ ਦੇ ਵਿੱਚ, ਇੱਕ ਖੜਾ ਹੋ ਗਿਆ A, ਇੱਕ ਖੜਾ ਹੋ ਗਿਆ B। ਓਕੇ ਜੀ। ਕਹਿੰਦੇ 68 ਵੋਟਾਂ ਜਿਹੜੀਆਂ ਉਹ ਜਾਲੀ ਘੋਸ਼ਿਤ ਕਰਤੀਆਂ ਕਿ ਉਹ ਵੋਟਾਂ ਪੈ ਮੰਨੀਆਂ ਨਹੀਂ ਜਾਣਗੀਆਂ। ਓਕੇ ਜੀ, ਇਹ ਵੀ ਛੱਡਤੀ ਆਪਾਂ ਗੱਲ। ਮੰਨੀਆਂ ਨਹੀਂ ਗਈਆਂ, ਪੈ ਤਾਂ ਗਈਆਂ ਸੀ ਪਰ ਮੰਨੀਆਂ ਨਹੀਂ ਗਈਆਂ ਉਹ। ਇਸ ਤੋਂ ਬਾਅਦ ਜਿੱਤਣ ਵਾਲਾ ਉਮੀਦਵਾਰ 52% ਵੋਟਾਂ ਲੈ ਕੇ 98% ਵੋਟਾਂ ਨਾਲ ਜਿੱਤ ਗਿਆ। ਓਕੇ ਜੀ। ਕਹਿੰਦਾ ਮਤਲਬ ਜਿਹੜਾ ਜਿੱਤਣ ਵਾਲਾ ਸੀ ਟੋਟਲ ਕਿੰਨੀਆਂ ਵੋਟਾਂ ਹੋਣਗੀਆਂ ਇਹਦੇ 'ਚ? 100% ਵੋਟ ਪਈ ਹੋਊਗੀ। 100% ਵੋਟ ਦੇ ਵਿੱਚੋਂ 52% ਵੋਟਾਂ ਦਾ ਕਿਹੜਾ ਲੈ ਗਿਆ? ਜਿੱਤਣ ਵਾਲਾ ਲੈ ਗਿਆ। ਠੀਕ ਹੈ। ਬਾਕੀ ਵੋਟਾਂ ਕਿੰਨੀਆਂ ਰਹਿ ਗਈਆਂ? 48%। 48% ਵੋਟਾਂ ਕਿਹਨੂੰ ਪਈਆਂ? ਜਿਹੜਾ ਬੰਦਾ ਹਾਰ ਗਿਆ ਉਹਨੂੰ ਕਿੰਨੀਆਂ ਵੋਟਾਂ ਪਈਆਂ ਹੋਣਗੀਆਂ? 48% ਪਈਆਂ ਹੋਣਗੀਆਂ। ਦੇਖੋ ਗੱਲ ਸਮਝ ਕੇ ਹੋਵੋਗੇ ਨਾ। ਜਿਵੇਂ ਸੌਖਾ ਸਵਾਲ ਆ ਯਾਰ। ਜਿਵੇਂ ਇੱਕ ਤਾਂ ਯਾਰ ਦੇਖ ਲਓ, ਜਿਵੇਂ ਸੌਖਾ ਸਮਝਾਉਣਾ। ਇੱਕ ਤਾਂ ਸਾਡੇ ਪਿੰਡ ਵਾਲਾ ਮੱਗਰ ਖੜਾ ਹੋ ਗਿਆ, ਦੂਜਾ ਮੈਂ ਖੜਾ ਹੋ ਗਿਆ। ਠੀਕ ਹੈ। ਮੱਗਰ ਤਾਂ ਲੈ ਗਿਆ ਹੁਣ 52, ਟੋਟਲ 100% ਵੋਟ ਹੈ। ਟੋਟਲ ਨੂੰ ਥੋੜ੍ਹੀ ਮੰਗਦੇ ਹੁੰਦੇ ਆ। ਅਤੇ ਮੱਗਰ ਤਾਂ ਲੈ ਗਿਆ 52% ਵੋਟ, ਮੈਂ ਲੈ ਗਿਆ 48% ਵੋਟ। ਮੱਗਰ 52% ਵੋਟ ਲੈ ਕੇ 98 ਵੋਟਾਂ 'ਤੇ ਜਿੱਤ ਗਿਆ। ਜਿੱਤ ਗਿਆ ਨਾ। ਕਿੰਨਾ ਫਰਕ ਪੈ ਰਿਹਾ 52 ਅਤੇ 48 ਦੇ ਵਿੱਚ? ਕਿੰਨੇ % ਦਾ ਫਰਕ ਪੈ ਰਿਹਾ? 4% ਫਰਕ ਪੈ ਰਿਹਾ ਵੋਟ ਦਾ। 52% ਦਾ ਇਹ ਜਿੱਤ ਗਿਆ, 48% ਉਹ ਲੈ ਕੇ ਉਹ ਹਾਰ ਗਿਆ। ਕਿੰਨੀਆਂ ਵੋਟਾਂ ਦਾ ਫਰਕ ਪੈ ਰਿਹਾ? 98 ਵੋਟਾਂ ਦਾ। 4% ਨੂੰ ਬਰਾਬਰ ਰੱਖ ਲਓ 98 ਦੇ। ਜੋ 4 ਨੂੰ ਆਪਾਂ 98 ਦੇ ਵੰਡ ਗਏ। ਠੀਕ ਹੈ। ਜਦੋਂ ਆਪਾਂ 98 ਨੂੰ ਭਾਗ ਕਰਾਂਗੇ 4 ਨਾਲ ਤਾਂ ਇਹ ਆ ਜਾਊਗਾ ਆਪਣੇ ਕੋਲ 24.5। ਕਹਿੰਦਾ ਮਤਲਬ 1% ਕਾਹਦੇ ਬਰਾਬਰ ਹੈ? 24.5 ਦੇ ਬਰਾਬਰ ਹੈ। 100% ਕਾਹਦੇ ਬਰਾਬਰ ਹੋਊਗਾ? 2450 ਦੇ ਬਰਾਬਰ। ਕਹਿੰਦਾ ਮਤਲਬ ਟੋਟਲ ਵੋਟਾਂ ਕਿੰਨੀਆਂ ਪਈਆਂ ਗਈਆਂ? ਟੋਟਲ ਵੋਟਾਂ ਹੀ ਪੁੱਛੀਆਂ 2450 ਪਈਆਂ। ਠੀਕ ਹੈ। 2450 ਟੋਟਲ ਵੋਟਾਂ ਪਈਆਂ ਗਈਆਂ। ਪਰ ਉਹਨਾਂ ਦੇ ਵਿੱਚੋਂ 60 ਵੋਟਾਂ ਉਹਨਾਂ ਨੇ ਕਹਿਤਾ ਸੀ ਕਿ ਭਾਈ ਇਹ ਵੋਟਾਂ ਜਾਲੀ ਹੈ, ਮੰਨੀਆਂ ਨਹੀਂ ਜਾਣਗੀਆਂ। ਮਗਰ ਕਿੰਨਾ ਬਚ ਗਿਆ? ਠੀਕ ਹੈ। 2450 ਦੇ ਵਿੱਚੋਂ ਮਾਈਨਸ ਕਰ ਦਿਓ 68, ਤਾਂ ਮਗਰ ਬਚ ਗਿਆ ਭਾਈ ਆਪਣੇ ਕੋਲੇ 2382। 2382 ਵੋਟਾਂ ਪਈਆਂ ਸਾਰੀਆਂ। ਠੀਕ ਹੈ। ਆ ਪਿਆ 2382 ਆਨਸਰ ਆਊਗਾ। C ਨੰਬਰ, A ਨੰਬਰ ਆਪਸ਼ਨ ਨਹੀਂ ਆਨਸਰ ਆਊਗਾ। 2382 ਆਨਸਰ ਆਊਗਾ ਇਹਦਾ, ਕਿਉਂਕਿ 68 ਵੋਟਾਂ ਆਪਾਂ ਘਟਾਉਣੀਆਂ ਵੀ ਆ ਵਿੱਚੋਂ। ਜਿਹੜੇ ਬੱਚਿਆਂ ਦਾ C ਨੰਬਰ ਆਪਸ਼ਨ ਸਹੀ ਆ ਉਹਨਾਂ ਦਾ ਸਹੀ ਮੰਨਿਆ ਜਾਊਗਾ। ਇਸ ਤੋਂ ਬਾਅਦ ਇੱਕ ਸਥਾਨ 'ਤੇ ਵੋਟਾਂ ਦੇ ਵਿੱਚ 3 ਵਿਅਕਤੀ ਖੜੇ ਹੋਏ ਆ। ਵਿਅਕਤੀ ਲਿਖਣਾ ਸੀ, ਵਿਅਕਤੀ ਲੈ, ਵਿਦਿਆਰਥੀ ਲਾ ਲਓ। ਜਿੱਤਣ ਵਾਲੇ ਉਮੀਦਵਾਰ ਨੂੰ 55% ਵੋਟਾਂ ਮਿਲੀਆਂ ਹਨ, ਤੀਸਰੇ ਨੂੰ 5% ਵੋਟਾਂ ਮਿਲੀਆਂ ਹਨ ਅਤੇ ਜੇਕਰ ਹਾਰ ਜਿੱਤ ਦਾ ਫੈਸਲਾ 4500 ਵੋਟਾਂ ਨਾਲ ਹੋਇਆ ਹੈ ਤਾਂ ਚੋਣਾਂ ਵਿੱਚ ਕੋਲ ਕਿੰਨੀਆਂ ਵੋਟਾਂ ਪਈਆਂ ਹਨ? ਹਾਏ ਡਰ, ਹਾਏ ਮਾਰਤੇ। ਇੰਨਾ ਔਖਾ ਸਵਾਲ ਹੈ ਨਾ। ਐਂ ਕਹੀ ਜਾਂਦੇ ਹੋਗੇ ਏਡੇ ਸਵਾਲ ਕਿੱਧਰ ਲੱਗੇ ਸੀ? ਲੇਬਲ ਹੁਣ ਲੈ ਲਓ ਨਜ਼ਾਰੇ ਲੇਬਲ ਦੇ। ਉਹਨੂੰ ਪਤਾ ਕਿ ਜਦੋਂ ਫਿਰ ਲੇਬਲ ਪੈਂਦਾ ਹੁੰਦਾ ਫਿਰ ਚੰਗੀ ਤਰ੍ਹਾਂ ਹੀ ਪੈਂਦਾ ਹੁੰਦਾ ਲੇਬਲ। ਉਦੋਂ ਫਿਰ ਆਪਾਂ ਮਾੜਾ ਮੋਟਾ ਲੇਬਲ ਨਹੀਂ ਪਾਉਂਦੇ ਹੁੰਦੇ। ਦੇਖੋ ਇੱਕ ਬੰਦਾ ਦਾ ਕਿੰਨੀਆਂ ਵੋਟਾਂ ਲੈ ਗਿਆ? 55% ਵੋਟਾਂ ਲੈ ਗਿਆ। ਓਕੇ। ਜਿਹੜਾ ਤੀਸਰੇ ਸਥਾਨ 'ਤੇ ਬੰਦਾ ਉਹਨੂੰ ਕਿੰਨੀਆਂ ਵੋਟਾਂ ਪਈਆਂ? 5% ਵੋਟਾਂ ਪਈਆਂ। ਓਕੇ। ਅਤੇ ਇੱਕ ਦਾ 55% ਵੋਟਾਂ ਲੈ ਕੇ 5% ਰਹਿ ਗਿਆ। ਆਪਾਂ 100% ਸੰਖਿਆ ਪੂਰੀ ਕਰਨੀ ਹੁੰਦੀ ਹੈ ਕੋਈ ਵੀ, ਤਾਂ ਵਿਚਾਲੇ ਰਹੇਗੀ 44%। 40% ਰਹੇਗੀ ਵਿਚਾਲੇ। ਦੇਖੋ 100% ਪੂਰਾ ਹੋ ਗਿਆ। 55 60 ਹਾਂ 100% ਪੂਰਾ ਹੋ ਗਿਆ। ਕਹਿੰਦਾ ਮਤਲਬ ਕਿ ਪਹਿਲੇ ਬੰਦੇ ਨੂੰ ਇੰਨੀਆਂ ਵੋਟਾਂ ਪਈਆਂ, ਤੀਸਰੇ ਨੂੰ ਇੰਨੀਆਂ ਪਈਆਂ, ਦੂਜੇ ਨੂੰ ਇੰਨੀਆਂ ਪਈਆਂ। ਕਹਿੰਦੇ ਹਾਰ ਜਿੱਤ ਦਾ ਫੈਸਲਾ 4500 ਵੋਟ ਨਾਲ ਹੋਇਆ ਹੈ। ਠੀਕ ਹੈ। ਹਾਰ ਜਿੱਤ ਦਾ ਜਿਹੜਾ ਫੈਸਲਾ ਹੋਇਆਗਾ ਉਹ ਕਿੰਨੀ ਵੋਟ ਨਾਲ ਹੋਇਆਗਾ? 4500 ਵੋਟ ਨਾਲ ਹੋਇਆ। ਚੋਣਾਂ ਵਿੱਚ ਕੋਲ ਕਿੰਨੀਆਂ ਵੋਟਾਂ ਪਈਆਂ ਚੋਣਾਂ 'ਚ? ਠੀਕ ਹੈ ਜੀ। ਅਤੇ ਇਹ ਫੈਸਲਾ ਦੇਖੋ ਹਾਰ ਜਿੱਤ ਕਿਹਦੇ 'ਚ ਹੋਈ ਹੈ? ਹਾਰ ਜਿੱਤ ਇਹਨਾਂ ਦੋਨਾਂ 'ਚ ਹੋਈ ਹੈ। ਆਹ ਤਾਂ ਬਾਹਰ ਹੀ ਆ ਮੁਕਾਬਲੇ ਤੋਂ। ਇਹਨਾਂ ਦੋਨਾਂ ਦੇ ਵਿੱਚ ਜਿਹੜੀ ਹਾਰ ਜਿੱਤ ਹੋਈ ਹੈ, ਠੀਕ ਹੈ, ਤਾਂ ਉਹ 4500 ਵੋਟਾਂ ਦੇ ਬਰਾਬਰ ਹੈ। ਤਾਂ ਕਿੰਨਾ ਫਰਕ ਰਹਿ ਗਿਆ? 55 ਚੋਂ 40 ਕੱਢੇ 15%। 15% ਦਾ ਫਰਕ ਪੈਣ ਕਰਕੇ ਕਿੰਨੀਆਂ ਵੋਟਾਂ ਦਾ ਫਰਕ ਪੈ ਗਿਆ? 4500 ਦਾ। ਜੋ 15 ਦੇ ਵੰਡਾਂਗੇ 1% ਕਾਹਦੇ ਬਰਾਬਰ ਆ ਜਾਊਗਾ? 300 ਦੇ। ਠੀਕ ਹੈ। 1% ਬਰਾਬਰ ਆ ਜਾਊ 300 ਦੇ। ਤਾਂ 100% ਵੈਲੂ ਕਾਹਦੇ ਬਰਾਬਰ ਆ ਜਾਊਗੀ? 100 ਗੁਣਾ ਜੋ 300 ਕਰਾਂਗੇ ਇਹ ਆ ਜਾਊਗਾ ਆਪਣੇ ਕੋਲੇ 30000। ਕਹਿੰਦਾ ਮਤਲਬ ਜਿਹੜੇ ਟੋਟਲ ਵੋਟਾਂ ਸੀ ਉਹ ਕਿੰਨੀਆਂ ਪਈਆਂ ਗਈਆਂ? 30000 ਪਈਆਂ ਗਈਆਂ। ਤਾਂ ਜਿਹੜੇ ਬੱਚਾ 30000 ਆਨਸਰ ਲਾਇਆ ਪਏ ਉਹਨਾਂ ਦਾ ਆਨਸਰ ਬਿਲਕੁਲ ਸਹੀ ਆ।
ਇਸ ਤੋਂ ਬਾਅਦ ਅਗਲਾ ਪ੍ਰਸ਼ਨ, ਇੱਕ ਵਿਦਿਆਰਥੀ ਨੇ 20% ਅੰਕ ਪ੍ਰਾਪਤ ਕੀਤੇ ਤੇ 30 ਅੰਕਾਂ ਨਾਲ ਫੇਲ ਹੋ ਗਿਆ। ਦੂਸਰੇ ਵਿਦਿਆਰਥੀ ਨੇ 35% ਅੰਕ ਪ੍ਰਾਪਤ ਕੀਤੇ ਤੇ ਪਾਸ ਹੋਣ ਵਾਲੇ ਅੰਕਾਂ ਤੋਂ 45% ਜ਼ਿਆਦਾ ਲੈ ਗਿਆ। ਕਹਿੰਦੇ ਫੇਲ ਹੋਣ ਵਾਲੇ ਵਿਦਿਆਰਥੀ ਨੂੰ ਪਾਸ ਹੋਣ ਵਾਸਤੇ ਕਿੰਨੇ ਨੰਬਰਾਂ ਦੀ ਜ਼ਰੂਰਤ ਸੀ? ਇਹ ਗੱਲ ਕਹਿ ਰਹੇ ਨੇ ਭਾਈ, ਬਿਲਕੁਲ ਸੌਖਾ ਸਵਾਲ ਹੈ। ਜਦੋਂ ਇਹ ਗੱਲ ਆ ਜੇ ਸਵਾਲ ਦੇਖੋ ਧਿਆਨ ਨਾਲ, ਜਦੋਂ ਇੱਕ ਥਾਂ 'ਤੇ ਬੰਦਾ 20% ਅੰਕ ਪ੍ਰਾਪਤ ਕਰਕੇ 20% ਅੰਕ ਪ੍ਰਾਪਤ ਕਰਕੇ 30 ਅੰਕਾਂ ਨਾਲ ਫੇਲ ਹੋ ਰਿਹਾ ਹੈ, ਦੂਸਰੇ ਪਾਸੇ ਬੰਦਾ 35% ਅੰਕ ਪ੍ਰਾਪਤ ਕਰਕੇ 45 ਅੰਕਾਂ ਨਾਲ ਪਾਸ ਹੋ ਰਿਹਾ ਹੈ, ਤਾਂ ਜਦੋਂ ਵੀ ਕੋਈ ਇਹੋ ਜਿਹਾ ਸਵਾਲ ਆ ਜੇ ਉਹਦੇ ਵਿੱਚ ਤੁਸੀਂ ਕੀ ਕਰਨਾ? ਸਭ ਤੋਂ ਸੌਖਾ ਤਰੀਕਾ ਦੱਸਦਾ ਉਹ ਸਵਾਲ ਹੱਲ ਕਰਨ ਦਾ। ਠੀਕ ਹੈ, ਬਿਲਕੁਲ ਸੌਖਾ ਤਰੀਕਾ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ। 2 ਮਿੰਟਾਂ ਦੇ ਵਿੱਚ ਕੱਢ ਦੋਗੇ ਤਰੀਕੇ ਨਾਲ ਤੁਸੀਂ। ਉਹ ਕਿਵੇਂ ਕੱਢੋਗੇ ਦੇਖ ਲਓ। ਇੱਥੇ 20% ਹੈ, ਇੱਥੇ 35% ਹੈ, ਇੱਥੇ 30%, 30 ਨੰਬਰ, ਇੱਥੇ 45 ਨੰਬਰ ਹੈ। ਇਹਨਾਂ ਦੋਨਾਂ ਦਾ ਮਾਈਨਸ ਕਰ ਦਿਓ, ਇਹਨਾਂ ਦੋਨਾਂ ਦਾ ਜੋੜ ਕਰ ਦਿਓ। 75 15% ਕਰੇ ਬਰਾਬਰ ਹੈ 75 ਦੇ 75 ਨੰਬਰਾਂ ਦੇ ਬਰਾਬਰ ਹੈ। ਜੇ 15 ਕੱਟਾਂਗੇ ਤਾਂ 15 7 75, 15 5 ਸੱਚ 15 5 75, ਤਾਂ 1% ਦੀ ਵੈਲੂ ਕਾਹਦੇ ਬਰਾਬਰ ਆ ਗਈ? 5 ਦੇ ਬਰਾਬਰ ਆ ਗਈ। ਤੇ 100% ਦੀ ਵੈਲੂ ਕਾਹਦੇ ਬਰਾਬਰ ਹੋਊਗੀ? 500 ਦੇ ਬਰਾਬਰ ਹੋਊਗੀ। ਠੀਕ ਹੈ, ਤੇ 100% ਦੀ ਵੈਲੂ ਕਾਹਦੇ ਬਰਾਬਰ ਹੋਊਗੀ? 500 ਦੇ ਬਰਾਬਰ ਹੋਊਗੀ। ਇੱਥੋਂ ਤੁਸੀਂ ਯਾਦ ਕਰ ਲਓ, 100% ਦੀ ਵੈਲੂ ਕਾਹਦੇ ਬਰਾਬਰ ਹੈ? 500 ਦੇ ਬਰਾਬਰ ਹੈ। ਤੇ ਉਹ ਬੱਚਾ ਕਿੰਨੇ ਨੰਬਰ ਲੈ ਗਿਆ ਸੀ? ਇੱਕ ਵਿਦਿਆਰਥੀ 20% ਨੰਬਰ ਲੈ ਗਿਆ ਸੀ। ਉਹ ਕਿੰਨੇ ਨੰਬਰ ਲੈ ਗਿਆ ਸੀ? ਉਹ 20% ਨੰਬਰ ਲੈ ਗਿਆ ਸੀ। ਤਾਂ 50 ਦੇ 20% ਕਿੰਨੇ ਹੋਣਗੇ? 100। ਤੇ ਕਿੰਨੇ ਅੰਕਾਂ ਨਾਲ ਪਾਸ ਫੇਲ ਹੋਇਆ? ਉਹ 30 ਅੰਕਾਂ ਨਾਲ। ਤਾਂ ਉਹਨੂੰ ਪਾਸ ਹੋਣ ਵਾਸਤੇ 130 ਨੰਬਰ ਚਾਹੀਦੇ ਸੀ ਭਾਈ। ਇਹ ਪਾਸ ਹੋਣ ਵਾਸਤੇ ਚੁਣਿਆ, ਪਾਸ ਹੋਣ ਵਾਸਤੇ ਉਹਨੂੰ ਕਿੰਨੇ ਨੰਬਰ ਚਾਹੀਦੇ ਸੀ? 130 ਨੰਬਰ ਚਾਹੀਦੇ ਸੀ। ਤਾਂ ਆ ਆ ਗਿਆ ਡੀ ਨੰਬਰ ਆਪਸ਼ਨ ਆਨਸਰ। ਦੇਖੋ ਜੇ ਤੁਹਾਨੂੰ ਸਮਝ ਨਹੀਂ ਆਇਆ ਦੁਬਾਰੇ ਫਿਰ ਸਮਝਾ ਦੇਣਾ, ਧਿਆਨ ਨਾਲ ਦੇਖੋ। ਇੱਕ ਵਿਦਿਆਰਥੀ ਨੇ 20% ਅੰਕ ਪ੍ਰਾਪਤ ਕੀਤੇ ਆ। ਠੀਕ ਹੈ, 20% ਅੰਕ ਜਦੋਂ ਉਹਨੇ ਲੈਤੇ ਤਾਂ ਉਹ 30 ਅੰਕਾਂ ਨਾਲ ਫੇਲ ਹੋ ਗਿਆ। ਇੱਕ ਬੱਚਾ ਹੋਰ ਸੀ, ਉਹ 35% ਅੰਕ ਪ੍ਰਾਪਤ ਕਰ ਗਿਆ ਤੇ ਉਹ 45 ਅੰਕਾਂ ਨਾਲ ਫੇਲ ਹੋ ਗਿਆ। ਜਦੋਂ ਕਿਤੇ ਇਹੋ ਜਿਹੀ ਸਿਚੁਏਸ਼ਨ ਬਣ ਜੇ, ਤੁਸੀਂ ਕੀ ਕਰਨਾ ਗਾ? ਪਰਸੈਂਟ ਵਾਲੇ ਨੂੰ ਆਪਸ ਦੇ ਵਿੱਚ ਘਟਾ ਦਿਓ ਅਤੇ ਇਹਨਾਂ ਨੂੰ ਆਪਸ ਦੇ ਵਿੱਚ ਜੋੜ ਦਿਓ। ਇਸ ਤੋਂ ਬਾਅਦ ਭਾਈ ਇਹਨੂੰ ਕੱਟਾਂਗੇ ਜਦੋਂ ਆਪਾਂ 15 5 75, 1% ਦੀ ਵੈਲੂ ਕਿਹਦੇ ਬਰਾਬਰ ਹੈ? 5 ਦੇ ਬਰਾਬਰ ਹੈ। ਅਤੇ 100% ਦੀ ਸੰਖਿਆ ਕੱਢਦੇ ਹੁੰਦੇ, ਇਹ ਕਾਹਦੇ ਬਰਾਬਰ ਹੈ? 500 ਦੇ ਬਰਾਬਰ ਹੈ। ਤਾਂ ਟੋਟਲ 500 ਨੰਬਰ ਸੀ, 500 ਨੰਬਰਾਂ ਦਾ ਪੇਪਰ ਸੀ। ਉਹਦੇ ਵਿੱਚੋਂ 20% ਅੰਕ ਤਾਂ ਉਹ ਪ੍ਰਾਪਤ ਕਰ ਹੀ ਗਿਆ ਸੀ, ਅਤੇ 20% ਅੰਕ ਕਿੰਨੇ ਕਿ 100 ਤਾਂ ਲੈ ਗਿਆ ਸੀ। 30 ਅੰਕਾਂ ਨਾਲ ਫੇਲ ਹੋ ਗਿਆ। ਕਹਿਣਾ ਮਤਲਬ ਕਿ ਉਹਨੂੰ 30 ਅੰਕ ਹੋਰ ਚਾਹੀਦੇ ਸੀ। ਠੀਕ ਹੈ, ਤਾਂ 130 ਇਹਦਾ ਬਿਲਕੁਲ ਸਹੀ ਆਨਸਰ ਆ ਗਿਆ। ਇਸ ਤੋਂ ਬਾਅਦ ਅਗਲਾ, ਇੱਕ ਵਿਅਕਤੀ ਕਿਸੇ ਵਸਤੂ ਨੂੰ 20% ਲਾਭ 'ਤੇ ਵੇਚਣਾ ਚਾਹੁੰਦਾ ਹੈ, ਪਰ ਉਹ ਜੋ 480 ਦੀ ਵੇਚਦਾ ਤਾਂ ਉਹਨੂੰ 20 ਰੁਪਏ ਹਾਨੀ ਹੋ ਜਾਂਦੀ ਹੈ। ਕਹਿੰਦਾ ਵੀ ਜੋ 100 ਵਾਲੀ ਚੀਜ਼ ਉਹ 80 ਰੁਪਈਆਂ ਦੀ ਵੇਚਦਾ, ਇਹਨੂੰ ਘਟਾ ਦਿੰਦੇ ਹਾਂ। ਕਹਿੰਦਾ ਮਤਲਬ ਕਿ ਜਦੋਂ ਉਹ 5 ਰੁਪਈਆਂ ਵਾਲੀ ਚੀਜ਼ 4 ਰੁਪਈਆਂ 'ਚ ਵੇਚਦਾ ਤਾਂ ਉਹਨੂੰ ਕਿੰਨੀ ਦੀ ਹਾਨੀ ਹੋ ਜਾਂਦੀ? 20% ਦੀ ਹਾਨੀ ਹੋ ਜਾਂਦੀ ਹੈ। ਕਹਿੰਦਾ ਮਤਲਬ ਕਿ 5 ਰੁਪਈਆਂ ਵਾਲੀ ਚੀਜ਼ 4 ਰੁਪਈਏ ਦੀ ਵੇਚਦਾ, 4 ਰੁਪਈਆਂ ਦੀ ਚੀਜ਼ 4 ਹਿੱਸਿਆਂ ਦੀ ਚੀਜ਼ ਕਿੰਨੇ ਬਰਾਬਰ ਵੇਚਦਾ? ਉਹ 480 ਰੁਪਈਆਂ ਦੇ ਬਰਾਬਰ ਵੇਚਦਾ। ਤਾਂ ਆਪਾਂ ਇਹ ਕਰਦੇ ਹਾਂ, 480 ਨੂੰ ਭਾਗ ਕਰ ਦਿੰਦੇ 4 'ਤੇ। ਜਦੋਂ ਆਪਾਂ 480 ਨੂੰ ਭਾਗ ਕਰਾਂਗੇ 4 'ਤੇ ਤਾਂ ਇਹ ਆ ਜੂ 120। ਜਦੋਂ ਆਪਾਂ 120 ਦੀ 4 ਨਾਲ ਗੁਣਾ ਕਰਦੇ ਹਾਂ ਤਾਂ 480 ਬਣਦਾ। ਵੇਚ 120 ਰੁਪਈਆਂ ਦੀ ਚੀਜ਼, 120 ਰੁਪਈਆਂ ਦੇ ਇੱਕ ਹਿੱਸੇ ਦੀ ਵੈਲੂ ਕਿੰਨੀ ਹੈ? 120 ਰੁਪਈਏ। 4 ਹਿੱਸਿਆਂ ਦੇ ਨੂੰ ਆਪਾਂ ਵੱਡਿਆ, 120 ਨੂੰ 4 ਨਾਲ ਗੁਣਾ ਕੀਤੀ, 480 ਰੁਪਏ ਆ ਗਿਆ। ਕਹਿੰਦੇ ਅਸਲ ਮੁੱਲ ਕਿੰਨਾ ਸੀ? ਉਹਦੇ 5 ਹਿੱਸੇ ਮੁੱਲ ਸੀ ਉਹ ਚੀਜ਼ ਦਾ। ਵੇਚਤੀ ਉਹਨੇ 4 ਹਿੱਸਿਆਂ ਦੇ ਬਰਾਬਰ, ਤਾਂ ਇੱਕ ਹਿੱਸੇ ਦੀ ਵੈਲੂ ਕਿੰਨੀ? 120। ਤਾਂ ਜਦੋਂ 120 ਦੀ ਆਪਾਂ 5 ਨਾਲ ਗੁਣਾ ਕਰਾਂਗੇ, 120 ਗੁਣਾ ਜਦੋਂ ਆਪਾਂ 5 ਕਰਾਂਗੇ ਤਾਂ ਆਪਣੇ ਕੋਲ ਆ ਜਾਊਗਾ ਭਾਈ ਜੋੜ 600। ਕਹਿਣਾ ਮਤਲਬ ਕਿ 600 ਰੁਪਏ ਵਾਲੀ ਚੀਜ਼ ਉਹਨੇ ਕਿੰਨੇ ਦੀ ਵੇਚਤੀ? 480 ਰੁਪਏ ਦੀ ਵੇਚਤੀ 600 ਰੁਪਏ ਵਾਲੀ ਚੀਜ਼। ਤਾਂ ਕਹਿੰਦੇ ਪਰ ਉਹਨੇ ਕਮਾਉਣਾ ਸੀ 20% ਲਾਭ। ਕਹਿੰਦੇ ਜੇ ਉਹਨੇ 20% ਲਾਭ ਰੁਪਏ ਕਮਾਉਣਾ ਹੁੰਦਾ ਤਾਂ ਉਹ ਚੀਜ਼ ਕਿੰਨੇ ਦੀ ਵੇਚਦਾ? ਤਾਂ ਅਸਲ ਮੁੱਲ ਕਿੰਨਾ ਸੀ ਚੀਜ਼ ਦਾ? 600 ਰੁਪਈਆ। 20% ਲਾਭ ਕਮਾਉਣ ਵਾਸਤੇ ਉਹ ਜਦੋਂ ਵੇਚਦਾ ਤਾਂ 120 ਦੀ ਨਾਲ ਕੀਤੀ ਤਾਂ 720 ਦਾ ਆਨਸਰ ਆ ਜਾਊਗਾ। ਠੀਕ ਹੈ, ਬੀ ਨੰਬਰ ਆਪਸ਼ਨ ਬਿਲਕੁਲ ਸਹੀ ਆਨਸਰ ਹੈ ਇਹਦਾ। ਹੁਣ ਚੱਲਦੇ ਆਪਾਂ ਅਗਲੇ 'ਤੇ। ਇੱਕ ਵਸਤੂ ਨੂੰ 72 ਰੁਪਏ ਦੀ ਵੇਚ ਕੇ ਕਿਸੇ ਵਿਅਕਤੀ ਨੂੰ 10 ਰੁਪਏ ਹਾਨੀ ਹੁੰਦੀ ਹੈ। ਜਿਵੇਂ ਸੇਮ ਟੂ ਸੇਮ ਕੰਡੀਸ਼ਨ ਹੈ। ਮੰਨ ਲਓ ਕੋਈ ਬੰਦਾ 100 ਰੁਪਏ ਵਾਲੀ ਚੀਜ਼ 90 ਦੀ ਵੇਚਦਾ, ਆ ਕੱਟੇ ਗਏ। ਕਹਿੰਦਾ ਮਤਲਬ ਜਦੋਂ ਕੋਈ ਬੰਦਾ 10 ਵਾਲੀ ਚੀਜ਼ 9 ਦੀ ਵੇਚਦਾ ਤਾਂ ਉਹਨੂੰ 72 ਰੁਪਏ ਹਾਨੀ ਹੁੰਦੀ ਹੈ। 72 ਰੁਪਏ ਹਾਨੀ ਕਿਦੋਂ ਦੀ ਹੁੰਦੀ? ਜਦੋਂ 9 ਹਿੱਸਿਆਂ ਦੇ ਵੇਚਦਾ ਹੈਗਾ। 8 9 72। ਠੀਕ ਹੈ, ਕਹਿੰਦਾ 21 ਦੀ ਵੈਲੂ ਕਿੰਨੀ ਹੈ? 8 ਹੈਗੀ।
तो 9 हिस्से के बराबर ही बेचता 72 का, जो आप इधर 8 ਨਾਲ ਗੁਣਾ ਕਰਾਂਗੇ ਉਹਨੇ ਇੱਧਰ ਕਰ ਦੇਣਾ 80 ਰੁਪਏ। ਤਾਂ 80 ਰੁਪਏ ਵਾਲੀ ਚੀਜ਼ ਉਹ ਜਦੋਂ 72 ਰੁਪਏ ਦੀ ਵੇਚਦਾ ਤਾਂ ਉਹਨੂੰ 10% ਹਾਨੀ ਹੁੰਦੀ ਹੈ। ਕਹਿੰਦਾ ਜੇਕਰ ਉਸੇ 5% ਲਾਭ ਕਮਾਉਣਾ ਹੋਵੇ ਤਾਂ ਉਹ ਕਿੰਨੇ ਦੀ ਵੇਚੇ। ਅਸਲ 'ਚ ਚੀਜ਼ ਦਾ ਮੁੱਲ ਕਿੰਨਾ ਗਾ 80 ਰੁਪਏ। ਕਿੰਨਾ ਲਾਭ ਕਮਾਉਣਾ ਉਹਨੇ 5% ਬਟਾ 100, ਜਿਹਨੂੰ 0 ਕੱਟੀ ਗਈ 5 ਦੂਣੀ 10, ਇੱਧਰ ਗਿਆ 4, ਤਾਂ ਇੱਧਰ ਆ ਗਿਆ 4। ਕਹਿੰਦਾ ਮਤਲਬ ਜੇ ਉਹ 5% ਲਾਭ ਕਮਾਉਣਾ ਤਾਂ ਉਹਨੂੰ 4 ਰੁਪਏ ਅਧਿਕ ਨਾਲ ਵੇਚਣੀ ਪਊਗੀ। ਚੀਜ਼ ਦਾ ਮੁੱਲ ਕਿੰਨਾ ਸੀ 80 ਰੁਪਏ। ਕਿੰਨੇ ਮੁੱਲ ਦੇ ਵੱਧ ਵੇਚੂਗਾ 4 ਰੁਪਏ ਦੇ ਨਾਲ 84 ਰੁਪਏ ਦਾ ਬਿਲਕੁਲ ਸਹੀ ਆਨਸਰ ਆ ਜਾਊਗਾ ਡੀ ਨੰਬਰ ਆਪਸ਼ਨ। ਠੀਕ ਹੈ। ਇੱਕ ਵਪਾਰੀ ਕਿਸੇ ਵਸਤੂ ਨੂੰ 105 ਰੁਪਏ ਦੀ ਵੇਚਦਾ ਤਾਂ 9% ਹਾਨੀ ਹੁੰਦੀ ਹੈ। ਠੀਕ ਹੈ। ਇੱਕ ਵਪਾਰੀ ਕਿਸੇ ਵਸਤੂ ਨੂੰ 105 ਰੁਪਏ ਦੀ ਵੇਚਦਾ ਤਾਂ 9% ਹਾਨੀ ਹੁੰਦੀ ਹੈ। ਤਾਂ ਕਹਿਣਾ ਮਤਲਬ ਕਿ 100 ਰੁਪਏ ਵਾਲੀ ਚੀਜ਼ ਕਿੰਨੇ ਦੀ ਵੇਚ ਰਿਹਾ ਹੈਗਾ 91 ਦੀ ਵੇਚ ਰਿਹਾ ਹੈਗਾ। ਠੀਕ ਹੈ। 100 ਰੁਪਏ ਵਾਲੀ ਚੀਜ਼ 91 ਦੀ ਵੇਚ ਰਿਹਾ ਹੈਗਾ ਤਾਂ ਉਹਨੂੰ ਕਿੰਨੀ ਹਾਨੀ ਹੁੰਦੀ ਹੈ 105 ਰੁਪਏ ਦੀ ਹਾਨੀ ਹੁੰਦੀ ਹੈ। ਇਹ ਗੱਲ ਕਹਿ ਰਹੇ ਨੇ ਉਹ। ਠੀਕ ਹੈ ਜੀ। 100 ਵਾਲੀ ਚੀਜ਼ 91 ਦੀ ਵੇਚਦਾ ਤਾਂ ਉਹ 105 ਰੁਪਏ ਦੀ ਵੇਚਦਾ। 100 ਵਾਲੀ ਚੀਜ਼ 91 ਦੇ ਹਿਸਾਬ 'ਤੇ ਜਦੋਂ ਵੇਚਦਾ 105 ਰੁਪਏ ਦੀ ਵਿਕਦੀ ਹੈ। ਅਤੇ 105 ਨੂੰ ਜਦੋਂ ਆਪਾਂ 91 ਦੇ ਵੰਡਾਂਗੇ ਤਾਂ ਆਪਣੇ ਕੋਲ ਆ ਜਾਊਗਾ 105 ਨੂੰ ਭਾਗ ਕਰਾਂਗੇ ਆਪਾਂ ਜਦੋਂ 91 'ਤੇ ਤਾਂ ਇਹ ਆ ਗਿਆ 1.15। ਜਦੋਂ ਆਪਾਂ 1.15 ਦੀ ਗੁਣਾ 91 ਨਾਲ ਕਰਦੇ ਤਾਂ 105 ਆਉਂਦਾ। ਤਾਂ 1.15 ਦੀ ਗੁਣਾ ਜਦੋਂ ਆਪਾਂ 100 ਨਾਲ ਕਰਾਂਗੇ ਤਾਂ ਚੀਜ਼ ਦਾ ਮੁੱਲ ਕਿੰਨਾ ਆ ਜਾਊਗਾ ਆਪਣੇ ਕੋਲ 115 ਆ ਜਾਊਗਾ। ਕਹਿੰਦੇ ਅਸਲ 'ਚ ਚੀਜ਼ ਦਾ ਮੁੱਲ ਕਿੰਨਾ ਸੀ 115। 115 ਵਾਲੀ ਚੀਜ਼ ਦੇ ਵਿੱਚ ਜੇ ਆਪਾਂ 30% ਲਾਭ ਕਮਾਉਣਾ ਗਾ ਤਾਂ ਆਪਾਂ ਕਿੰਨੇ ਦੀ ਵੇਚਣੀ ਪਊ ਆਪਾਂ ਨੂੰ 0 ਨਾਲ 0 ਕੱਟੀ ਗਈ। ਠੀਕ ਹੈ। 115 ਗੁਣਾ 13 ਬਣ ਗਿਆ 149, 1495 ਬਟਾ 10, 0 ਪੁਆਇੰਟ ਹਟਾਵਾਂਗੇ ਵਿੱਚੋਂ 149.5। ਤਾਂ 149.5 ਕਿੱਥੇ ਆ ਰਿਹਾ ਹੈਗਾ 150 ਆ ਰਿਹਾ ਇਹਦੇ ਨੇੜੇ ਤੇੜੇ। ਤਾਂ ਕਰਕੇ ਇਹਦਾ ਆਨਸਰ ਆ ਜਾਊਗਾ ਸੀ ਨੰਬਰ ਆਪਸ਼ਨ। ਠੀਕ ਹੈ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਬਹੁਤ ਇੰਪੋਰਟੈਂਟ ਆ ਭਾਈ। ਕਿਸੇ ਰਾਸ਼ੀ 'ਤੇ ਕੋਈ ਮਿਸ਼ਰਤਨ 5 ਸਾਲਾਂ ਦੇ ਵਿੱਚ 3/1 ਸਹੀ ਵਿਆਜ ਦੀ ਦਰ ਨਾਲ 7000 ਹੋ ਜਾਵੇਗਾ। ਕਿਸ ਰਾਸ਼ੀ 'ਤੇ ਕਹਿੰਦੇ ਕੋਈ ਮਿਸ਼ਰਤ ਧਨ 5 ਸਾਲਾਂ ਦੇ ਵਿੱਚ 3 ਸਹੀ 1 ਬਟਾ ਸਧਾਰਨ ਵਿਆਜ ਦੀ ਦਰ 'ਤੇ 7000 ਹੋ ਜਾਵੇਗਾ। ਇਹ ਚੀਜ਼ ਆਪਾਂ ਪਤਾ ਕਰਕੇ ਦੱਸਣੀ ਹੈ। ਤਾਂ ਇਹਦੇ ਵਾਸਤੇ ਆਪਾਂ ਕੀ ਕਰਾਂਗੇ ਭਾਈ ਸਵਾਲ ਕੱਢਣਾ ਸਭ ਤੋਂ ਸੌਖੇ ਤੋਂ ਸੌਖਾ ਤਰੀਕਾ ਭਾਲਾਂਗੇ ਕਿ ਆਪਾਂ ਨੂੰ ਸਵਾਲ ਦੇ ਵਿੱਚ ਕੋਈ ਬਾਹਲੀ ਪ੍ਰੋਬਲਮ ਨਾ ਆਵੇ। ਠੀਕ ਹੈ ਜੀ। ਤਾਂ ਸੌਖਾ ਤਰੀਕਾ ਕਿਹੜਾ ਸਵਾਲ ਕੱਢਣ ਦਾ ਤਾਂ ਆਪਾਂ ਕੀ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਆਹ ਚੀਜ਼ ਦਾ ਹੱਲ ਕਰਦੇ ਹਾਂ ਆਪਾਂ 30 9 10/3। ਠੀਕ ਹੈ। 10/3 ਆਪਣੇ ਕੋਲ ਆ ਗਿਆ। ਦਰ ਆ ਗਈ ਕਿੰਨੀ ਆ ਗਈ ਦਰ ਆ ਗਈ 3 ਸਹੀ 1/3। ਇਹ ਹੋਗਾ 30 9 9 ਤੇ 1 10/3। ਦੇਖੋ ਕੋਈ ਵੀ ਚੀਜ਼ ਜਦੋਂ ਆਪਾਂ ਦਰ 'ਚ ਬਦਲਣੀ ਹੋਵੇ ਨਾਲ ਇਹਦੇ ਆਪਾਂ 100 ਵੀ ਲਾਉਣੇ ਹੁੰਦੇ ਆ। ਪਰਸੈਂਟ ਵੀ ਹੁੰਦਾ ਨਾ ਦਰ ਦੇ ਨਾਲ। ਤਾਂ ਇਹ ਵੈਲੂ ਆ ਗਈ 1/30। ਕਹਿੰਦਾ ਮਤਲਬ ਕਿ ਕਿਸੇ ਚੀਜ਼ ਦਾ ਜਿਹੜਾ ਮਿਸ਼ਰਤ ਧਨ ਹੈਗਾ ਚੀਜ਼ ਦਾ ਮਿਸ਼ਰਤ ਧਨ ਕਿੰਨਾ ਗਾ 30 ਹੋ ਗਿਆ। ਉਹ ਚੀਜ਼ 'ਤੇ ਵਿਆਜ ਕਿੰਨਾ ਲੱਗ ਰਿਹਾ 1 ਰੁਪਇਆ ਲੱਗ ਰਿਹਾ। ਆਹ ਮਿਸ਼ਰਤ ਧਨ ਹੋ ਗਿਆ ਆਹ ਵਿਆਜ ਹੋ ਗਿਆ। ਠੀਕ ਹੈ। ਅਤੇ ਇਹ ਜਿਹੜਾ ਵਿਆਜ ਹੈ ਕਿੰਨੇ ਸਾਲਾਂ ਵਾਸਤੇ ਲੱਗਿਆ 1 ਰੁਪਇਆ ਵਿਆਜ ਲੱਗਦਾ ਕਹਿੰਦਾ ਮਤਲਬ 1 ਸਾਲ ਦੇ ਵਿੱਚ। ਤਾਂ 30 ਰੁਪਏ ਚੀਜ਼ ਦਾ ਮੁੱਲ ਹੈ 1 ਰੁਪਇਆ ਉਹਦੇ ਵਿਆਜ ਲੱਗ ਰਿਹਾ। ਤਾਂ ਇਹ ਵਿਆਜ ਕਿੰਨੇ ਸਾਲਾਂ ਵਾਸਤੇ ਲੱਗ ਰਿਹਾ ਹੈਗਾ 5 ਸਾਲਾਂ ਵਾਸਤੇ। ਤਾਂ 5 ਸਾਲਾਂ 'ਚ ਕਿੰਨਾ ਵਿਆਜ ਲੱਗ ਜੂਗਾ 5 ਵਿਆਜ ਲੱਗ ਜੂਗਾ 5 ਸਾਲਾਂ ਦੇ ਵਿੱਚ 5 ਹਿੱਸੇ ਵਿਆਜ ਲੱਗ ਜੂਗਾ। ਕਿੰਨੇ 'ਤੇ ਲੱਗੂਗਾ 30 'ਤੇ ਲੱਗੂਗਾ। ਠੀਕ ਹੈ। ਕਹਿੰਦਾ ਮਤਲਬ ਕਿ 30 ਵਾਲੀ ਚੀਜ਼ ਕਿੰਨੇ ਦੀ ਹੋ ਜੂਗੀ 5 ਸਾਲਾਂ ਬਾਅਦ 35 ਦੀ ਹੋ ਜੂਗੀ। ਮੂਲ ਧਨ ਉੱਥੇ ਦੀ ਉੱਥੇ ਰਹੂਗਾ। ਠੀਕ ਹੈ। ਇਹਨੇ ਆਪ ਤੋਂ ਕੀ ਪੁੱਛਿਆ ਕਹਿੰਦੇ ਮਿਸ਼ਰਤ ਧਨ ਕਿੰਨਾ ਗਾ ਆਹ ਹੋ ਗਿਆ ਮਿਸ਼ਰਤ ਧਨ ਆਹ ਹੋ ਗਿਆ ਮੂਲ ਧਨ। ਮਿਸ਼ਰਤ ਧਨ ਕਿੰਨੇ ਹਿੱਸੇ ਬਣ ਗਿਆ 35 ਹਿੱਸੇ। 35 ਹਿੱਸੇ ਕਾਹਦੇ ਬਰਾਬਰ ਹੈ 7000 ਦੇ ਬਰਾਬਰ ਹੈ। ਠੀਕ ਹੈ। ਤਾਂ ਜਦੋਂ ਆਪਾਂ ਇਹਨੂੰ ਉਹ ਕਰਾਂਗੇ 35 ਨੂੰ ਆਪਾਂ 7000 ਦੇ ਵੰਡਾਂਗੇ। ਠੀਕ ਹੈ। ਜਦੋਂ ਆਪਾਂ 7000 ਭਾਗ 35 ਕਰਾਂਗੇ ਤਾਂ ਆਪਣੇ ਕੋਲ ਆ ਜਾਊਗਾ 200। ਠੀਕ ਹੈ। 21 ਦੀ ਵੈਲੂ ਕਿੰਨੀ ਹੈਗੀ 200। ਤਾਂ ਮੂਲ ਧਨ ਕਿੰਨਾ ਸੀ ਮੂਲ ਧਨ ਹੈਗੇ ਸੀ 30 ਹਿੱਸੇ। ਤਾਂ 200 ਗੁਣਾ ਜਦੋਂ ਆਪਾਂ 30 ਕਰਾਂਗੇ ਤਾਂ ਆਪਣੇ ਕੋਲ ਆ ਜੂ 0.0000000 6000। ਤਾਂ ਇਹਦਾ ਆਨਸਰ ਆ ਜਾਊਗਾ ਸੀ ਨੰਬਰ ਆਪਸ਼ਨ। ਠੀਕ ਹੈ ਪੁੱਤਰੋ ਸੀ ਨੰਬਰ ਆਪਸ਼ਨ ਦਾ ਆਨਸਰ ਆ ਜਾਊਗਾ। ਜੇ ਕਿਸੇ ਨੂੰ ਫਿਰ ਵੀ ਮੈਥ 'ਚ ਪ੍ਰੋਬਲਮ ਹੋਣੀ ਮੈਂ ਦੱਸ ਦਿਓ ਮੈਂ ਦੁਬਾਰਾ ਕਰਵਾ ਦੂੰਗਾ। ਇਸ ਤੋਂ ਬਾਅਦ ਅਗਲਾ ਕੋਈ ਰਾਸ਼ੀ ਸਧਾਰਨ ਵਿਆਜ ਦੀ ਦਰ ਨਾਲ ਕਿਸੇ ਸਾਲਾਨਾ ਦਰ ਨਾਲ 3 ਸਾਲਾਂ ਦੇ ਵਿੱਚ 7/6 ਹੋ ਜਾਂਦੀ ਹੈ। ਕੋਈ ਰਾਸ਼ੀ ਸਧਾਰਨ ਵਿਆਜ ਦੀ ਦਰ ਨਾਲ ਕਿਸੇ ਸਾਲਾਨਾ ਦਰ 'ਤੇ 3 ਸਾਲਾਂ ਦੇ ਵਿੱਚ 7/6 ਹੋ ਜਾਂਦੀ ਹੈ ਤਾਂ ਵਿਆਜ ਦੀ ਦਰ ਦੱਸੋ ਕਿੰਨੀ ਹੈ। ਠੀਕ ਹੈ। ਵਿਆਜ ਦੀ ਦਰ ਦੱਸੋ ਕਹਿੰਦਾ ਮਤਲਬ 7/6 ਹੋ ਜਾਂਦੀ ਹੈ। ਚਲੋ ਮੰਨ ਲਈ ਭਾਈ ਇੰਨੀ ਹੋ ਜਾਂਦੀ ਹੋਊਗੀ।
तो जो इन्नी हो जाती है, इस सवाल के आप इस तरह करते हैं, कोई साधारण राशि का किसी साधारण बस उमें जिमें 7/6 कर लेंगे। आ तो हो गया मूल धन, आ हो गया मिश्रित धन। ठीक है, ब्याज कितना लग रहा है, 1 लग रहा है ब्याज। 1 साल के कितना ब्याज लग रहा है, 1 साल लग रहा है, 1 लग रहा है। आ तो हो गया मूल धन, कोई मूल धन साल के 6 तो 7 हो रहा है, कितना वध रहा है, 1 वध रहा है। किन्ने सालों के 1 वध रहा है, 3 सालों के 1 वध रहा है। ठीक है, 3 सालों के 1 वध रहा है, तो ब्याज की दर पता करनी है। तो जो 3 सालों के 1 वध रहा है, तो 1 साल कितना वधूगा, 1/3। 1 साल वधूगा 1/3, किन्ने ते 6 मूलधन ते 1/6। दर कड्ढनी है, दर कड्ढण वास्ते नाल 100 ला देंगे आप। आ हो गया 100/6 ते 18, आ गया 50 ते आ गया 9 ते 50/9 कित्थे पिया, आ पिया ऑप्शन नंबर आंसर। ठीक है, ध्यान नाल दुबारे फिर देख लो। कोई राशि साधारण ब्याज की किसी दर से सालाना 3 सालों के 7/6 हो जाती है। तो कहना मतलब कोई चीज़ 6 तो 7, कोई आ मूलधन है, 6 तो 7 हो रहा है ब्याज लग के। ठीक है, 6 रुपये 7 बन रहे हैं ब्याज लग के। कितना ब्याज लग रहा है, 1 ब्याज लग रहा है। तो 1 साल के 1 ब्याज, 3 सालों के कितना लगूगा, 3 लगूगा। तो 1 साल के कितना लगूगा, 1/3 लिख सकते होंगे आप। ठीक है, तो 1 साल की रेशो आ जूगी 1/3। बस 1/3 अपने को आ गया, 1 साल का आ गया। दर कड्ढण वास्ते की लाने होंगे आप, मूलधन कित्थे पिया, आ पिया मूलधन नाल 6 मूलधन है, परसेंट कड्ढण वास्ते नाल 100। ठीक है जी। ए बी सी किसी काम को 5, 6, 15 दिनों के करते हैं, ए तो सी मिलकर इस काम को किन्ने दिनों पूरा करनगे, तिन्ने मिलकर इन्ने दिनों पूरा करते, तो ए तो सी मिलकर किन्ने दिनों पूरा करनगे सारे काम को। देखो पहले तिनों का काम देख लीए किन्ना गा। एक दोबारे करके देख रहे हैं, 1 मिनट इत्थे 1/5, 1/6, 1/15। एलसीएम लवांगे 5, 6, 15, 3, 5, 3, 6, 5, 15, 5 ते 1, 2, 1, 5, 10, 10 ते 30, 6, 5, 30। ठीक है, 6, 5, 30, 15, 2, 30, 6 ते 2, 8, 8 ते 5, 13, 13/30। तिना टोटल काम कितना, 13/30 हैगा। कहते ए तो सी मिलकर इस काम को किन्ने दिनों पूरा करनगे, टोटल काम यही हैगा। ठीक है, 13/30 काम होंगे, ए तो सी मिलकर कितने काम दिनों पूरा करनगे, ए तो सी का काम किन्ना गा, ए तो सी का काम आ तिना का काम है। ये आप बी का काम घटा देंगे, बी का काम किन्ना गा 1/6। तो जो 13/30 के विचों तुसीं 1/6 घटा देंगे, तो ठीक है, जो मगर काम बच जूगा वो किन्ना, इन्ना का काम ही बच जूगा। तिना के विचों इन्हां दोनों का काम, 1 का काम घटा देना, मगर दोनों का काम रह जूगा। 30 तो जो 6 का आप एलसीएम लेता, 6, 5, 30, 6 30 आ जूगा एलसीएम। तो 1, 1 में 1 तो आ जूगा 13, 6, 5, 30 तो आ जूगा 5, 5 ते 5, 6 तो 8, 8/30 आ गया। ठीक है, 8/30 आ गया। जो आप 8/30 वंडांगे, ठीक है, तो यह आ जूगा 30 8 से बन दे उस बाद, तो अपने को टाइम आ जूगा सारा। ठीक है, तो अपने को सारी डिटेल आ जूगी, जो आप 30 8 से वंडांगे, तो इन्होंने दोनों का काम पता लग जू अपन। ठीक है, जां ये नहीं पूछ रहे, 1 मिनट 8 पता घट आ रहा है ना। टोटल वर्क कितना आया, 13/30 आया सी तिना का। चलो आप करते हैं, ये सी मिल के उसे काम, अच्छा बाकी काम नहीं पूछे ना, उसे काम को पूछी जाते, सॉरी। तो मैं जिमें कड्डांगे आप सौखे इस वाले भी। एलसीएम कितना आया सी, तीह आया सी है ना, 30 का टोटल काम आगा। तो ये करता 6 यूनिट काम, आ करता 5 यूनिट काम, तो सी करता 2 यूनिट काम। ठीक है, ये कहने ए तो सी मिल के ए आ पिया सी आ पिया, ये दोनों 1 दिन कितने यूनिट काम करते हैं, 8 यूनिट काम करते हैं। तो 30 दिन च कितने यूनिट काम करनगे, 38, 24। ठीक है, उमें जी भी आ गया, दोनों का एक ही आंसर आता सी बस। ठीक है, उमें कढ़ लो, भावें उमें भी सही है, जे में कढ़ लो इवें भी सही है, सी नंबर आंसर आ रहा है। ए भी मिलकर किसी काम को 15 दिन पूरा करते हैं,
ਬੀ ਤੇ ਸੀ ਮਿਲ ਕੇ ਕਿਸੇ ਕੰਮ ਨੂੰ 10 ਦਿਨਾਂ 'ਚ ਪੂਰਾ ਕਰਦੇ ਆ, ਤੇ ਸੀ ਤੇ ਏ ਕਿਸੇ ਕੰਮ ਨੂੰ ਮਿਲ ਕੇ 12 ਦਿਨਾਂ 'ਚ ਪੂਰਾ ਕਰਦੇ ਆ। ਸਭ ਤੋਂ ਪਹਿਲਾਂ ਤਿੰਨਾਂ ਦਾ LCM ਕੱਢ ਲਈਏ ਆਪਾਂ, ਉਹਦਾ ਆਪਾਂ ਟੋਟਲ ਵਰਕ ਪਤਾ ਲੱਗ ਜੂਗਾ। ਪੰਜ ਤੇ 15, 5 1 60, ਠੀਕ ਹੈ। 60 ਤਾਂ ਆ ਗਿਆ ਟੋਟਲ ਵਰਕ, ਠੀਕ ਹੈ। ਤੇ ਇਹ ਵੀ ਕਰਦੇ ਸੀ ਕੰਮ ਕਿਸੇ ਕੰਮ ਨੂੰ ਪੂਰਾ 15 ਦਿਨਾਂ 'ਚ, 15 ਚੌਕਾ 60। ਇਹ ਤੇ ਵੀ ਕਿੰਨੇ ਯੂਨਿਟ ਕੰਮ ਕਰਦੇ ਆ? 4 ਯੂਨਿਟ। ਇਹ ਤੋਂ ਬੀ ਤੇ ਸੀ ਕਿੰਨਾ ਕਰਦਾ? 10। 10 ਨੂੰ ਇਹਦੇ ਵੰਡਿਆ ਆਪਾਂ 6 ਯੂਨਿਟ। ਬੀ ਤੇ ਸੀ ਕਰਦੇ 6 ਯੂਨਿਟ ਕੰਮ, ਪਲੱਸ ਸੀ ਤੇ ਕਿੰਨੇ ਯੂਨਿਟ ਕੰਮ ਕਰਦੇ ਆ? 12 ਯੂਨਿਟ ਕੰਮ। 12 5 60। ਬਸ ਕੁਛ ਨਹੀਂ ਕਰਨਾ ਆਪਾਂ, ਟੋਟਲ ਵਰਕ ਕਿੰਨਾ? 60। ਏ ਵੀ 2 ਵਾਰੀ ਆ ਰਿਹਾ, ਬੀ ਵੀ 2 ਵਾਰੀ ਆ ਰਿਹਾ, ਸੀ ਵੀ 2 ਵਾਰੀ ਆ ਰਿਹਾ, ਤਾਂ 2 ਲਾ ਦਿਓ। ਵਰਕ ਕਿੰਨਾ ਤਿੰਨਾਂ ਦਾ? 6 4 10 15, 15 ਚੌਕਾ 60, 4 ਦੂਣੀ 8। ਤਾਂ ਸਾਰਾ ਕੰਮ ਇਹ ਕਿੰਨੇ ਦਿਨਾਂ 'ਚ ਨਿਬੇੜ ਦੇਣਗੇ? 8 ਦਿਨਾਂ 'ਚ ਨਿਬੇੜ ਦੇਣਗੇ। ਕਿਉਂਕਿ ਹੁਣ ਮੈਂ ਬੜੀ ਡਿਟੇਲ 'ਚ ਨਹੀਂ ਸਮਝਾ ਸਕਦਾ, ਇਦੋਂ ਪਹਿਲਾਂ ਪੂਰੀ ਡਿਟੇਲ ਦੇ ਵਿੱਚ ਇਹ ਸਵਾਲ ਕਰਵਾ ਚੁੱਕਿਆ ਮੈਂ, ਠੀਕ ਹੈ ਜੀ। ਏ ਤੇ ਬੀ ਦੋਨੇ ਕਿਸੇ ਕੰਮ ਨੂੰ 14 ਦਿਨਾਂ ਵਿੱਚ ਪੂਰਾ ਕਰਦੇ ਹਨ, ਤਾਂ ਏ ਤੇ ਬੀ ਦੋਨੋਂ ਕਿਸੇ ਕੰਮ ਨੂੰ ਏ ਤਾਂ 14 ਦਿਨਾਂ 'ਚ ਕਰ ਸਕਦਾ, ਤੇ ਬੀ 21 ਦਿਨਾਂ 'ਚ ਸਮਾਪਤ ਕਰਦੇ ਹਨ। ਏ ਨੇ ਕੰਮ ਸ਼ੁਰੂ ਕੀਤਾ ਤੇ 6 ਦਿਨਾਂ ਬਾਅਦ ਕੰਮ ਛੱਡ ਕੇ ਚਲਾ ਗਿਆ, ਬਾਕੀ ਕੰਮ ਬੀ ਕਿੰਨੇ ਦਿਨਾਂ 'ਚ ਪੂਰਾ ਕਰੂਗਾ? ਪਹਿਲਾਂ ਆਪਾਂ ਇਹਨਾਂ ਦਾ ਟੋਟਲ ਵਰਕ ਕੱਢ ਲਈਏ, LCM ਕੱਢ ਲਈਏ ਪਹਿਲਾਂ ਤਾਂ ਆਪਾਂ ਇਹਨਾਂ ਦਾ। 14 ਤੇ 21, 7 ਦੂਣੀ 14, 7 ਹੀ 21, 3 ਦੂਣੀ 6, 6 7 6 42। ਟੋਟਲ ਵਰਕ ਹੈਗਾ 42। ਇਹ ਕਿੰਨੇ ਯੂਨਿਟ ਕੰਮ ਕਰਦਾ? 14 30 42, ਤੇ ਆਹ ਕਰਦਾ 2 ਯੂਨਿਟ ਕੰਮ। ਇਹ ਤਾਂ ਕਰਦਾ ਇੱਕ ਦਿਨ ਦੇ ਵਿੱਚ ਇਹ 3 ਯੂਨਿਟ ਕੰਮ, ਬੀ ਕਰਦਾ ਇੱਕ ਦਿਨ ਦੇ ਵਿੱਚ 2 ਯੂਨਿਟ ਕੰਮ। ਇਹ ਤਾਂ ਇੱਕ ਦਿਨ 'ਚ 3 ਇੱਟਾਂ ਚੱਕਦਾ, ਬੀ ਇੱਕ ਦਿਨ 'ਚ 2 ਇੱਟਾਂ ਚੱਕਦਾ। ਅਤੇ ਕਹਿੰਦੇ ਏ ਨੇ ਪਹਿਲਾਂ 6 ਦਿਨ ਦਾ ਕੰਮ ਕਰਕੇ ਕੰਮ ਦਿਨਾਂ ਬਾਅਦ ਕੰਮ ਛੱਡ ਕੇ ਚਲਾ ਗਿਆ। 6 ਦਿਨ ਤਾਂ ਏ ਨੇ ਕੰਮ ਕੀਤਾ ਗਾ, 6 ਤੀਏ 18 ਯੂਨਿਟ ਕੰਮ ਕਰ ਗਿਆ। 42 ਦੇ ਵਿੱਚੋਂ 18 ਘਟਾਏ, ਮਗਰ ਹੈਗੇ 24, ਠੀਕ ਹੈ। ਇਹ 24 ਯੂਨਿਟ ਕੰਮ ਕਿਹਨੇ ਕਰਨਾ? ਬੀ ਨੇ ਕਰਨਾ। ਬੀ ਕਿੰਨੇ ਦਿਨਾਂ 'ਚ ਪੂਰਾ ਕਰੂਗਾ? 12 ਦਿਨਾਂ 'ਚ, ਕਿਉਂਕਿ ਇੱਕ ਦਿਨ 'ਚ 2 ਇੱਟਾਂ ਚੱਕਦਾ, ਤਾਂ ਬੀ ਨੰਬਰ ਆਪਸ਼ਨ ਦਾ ਆਨਸਰ ਆ ਜਾਊਗਾ। ਇਸ ਤੋਂ ਬਾਅਦ ਬਾਰ ਵਾਲੇ ਸਵਾਲ ਆ ਗਏ ਭਾਈ, ਬਹੁਤ ਵਾਰੀ ਕਰਵਾਏ ਵੇ ਆ। 0.487 ਦੇ ਵਿੱਚ ਕਹਿੰਦੇ 87 ਉੱਪਰ 12 ਤਾਂ ਇਸਦਾ ਉੱਤਰ ਕੀ ਆਵੇਗਾ? ਇਸਦਾ ਉੱਤਰ ਕੀ ਆਵੇਗਾ? ਤਾਂ ਇਹ ਜਦੋਂ ਇਹ ਜਿਹਾ ਸਵਾਲ ਆ ਜੇ ਤਾਂ ਉਦੋਂ ਆਪਾਂ ਕਿਵੇਂ ਹੱਲ ਕਰਨਾ? ਸਭ ਤੋਂ ਪਹਿਲਾਂ 0 ਉਤਾਰ ਲੈਣੀ ਆ, ਪਲੱਸ ਇਸ ਤੋਂ ਬਾਅਦ 487, ਜਿਹਦੇ ਉੱਤੇ ਬਾਰ ਹੈ ਨਹੀਂ ਉਹ ਵਿੱਚੋਂ ਮਾਈਨਸ ਕਰ ਦੇਣੀ ਹੁੰਦੀ ਹੈ, ਅਤੇ ਜਿਹਦੇ ਉੱਤੇ ਬਾਰ ਹੋਵੇ ਉਹਨੇ ਥੱਲੇ 9 ਲਾ ਲਈਦੇ ਹੁੰਦੇ ਆ, ਅਤੇ ਜਿਹੜਾ ਅੱਖਰ ਨਾਲ ਹੋਵੇ ਉਹਦੇ ਨਾਲ ਉਹਨੇ 0 ਲਾ ਲਈਦੀ ਹੁੰਦੀ ਹੈ, ਠੀਕ ਹੈ। ਤਾਂ ਇਹ ਚੀਜ਼ ਬਣ ਗਈ ਸੀ ਭਾਈ। ਅਤੇ 487 ਦੇ ਵਿੱਚੋਂ ਜੋ 4 ਕੱਢਿਆ ਆਪਾਂ, ਕਿੰਨੇ ਬਚ ਗਏ ਮਗਰ? 483 ਬਟਾ 990, ਠੀਕ ਹੈ। ਠੀਕ ਹੈ ਬੱਚੋ, ਆਹ ਕੁਐਸਚਨ ਤੁਸੀਂ ਆਪਦੇ ਆਪ ਹੱਲ ਕਰ ਲਿਓ, ਠੀਕ ਹੈ। ਬਹੁਤ ਸੌਖਾ ਸਵਾਲ ਆ, ਕੋਈ ਬੜਾ ਔਖਾ ਨਹੀਂ ਹੈਗਾ। ਕੁਐਸਚਨ ਤੁਸੀਂ ਦੇਖ ਲਿਓ। ਇਸ ਤੋਂ ਬਾਅਦ ਚੱਲਦੇ ਅਗਲੇ ਸਵਾਲ 'ਤੇ। ਕਹਿੰਦੇ 8.13 ਦੇ ਵਿੱਚ 3 ਉੱਤੇ ਬਾਰ ਹੈਗਾ, ਇਹ ਵੀ ਸੇਮ ਟੂ ਸੇਮ ਹੀ ਹੈ। ਇਹ ਵੀ ਉਵੇਂ ਜਿਵੇਂ ਕੱਢ ਕੇ ਦੇਖ ਲਿਓ, ਬਾਕੀ ਕੱਢ ਕੇ ਦਿਖਾ ਦਿੰਦਾ। 8 ਐਂ ਲਿਖ ਲਿਓ, ਪਲੱਸ ਇਹ ਕਰਵਾਏ ਹੋਏ ਭਾਈ ਤੁਹਾਨੂੰ ਨੰਬਰ ਸਿਸਟਮ ਦੇ ਵਿੱਚ, ਅਤੇ 13 ਉਵੇਂ ਜਿਵੇਂ ਲਾ ਲੈਣਾ। ਜਿਹਦੇ 'ਤੇ ਬਾਰ ਹੈ ਨਹੀਂ ਉਹ 'ਚ ਇੱਕ ਮਾਈਨਸ ਕਰ ਦੇਣਾ ਹੁੰਦਾ, ਥੱਲੇ ਲਿਖ ਲੈਣਾ ਜਿਹਦੇ 'ਤੇ ਬਾਰ ਹੈਗਾ ਉਹਦਾ ਨਾਂ ਆ, ਜਿਹੜਾ ਬਾਰ ਤੋਂ ਬਿਨਾਂ ਉਹਦੀ 0 ਨਾਲ, ਠੀਕ ਹੈ। ਤਾਂ ਇਹ ਬਣ ਜੂਗਾ 8 12 ਬਟਾ 90, ਠੀਕ ਹੈ। ਆ ਗਿਆ 6 'ਤੇ, ਆ ਗਿਆ 45 'ਤੇ, 3 ਦੂਣੀ 6, 15 ਤੀਆ 45, 8 ਪਲੱਸ 2 ਬਟਾ 15, ਠੀਕ ਹੈ। ਇਹਨੂੰ ਤੁਸੀਂ ਬਾਅਦ ਵਿੱਚ ਆਪਦੇ ਹਿਸਾਬ 'ਤੇ ਜਿਵੇਂ ਤੁਸੀਂ ਕੱਟ ਵੱਢ ਕਰਕੇ ਸਹੀ ਕਰਨਾ ਕਰ ਲਿਓ, ਠੀਕ ਹੈ। ਆਪ ਆਨਸਰ ਹੀ ਪਿਆ ਹੈਗਾ ਬੀ ਨੰਬਰ ਆਪਸ਼ਨ, ਆਹੀ ਪਹਿਲਾ ਸਵਾਲ ਨਿਕਲੂਗਾ। ਕਹਿੰਦੇ 250 ਤੱਕ ਨੈਚੁਰਲ ਨੰਬਰਾਂ ਦੀ ਔਸਤ ਦੱਸੋ। ਨੈਚੁਰਲ ਨੰਬਰ ਕਿਹੜੇ ਹੁੰਦੇ? 1 2 3 4 5, ਇਹ ਸਾਰੇ ਨੈਚੁਰਲ ਨੰਬਰ ਹੁੰਦੇ ਆ। ਕਹਿੰਦੇ ਇਹ ਤੁਹਾਨੂੰ ਦੱਸਿਆ ਹੋਵੇਗਾ ਕਿ ਜੋ ਨੈਚੁਰਲ ਨੰਬਰ ਜਾਂ ਕੁਛ ਵੀ ਪਤਾ ਕਰਨਾ ਹੋਵੇ ਔਸਤ ਕੀ ਕਰੇ, ਕਹਿੰਦਾ ਸਭ ਤੋਂ ਪਹਿਲਾਂ ਚੱਕ ਲੈ, ਠੀਕ ਹੈ। ਇੱਕ ਚੱਕ ਲੈ ਜਮਾ ਐਂਡ ਵਾਲਾ ਜੋ ਜ਼ਿਕਰ ਪੁੱਛਿਆ ਹੈਗਾ, ਬਟਾ 2, ਤਾਂ 251 ਨੂੰ 2 'ਤੇ ਵੰਡ ਦਿਓ, ਤਾਂ ਜਿਹੜਾ ਆਨਸਰ ਆਉਣਾ ਹੋਊਗਾ ਉਹ ਆ ਜਾਊਗਾ, ਠੀਕ ਹੈ। 125.5 ਇਹ ਨੰਬਰ ਆਪਸ਼ਨ ਆਨਸਰ ਆ ਜਾਊਗਾ, ਠੀਕ ਹੈ ਜੀ। ਇਸ ਤੋਂ ਬਾਅਦ ਆਹ ਕੰਪਿਊਟਰ ਦੇ ਆਪਰੇਸ਼ਨ ਆ ਗਏ। ਇਨ MS PowerPoint 2019 ਕਹਿੰਦਾ ਜਿਹੜਾ MS PowerPoint 2019 ਵਿੱਚ ਸ਼ਾਰਟਕਟ ਕੀ ਯੂਜ਼ਰ ਟੂ ਸ਼ੋ ਐਂਡ ਹਾਈਡ ਦਾ ਗ੍ਰਿਡ, ਜਿਹੜਾ ਉਹਦੇ ਗ੍ਰਿਡ ਹੁੰਦੇ ਵਿੱਚ ਆ ਬਣੇ ਹੋਏ ਹੁੰਦੇ ਆ, ਆਹ ਗ੍ਰਿਡ ਹੁੰਦੇ ਆ, ਇਹਨਾਂ ਨੂੰ ਕਹਿੰਦੇ ਜੇ ਆਪਾਂ ਹਾਈਡ ਕਰਨਾ ਗਾ ਜਾਂ ਇਹਨਾਂ ਨੂੰ ਸ਼ੋਅ ਕਰਨਾ ਗਾ ਤਾਂ ਉਹ ਕਿਹੜੀ ਕੀ ਨੱਪਣੀ ਪਊਗੀ 2019 ਦੇ MS ਪਾਰਟ ਦੇ ਅਨੁਸਾਰ। ਤਾਂ ਆਪਾਂ ਨੂੰ ਦੱਬਣੀ ਪਊਗੀ ਸ਼ਿਫਟ ਪਲੱਸ F9। ਸ਼ਿਫਟ ਨਾਲ ਜਦੋਂ ਆਪਾਂ F9 ਦੱਬ ਦਾਂਗੇ ਆਪਣਾ ਗ੍ਰਿਡ ਹਾਈਡ ਵੀ ਹੋ ਸਕਦਾ ਅਤੇ ਸ਼ੋਅ ਵੀ ਹੋ ਜਾਊਗਾ, ਠੀਕ ਹੈ।
ਇਸ ਤੋਂ ਬਾਅਦ ਅਗਲਾ, ਇਨ MS Excel 2019 ਦੇ ਵਿੱਚ ਇਹਦਾ ਸ਼ਾਰਟਕਟ ਕੀਜ਼ ਯੂਜ਼ਰ ਟੂ ਓਪਨ ਦਾ ਇਨਸਰਟ ਫੰਕਸ਼ਨ ਇਨ ਦਾ ਵਿੰਡੋ ਦੇ ਵਿੱਚ ਕੋਈ ਆਪਣਾ, ਠੀਕ ਹੈ, ਇਨਸਰਟ ਕਰਨਾ ਕੋਈ ਫੰਕਸ਼ਨ, ਓਪਨ ਦਾ ਇਨਸਰਟ ਫੰਕਸ਼ਨ MS Excel 2019 ਦੇ ਵਿੱਚ, ਤਾਂ ਆਪਾਂ ਕਿਹੜੀ ਸ਼ਾਰਟਕਟ ਕੀ ਵਰਤਾਂਗੇ? ਤਾਂ ਆਪਾਂ ਸ਼ਾਰਟਕਟ ਕੀ ਵਰਤਾਂਗੇ ਭਾਈ? B ਨੰਬਰ ਆਪਸ਼ਨ, ਸ਼ਿਫਟ ਨਾਲ F3, ਇਹ ਰੱਟੇ ਲਾ ਲਓ ਇਹਨਾਂ ਦੇ, ਠੀਕ ਹੈ। ਇਸ ਤੋਂ ਬਾਅਦ ਅਗਲਾ, ਵਿੱਚ ਇਹਦਾ ਫੋਲੋਵਿੰਗ ਜੀ ਸ਼ਾਰਟਕਟ ਕੀ ਟੂ ਕਾਪੀ ਦਾ ਸਿਲੈਕਟਡ ਟੈਕਸਟ ਇਨ MS Word 2019 ਦੇ MS Word ਦੇ ਵਿੱਚ ਜੇਕਰ ਕੋਈ ਅੱਖਰ ਆਪਾਂ ਕਾਪੀ ਕਰਨਾ ਉਹਨੂੰ ਕਿਵੇਂ ਕਰਾਂਗੇ ਕਾਪੀ? Ctrl+C ਨਾਲ। ਆਪਣੇ ਕੰਪਿਊਟਰ ਦੇ ਵਿੱਚ ਸਿਸਟਮ ਦੇ ਵਿੱਚ ਉਹ ਕਿਹੜੀ ਚੀਜ਼ ਹੈ ਜੋ ਮੈਮਰੀ ਲੋਕੇਸ਼ਨ ਦੱਸਦੀ ਹੈ? ਮੈਮਰੀ ਲੋਕੇਸ਼ਨ ਆਪਣੀ ਦੱਸਦੀ ਹੈ ਭਾਈ ਮੈਮਰੀ ਐਡਰੈਸ ਰਜਿਸਟਰ। ਜਿਹੜੇ ਬੱਚੇ ਨੇ B ਨੰਬਰ ਆਪਸ਼ਨ ਲਾਇਆ ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈ। ਇਨ ਫਾਈਟ ਨਿਊਜ਼, ਫੇਸਬੁੱਕ ਹੈਜ਼ ਇੰਟਰੋਡਿਊਸ ਥਰਡ ਪਾਰਟੀ ਟੂ ਫੈਕਟ ਚੈਕਿੰਗ, ਦਿਸ ਵਾਜ ਇੰਟਰੋਡਿਊਸ ਵਿੱਚ ਹੀ ਇੱਥੇ ਫਾਈਟ ਨਹੀਂ ਹੋਣਾ ਸੀ, ਫੇਕ ਹੋਣਾ ਸੀ। ਜਿਹੜੇ ਕੋਈ ਫੇਸਬੁੱਕ 'ਤੇ ਫੇਕ ਨਿਊਜ਼ਾਂ ਪਾਉਂਦਾ ਗਾ, ਮਨਘੜਤ ਕਹਾਣੀਆਂ ਪਾਉਂਦਾ, ਜਿਹੜੇ ਕਿਸੇ ਨਾਲ ਮਤਲਬ ਸਮਾਜਿਕ ਤੌਰ 'ਤੇ ਜਿਹੜਾ ਨੁਕਸਾਨ ਹੈਗਾ, ਲੋਕ ਗੁੰਮਰਾਹ ਹੁੰਦੇ ਆ, ਉਹ ਚੀਜ਼ਾਂ ਦੀ ਚੈਕਿੰਗ ਵਾਸਤੇ ਇੱਕ ਪਾਰਟੀ ਬਣਾਈ ਹੈ ਫੇਸਬੁੱਕ ਨੇ। ਕਦੋਂ ਬਣਾਈ ਸੀ? ਇਹ ਬਣਾਈ ਸੀ 2016 ਦੇ ਵਿੱਚ। ਉਹ ਕਿਹੜੀ ਕਿਰਿਆ ਹੈ ਜੋ ਕਰਤਾ ਨਾਲ ਮਿਲ ਕੇ ਪੂਰਾ ਅਤੇ ਸਾਰਥਕ ਵਾਕ ਬਣਾ ਦੇਵੇ? ਉਸਨੂੰ ਕੀ ਕਹਿੰਦੇ ਹਨ? ਅਤੇ ਜੀ ਕਰਤਾ ਦੇ ਨਾਲ ਆ ਕੇ, ਉਹ ਕਿਹੜੀ ਕਰਮਕ ਕਿਰਿਆ ਜਿਹੜੀ ਕਰਤਾ ਦੇ ਨਾਲ ਆ ਕੇ ਵਾਕ ਨੂੰ ਪੂਰੇ ਤੌਰ 'ਤੇ ਸਾਰਥਕ ਬਣਾ ਦੇ? ਤਾਂ ਪੂਰਨ ਆਕਰਮਕ ਕਿਰਿਆ, ਪੂਰਨ ਸਕਰਮਕ ਕਿਰਿਆ। ਤਾਂ ਇਹ ਹੈਗਾ ਪੂਰਨ ਆਕਰਮਕ ਕਿਰਿਆ। ਜਿਹਨਾਂ ਵਿੱਚ A ਨੰਬਰ ਆਪਸ਼ਨ ਉਹ ਬਿਲਕੁਲ ਸਹੀ ਹੈ। ਇਸ ਤੋਂ ਬਾਅਦ ਅਗਲਾ ਪ੍ਰਸ਼ਨ, ਸਕਰਮਕ ਕਿਰਿਆ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ? ਸਕਰਮਕ ਕਿਰਿਆ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈਗਾ? ਇਹਨੂੰ ਵੰਡਿਆ ਗਿਆ ਭਾਈ 2 ਭਾਗਾਂ ਦੇ ਵਿੱਚ, ਠੀਕ ਹੈ। ਇੱਕ ਉਹ ਜਿਹੜੀ ਕਰਤਾ ਦੇ ਨਾਲ ਆਉਂਦੀ, ਇੱਕ ਉਹ ਜਿਹੜੀ ਕਰਤਾ ਤੋਂ ਬਿਨਾਂ ਆਉਂਦੀ ਆ। ਉਹ ਸ਼ਬਦ ਜਿਨ੍ਹਾਂ ਦੇ ਅਰਥ ਇੱਕੋ ਜਿਹੇ ਹੋਣ ਉਹਨਾਂ ਸ਼ਬਦਾਂ ਨੂੰ ਕੀ ਕਹਿੰਦੇ ਹਨ? ਸਮਾਨਾਰਥਕ, ਠੀਕ ਹੈ। ਉਹ ਸ਼ਬਦ ਜਿਨ੍ਹਾਂ ਦੇ ਅਰਥ ਇੱਕ ਤੋਂ ਵੱਧ ਨਿਕਲਦੇ ਹੋਣ ਉਹਨਾਂ ਨੂੰ ਕਹਿੰਦੇ ਆ ਬਹੁਅਰਥਕ ਸ਼ਬਦ। A ਨੰਬਰ ਆਪਸ਼ਨ। ਉਹ ਸ਼ਬਦ ਕਿਰਿਆ ਮੂਲ ਤੋਂ ਬਣਿਆ ਹੋਵੇ, ਉਹ ਸ਼ਬਦ ਜੋ ਕਿਰਿਆ ਦੇ ਮੂਲ ਤੋਂ ਬਣਿਆ ਹੋਵੇ ਪਰ ਕਿਰਿਆ ਨਾ ਹੋਵੇ ਬਲਕਿ ਕਿਸੇ ਹੋਰ ਵਿਆਕਰਨਕ ਸ਼ਬਦ ਵਜੋਂ ਵਰਤਿਆ ਗਿਆ ਹੋਵੇ, ਉਸਨੂੰ ਕੀ ਕਹਿੰਦੇ ਹਨ? ਉਸਨੂੰ ਕਹਿੰਦੇ ਆਪਾਂ ਕਿਰਦੈਂਤ। A ਨੰਬਰ ਆਪਸ਼ਨ। ਇਹਨਾਂ ਵਿੱਚੋਂ ਸ਼ੁੱਧ ਸਧਾਰਨ ਵਾਕ ਚੁਣੋ। ਮੈਂ ਸਟੇਸ਼ਨ 'ਤੇ ਪਹੁੰਚਿਆ ਅਤੇ ਗੱਡੀ ਚਲੀ ਗਈ। ਮਾਲੀ ਪੌਦਿਆਂ ਨੂੰ ਪਾਣੀ ਲਾ ਰਿਹਾ ਹੈ। ਉਸਨੇ ਰੋਟੀ ਖਾਧੀ ਅਤੇ ਸੌਂ ਗਿਆ। ਤਾਂ B ਨੰਬਰ ਆਪਸ਼ਨ ਸਭ ਤੋਂ ਸਹੀ ਹੈਗਾ ਸਧਾਰਨ ਵਾਕ ਦੇ ਵਿੱਚ, ਠੀਕ ਹੈ, ਰਿਹਾ ਹੈ। ਹੇਠ ਲਿਖਿਆ ਜੋ ਪਿਛੇਤਰ ਲਗਾ ਕੇ ਇਸਤਰੀ ਲਿੰਗ ਵਿੱਚ ਬਦਲੋ। ਸੇਠਣੀ ਨੂੰ ਸੇਠ ਹੈ, ਸੇਠ ਨੂੰ ਸੇਠਣੀ ਦੇ ਵਿੱਚ ਬਦਲਣਾ, ਇਸਤਰੀ ਲਿੰਗ 'ਚ ਬਦਲਣਾ। ਕੀ ਕਾਹਦੀ ਵਰਤੋਂ ਕਰਾਂਗੇ? ਈ ਦੀ, ਨਾਣੇ ਦੀ, ਕਿ ਆਣੀ ਦੀ? ਤਾਂ B ਨੰਬਰ ਆਪਸ਼ਨ ਦੀ ਕਰਾਂਗੇ ਵਰਤੋਂ ਆਪਾਂ। ਇਹ ਦੋਨਾਂ ਦੇ ਵਿੱਚੋਂ ਦੱਸੋ ਕਿਹੜੀ ਆਪਸ਼ਨ ਸਹੀ ਹੈ? ਮਾਂ ਨਾਲੋਂ ਧੀ ਸਿਆਣੀ, ਰਿੱਥੇ ਪੱਕੇ ਪਾਵੇ ਪਾਣੀ, ਠੀਕ ਹੈ। A ਨੰਬਰ ਆਪਸ਼ਨ ਆ ਜੂ ਇਹਦਾ। ਇਹਨਾਂ ਵਿੱਚੋਂ ਕਿਹੜਾ ਸਹੀ ਜੋੜ ਹੈਗਾ? ਸਿਆਣਾ ਖੂਬਸੂਰਤ, ਅਮੀਰ ਗਰੀਬ, ਦੁੱਧ ਲੱਸੀ ਕਿ ਕਾਲਾ ਹਰਾ? ਤਾਂ B ਨੰਬਰ ਆਪਸ਼ਨ ਅਮੀਰ ਗਰੀਬ। ਮਧਾਣੀ ਨੂੰ ਆਪਾਂ ਸ਼ੁੱਧ ਕਰਨ ਵਾਸਤੇ ਕੀ ਜੋੜਾਂਗੇ? ਮਧਾਣੀ ਦੇ ਨਾਲ ਜੋੜਾਂਗੇ ਧੱਦਾ। B ਨੰਬਰ ਆਪਸ਼ਨ, ਠੀਕ ਹੈ। ਮਧਾਣੀ ਦੱਦੇ ਨਾਲ ਨਹੀਂ ਪੈਂਦੀ, ਧੱਦੇ ਨਾਲ ਪੈਂਦੀ ਹੈ। ਇਸ ਤੋਂ ਬਾਅਦ ਅਗਲਾ, ਕੁੰਬਾਲਟ ਸਿਨੋਨੀਅਮ ਹੈ ਕਿਹੜਾ ਭਾਈ? ਕੁੰਬਾਲਟ ਸਿਨੋਨੀਅਮ ਹੈ। ਇਹਦਾ ਕੀ ਮਤਲਬ ਹੈ? ਕੁੰਬਾਲਟ ਦਾ ਮਤਲਬ ਹੁੰਦਾ ਹੈਗਾ ਲੜਾਈ। ਤੇ ਇਹਦੇ ਨਾਲ ਦਾ ਸ਼ਬਦ ਕਿਹੜਾ ਹੈਗਾ? ਕਨਕੋਰਡ ਮੈਨੇ ਹੁੰਦੀ ਹੈਗੀ ਸ਼ਾਂਤੀ, ਹਾਰਮੋਨੀ ਮੈਨੇ ਵੀ ਸ਼ਾਂਤੀ ਹੁੰਦੀ ਹੈ, ਪੀਸ ਮੈਨੇ ਵੀ ਸ਼ਾਂਤੀ ਹੁੰਦੀ ਹੈ। ਤਾਂ ਕੌਨਫਲਿਕਟ ਮੈਨੇ ਹੁੰਦਾ ਹੈਗਾ ਭਾਈ ਲੜਾਈ ਕਰਨਾ, ਠੀਕ ਹੈ। D ਨੰਬਰ ਆਪਸ਼ਨ। ਐਡਵਾਂਸ ਦਾ ਮਤਲਬ ਕਿਸੇ ਤੋਂ ਅੱਗੇ ਰਹਿਣਾ। ਐਡਵਾਂਸ ਦਾ ਮਤਲਬ ਕੀ ਹੈਗਾ? ਅੰਟੋਨੀ ਉਲਟ ਕੀ ਆਊਗਾ ਐਡਵਾਂਸ ਦੇ? ਪ੍ਰੋਸੀਡ ਕਰਨਾ, ਇਹਦਾ ਮਤਲਬ ਅੱਗੇ ਵਧਣਾ। ਇਹਦਾ ਆ ਨਹੀਂ ਸਕਦਾ, ਇਹਦਾ ਸਿਨੋਨੀਅਮ ਹੈ। ਫਰਦਰ, ਇਹ ਵੀ ਅੱਗੇ ਵਧਾਉਣਾ ਹੁੰਦਾ। ਪ੍ਰੋਗਰੈਸ, ਰੀਗਰੈਸ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਪਿੱਛੇ ਲੈ ਕੇ ਜਾਣਾ। ਐਡਵਾਂਸ ਦਾ ਮਤਲਬ ਕਿਸੇ ਚੀਜ਼ ਨੂੰ ਅੱਗੇ ਲੈ ਕੇ ਜਾਣਾ। ਇਸ ਤੋਂ ਬਾਅਦ I ate ਦਾ ਫੂਡ, ਚੇਂਜ ਦਾ ਵੋਇਸ ਦੇ ਵਿੱਚ ਬਦਲਣਾ। ਕੀ ਆ ਜਾਊਗਾ? ਠੀਕ ਹੈ, ਸਭ ਤੋਂ ਪਹਿਲਾਂ ਆ ਜਾਊਗਾ ਸਬਜੈਕਟ, ਠੀਕ ਹੈ। ਇਹਨੂੰ ਬਾਜ ਵਾਲੇ 'ਚ ਬਦਲ ਦਾਂਗੇ ਆਪਾਂ, ਠੀਕ ਹੈ। ਤਾਂ ਇਹਦਾ ਆ ਜਾਊਗਾ ਦਾ ਫੂਡ ਵਾਜ਼ ਇਟਨ ਬਾਈ ਮੀ, ਠੀਕ ਹੈ। ਇਹ ਰੂਲ ਕਰਨੇ ਪੈਣਗੇ, ਰੂਲ ਤੁਹਾਨੂੰ ਕਰਵਾ ਦੇਣਾ 1-2 ਦਿਨਾਂ ਦੇ ਵਿੱਚ। ਇਸ ਤੋਂ ਬਾਅਦ ਸਿਨੋਨੀਅਮ, ਇਹ ਕਰਵਾਇਆ ਵਾ ਤੁਹਾਨੂੰ ਮੈਂ। ਹੀ ਸੈਡ ਡੈਟ, ਜਿਹੜੀ ਵੀ WH ਵਾਲੀ ਫੈਮਿਲੀ ਹੁੰਦੀ ਉਹ ਕਦੇ ਚੇਂਜ ਨਹੀਂ ਹੁੰਦੀ, ਉਹ ਸੇਮ ਟੂ ਸੇਮ ਹੀ ਰਹਿ ਜਾਂਦੀ ਹੁੰਦੀ ਹੈ। ਹੂ ਬਟ ਜਾਂ ਬੇਅਰ ਕੁਛ ਵੀ ਆ ਜਾਓ, ਉਹ ਸੇਮ ਟੂ ਸੇਮ ਹੀ ਰਹਿੰਦਾ ਹੁੰਦਾ। ਇਸ ਤੋਂ ਬਾਅਦ ਆਰ, ਠੀਕ ਹੈ। ਇਹ ਦੂਸਰਾ ਸੱਚੇ ਨਰੇਸ਼ਨ ਨਹੀਂ ਹੈਗੀ ਹੈ ਨਾ। ਅਤੇ ਹੀ ਸੈਡ ਡੈਟ, ਸੀ ਸੈਡ ਡੈਟ ਨਰੇਸ਼ਨ। ਹੀ ਸੈਡ ਡੈਟ ਬੇਅਰ ਉਵੇਂ ਜਿਵੇਂ ਲੱਗ ਜੂਗਾ,
ठीक है। इस तो बाद आर वाला बदल जूगा अपने कहदे च बदल जूगा, दसो भाई आर वाला कहदे च बदलूगा बाद इस तो बाद सच ਉਹ ਲੱਗੂਗਾ। ਇਹ ਤੋਂ ਬਾਅਦ ਆਪਾਂ ਕੀ ਲਾਵਾਂਗੇ ਇਹਦੇ ਨਾਲ ਉਹ ਲਾਵਾਂਗੇ ਜਿਹੜਾ ਹੈਲਪਿੰਗ ਵਰਕ ਬਣਾਉਣਾ ਜਿਵੇਂ ਲਾਉਣੇ ਹੁੰਦੇ ਆ। ਅਤੇ ਜੂ ਕਿਹਦੇ ਕੋਲੇ ਗਏ, ਜੂ ਕਿਹੜੇ ਬਾਗ 'ਤੇ, ਜੂ ਵਿਚਾਲੇ ਆਉਂਦਾ ਬਾਗ ਦੇ, ਜੋ ਜੂ ਵਿਚਾਲ ਬਾਗ ਆਉਂਦਾ ਗਾ ਇਹ ਆਉਂਦਾ ਗਾ ਫਸਟ ਨੰਬਰ 'ਤੇ। ਤਾਂ ਇਹ ਹੀ ਨੂੰ ਕਹਿੰਦਾ ਤੂੰ ਕਿਵੇਂ ਨੰਬਰ 'ਤੇ ਹੈ, ਹੀ ਨੂੰ ਕਹਿੰਦਾ ਪਹਿਲੇ ਨੰਬਰ, ਹੀ ਕਹਿੰਦਾ ਮੈਂ ਵੀ ਆਪਦੇ ਪਹਿਲੇ ਨੰਬਰ 'ਤੇ ਹੀ ਹੈ। ਅਤੇ ਇਹਦੇ ਬਾਅਦ ਜੂਗਾ ਹੀ ਵਾਜ਼ ਗੋਇੰਗ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ, ਹੀ ਵਾਜ਼ ਗੋਇੰਗ, ਕਿਉਂਕਿ ਇਹ ਇਹ ਪ੍ਰੈਜੈਂਟ ਕੰਟੀਨਿਊਸ ਦੇ ਵਿੱਚ ਜਿਹੜਾ ਪ੍ਰੈਜੈਂਟ ਕੰਟੀਨਿਊਸ ਦੇ ਵਿੱਚ ਹੁੰਦਾ ਗਾ ਉਹ ਪਾਸਟ ਕੰਟੀਨਿਊਸ ਦੇ ਵਿੱਚ ਬਦਲ ਜਾਂਦਾ ਗਾ। ਇਹ ਤੁਹਾਨੂੰ ਕਰਵਾ ਦੂੰਗਾ ਰੂਲ, ਕੋਈ ਗੱਲ ਨਹੀਂ, ਟੈਨਸ਼ਨ ਨਾ ਲਓ। ਤਾਂ ਇਹਦਾ ਆਨਸਰ ਹੋ ਜਾਊਗਾ ਸੀ ਨੰਬਰ ਆਪਸ਼ਨ। ਸਪੈਲ ਚੈੱਕ ਇਹਨਾਂ ਜੋ ਕਿਹੜਾ ਸਪੈਲਿੰਗ ਸਹੀ ਹੈ, ਐਡਰੈਸ ਸਹੀ ਹੈ, ਆਹ ਐਡਰੈਸ ਸਹੀ ਹੈ ਕਿਹੜਾ, ਤਾਂ ਸਭ ਤੋਂ ਸਹੀ ਹੈਗਾ ਭਾਈ ਦੋਨੇ ਸਹੀ ਆ ਪਹਿਲੇ। ਠੀਕ ਹੈ, ਯੂ ਮਸਟ ਬੀ ਫੇਅਰ ਦ ਟਾਈਗਰ। ਠੀਕ ਹੈ, ਇਹਦਾ ਆਨਸਰ ਆ ਜਾਊਗਾ ਬੀ ਨੰਬਰ ਆਪਸ਼ਨ। ਠੀਕ ਹੈ, ਇਹ ਆ ਗਈ ਆਪਣੀ ਜਿਹੜੀ ਆਪਣੀ ਗ੍ਰਾਮਰ ਪ੍ਰੈਪਰੇਸ਼ਨ। ਠੀਕ ਹੈ, ਪ੍ਰੈਪਰੇਸ਼ਨ ਵੀ ਰੂਲ ਹੈਗੇ ਉਹ ਵੀ ਕਰਵਾ ਦੂੰਗਾ ਤੁਹਾਨੂੰ। ਜਿਹੜੇ ਬੱਚੇ ਨੇ ਆਫ ਲਾਇਆ ਉਹ ਬਿਲਕੁਲ ਸਹੀ ਹੈ। ਇਟ ਇਜ਼ ਪ੍ਰੋਡਿਊਸਡ ਮੂਵਮੈਂਟ ਆਫ ਮਾਈ ਲਾਈਫ। ਇਟ ਇਜ਼ ਏ ਪ੍ਰੋਡਸਟਸ ਮੂਵਮੈਂਟ ਆਫ ਮਾਈ ਲਾਈਫ। ਜਿਹੜੀ ਕਿਸੇ ਚੀਜ਼ ਨੂੰ ਸੁਧਾਰਨ ਦੇ ਰੂਪ ਵਿੱਚ ਹੋਵੇ, ਲਾਈਫ ਨੂੰ ਡਿਨੋਟ ਕਰੇ, ਉੱਥੇ ਆਪਾਂ ਏ ਲਾਉਣੇ ਹੁੰਦੇ ਆ। ਇਸ ਤੋਂ ਬਾਅਦ ਇਹ ਐਨ ਅਸੈਂਬਲੀ ਆਫ ਹੀਅਰਿੰਗ ਦਾ ਲੈਕਚਰ ਆਉਂਦਾ ਕੰਸਰਟ, ਜਿੱਥੇ ਵੀ ਆਪਾਂ ਬੈਠ ਕੇ ਲੋਕ ਲੈਕਚਰ ਸੁਣਦੇ ਹੋ। ਲੈਕਚਰ ਨੂੰ ਮਤਲਬ ਮੈਂ ਤੁਹਾਨੂੰ ਲੈਕਚਰ ਦੇ ਰਿਹਾ, ਤੁਸੀਂ ਇੱਕ ਕਾਰੇ ਰੂਪ 'ਚ ਬੈਠੇ ਹੋ ਮੇਰੇ ਮੂਹਰੇ, ਤੁਸੀਂ ਬੈਠੇ ਹੋ ਆਡੀਅੰਸ ਦੇ ਰੂਪ ਦੇ ਵਿੱਚ, ਏ ਨੰਬਰ ਆਪਸ਼ਨ ਆ ਜਾਊਗਾ। ਠੀਕ ਹੈ, ਇਸ ਤੋਂ ਬਾਅਦ ਅਗਲਾ ਹੂ ਅਨੇਬਲ ਟੂ ਪੇ ਟੂ ਹਿਜ ਡੈਬਿਟ। ਉਹ ਬੰਦਾ ਜਿਹੜਾ ਬੈਂਕ ਨੂੰ ਪੈਸੇ ਨਹੀਂ ਦੇ ਸਕਦਾ ਉਹਨੂੰ ਆਪਾਂ ਕੀ ਕਹਾਂਗੇ, ਬੈਂਕ ਕਰਪਟ। ਇਮਾਨਦਾਰ ਸਰਵੋਤਮ ਨੀਤੀ ਹੈ, ਹੋਨੈਸਟੀ ਦਾ ਬੈਸਟ ਪੋਲਿਸੀ। ਇੰਗਲਿਸ਼ ਦੇ ਵਿੱਚ ਇਸ ਤਰ੍ਹਾਂ ਲਿਖਾਂਗੇ, ਪੰਜਾਬੀ ਦੇ ਵਿੱਚ। ਤਾਂ ਭਾਈ ਇਹਦੇ ਨਾਲ ਆਪਣੇ 100 ਦੇ 100 MCQ ਕਵਰ ਹੋ ਚੁੱਕੇ ਨੇ। ਠੀਕ ਹੈ ਭਾਈ, ਤੁਸੀਂ ਵੀ ਆਪਦੇ ਕਰ ਲਿਓ। ਜੇ ਕੋਈ ਮੇਰੀ ਗਲਤੀ ਲੱਗੀ ਮਾफ़ ਕਰਿਓ ਭਾਈ। ਠੀਕ ਹੈ, ਕਿਉਂਕਿ ਐਡੀ ਵੀਡੀਓ ਹੈਗੀ ਪਹਿਲਾਂ ਬਣਾਇਆ 2-3 ਘੰਟਿਆਂ ਦੇ ਵਿੱਚ, ਅਤੇ ਮੁੜ ਕੇ ਤੁਹਾਨੂੰ ਬੋਲਿਆ ਗਾ ਸਾਰਾ ਦਿਨ ਲੰਘ ਗਿਆ ਅੱਜ ਮੇਰਾ। ਠੀਕ ਆ, ਅਤੇ ਬੈਡ ਕਮੈਂਟ ਨਾ ਕਰਿਓ ਬਾਈ ਬਣ ਕੇ, ਅਤੇ ਸਾਰਾ ਲੈਕਚਰ ਲਾ ਲਓ ਮੇਰੇ ਦੋਸਤੋ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ।